हालेलुया। हालेलुया। खुदावंद यीशु के नाम पे आप सबको हमारी तरफ से सलाम मिले। खुदावंद यीशु मसीह ਦੇ ਨਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਲਾਮ ਮਿਲੇ। हम ऐसा विश्वास करते हैं अपने आज की आराधना से बड़ी आशीष पाई होगी। ਤੇ ਅਸੀਂ ਇਦਾਂ ਦਾ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਭਨਾਂ ਨੇ ਅੱਜ ਦੀ ਆਰਾਧਨਾ ਦੁਆਰਾ ਬੜੀ ਬਰਕਤ ਪਾਈ ਹੋਵੇਗੀ। अभी हम सब परमेश्वर के वचन की तरफ बढ़ेंगे। ਤੇ ਹੁਣ ਅਸੀਂ ਸਾਰੇ ਜਣੇ ਪਰਮੇਸ਼ਰ ਦੇ ਵਚਨਾਂ ਵੱਲ ਵਧਾਂਗੇ। उससे पहले हम छोटी सी प्रार्थना में जाएंगे। ਉਸ ਤੋਂ ਪਹਿਲਾਂ ਅਸੀਂ ਛੋਟੀ ਜਿਹੀ ਪ੍ਰਾਰਥਨਾ ਵਿੱਚ ਜਾਵਾਂਗੇ। आंखें बंद कर ले। ਸਾਰੇ ਜਣੇ ਆਪਣੇ ਅੱਖਾਂ ਨੂੰ ਬੰਦ ਕਰ ਲੈਣ अपने सिरों को ढके ਤੇ रखें। ਪਹਿਲਾਂ ਆਪਣੇ ਸਿਰਾਂ ਨੂੰ ਢੱਕ ਕੇ ਰੱਖਣ। जलाली आसमानी बाप, ਜਲਾਲੀ ਤੇ ਅਸਮਾਨੀ ਬਾਪ, सर्वशक्तिमान परमेश्वर, ਸਰਵਸ਼ਕਤੀਮਾਨ ਪਰਮੇਸ਼ਰ, अभी तक हम जो आज के ऑनलाइन सर्विस को अपने हाथों में लेकर चले आपका धन्यवाद करते हैं। ਹੁਣ ਤੱਕ ਪਿਤਾ ਪਰਮੇਸ਼ਰ ਤੁਸੀਂ ਆਨਲਾਈਨ ਸਰਵਿਸ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ, ਤੁਹਾਡਾ ਧੰਨਵਾਦ ਕਰਦੇ ਹਾਂ। अभी पता है आपके लोग आपकी मधुर वाणी को सुनना चाहते हैं। ਹੁਣ ਪਿਤਾ ਪਰਮੇਸ਼ਰ ਤੁਹਾਡੇ ਲੋਕ, ਤੁਹਾਡੇ ਬੱਚੇ ਤੁਹਾਡੀ ਮధుਰ ਬਾਣੀ ਨੂੰ ਸੁਣਨਾ ਚਾਹੁੰਦੇ ਨੇ। आप खुद हमसे बात करें। ਤੁਸੀਂ ਆਓ ਪਿਤਾ ਪਰਮੇਸ਼ਰ ਸਾਡੇ ਸਭਨਾਂ ਨਾਲ ਗੱਲਬਾਤ ਕਰੋ। दासी को अपनी सामर्थ्य आत्मा के द्वारा चलाएं। ਆਪਣੇ ਦਾਸ ਦਾਸੀ ਨੂੰ ਆਪਣੇ ਸਮਰਥ ਆਤਮਾ ਦੇ ਦੁਆਰਾ ਚਲਾਈਏ। क्योंकि पता है हम नहीं बल्कि आपका वचन आपके दास दासी के बीच में से होके बोले। ਤਾਂ ਕਿ ਪਿਤਾ ਪਰਮੇਸ਼ਰ ਅਸੀਂ ਨਹੀਂ, ਤੁਹਾਡਾ ਮధుਰ ਵਚਨ ਜਿਹੜਾ ਤੁਹਾਡੇ ਦਾਸ ਦਾਸੀ ਦੇ ਮੁਖ ਤੋਂ ਨਿਕਲੇ आपकी स्वर की वाणी आपके लोगों को बड़ी आशीष दे। ਤੇ ਤੁਹਾਡੀ ਸਵਰਗੀ ਬਾਣੀ ਤੁਹਾਡੇ ਲੋਕਾਂ ਨੂੰ ਬੜੀ ਬਰਕਤ ਦੇਵੇ। सारी इंटरनेट सिस्टम को, साउंड सिस्टम को, प्रोजेक्टिंग को आपके सामर्थ्य हाथों में लीजिए पिता। ਸਾਰੇ ਨੈਟਵਰਕ ਸਿਸਟਮ ਨੂੰ ਔਰ ਸਾਰੇ ਸਾਊਂਡ ਸਿਸਟਮ ਨੂੰ ਔਰ ਸਾਰੀ ਮੀਡੀਆ ਟੀਮ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਚਲਾਓ ਪ੍ਰਭੂ ਜੀ, आपका बेटा यीशु ऊंचा किया जाए। ਤਾਂ ਕਿ ਪ੍ਰਭੂ ਜੀ ਤੁਹਾਡਾ ਬੇਟਾ ਯਿਸੂ ਉੱਚਾ ਕੀਤਾ ਜਾਵੇ। इस समय को आपके चुने हाथों में सौंपते हुए ਬੰਦਗੀ ਦੇ ਬਾਕੀ ਸਾਰੇ ਸਮੇਂ ਨੂੰ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪਦੇ ਹੋਏ को पिता की प्रिय हम सबके मुक्तिदाता परमेश्वर के नाम से मांगा है। ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਤੁਹਾਡੇ ਪਿਆਰੇ ਪੁੱਤਰ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਦੇ ਨਾਮ ਵਿੱਚ ਮੰਗਿਆ ਹੈ। आमीन। ਆਮੀਨ। हालेलुया। ਹਾਲੇਲੂਇਆ। Glory to Jesus। ਥੈਂਕ ਯੂ ਜੀਸਸ। आज का हमारा विषय नीति वचन 28 की 14 में से है। ਅੱਜ ਦਾ ਸਾਡਾ ਬਚਨ ਦਾ ਟੌਪਿਕ ਜਿਹੜਾ ਹੈ कि नीति वचन 28 अध्याय उनकी 14 तो जो मनुष्य निरंतर प्रभु का भय मानता रहता है वह धन्य है, हालेलुया। परंतु जो अपना मन कठोर कर लेता है वह विपत्ति में पड़ता है। इसका जो भाग है उसको हम सीख कर चलेंगे। इस आयत ਦਾ ਜਿਹੜਾ ਪਹਿਲਾ ਭਾਗ ਹੈ ਅਸੀਂ ਉਹਨੂੰ ਸਿੱਖ ਕੇ ਚੱਲਾਂਗੇ। जो मनुष्य प्रभु का डर मानता रहता है ਜਿਹੜਾ ਮਨੁੱਖ, ਜਿਹੜਾ ਇਨਸਾਨ ਹਰ ਸਮੇਂ ਪਰਮੇਸ਼ਰ ਦਾ ਡਰ ਮੰਨਦਾ ਰਹਿੰਦਾ ਹੈ वो धन्य है। ਉਹ ਧੰਨ ਹੈ। हालेलुया। ਹਾਲੇਲੂਇਆ। आज इस विषय पर गहराई से सीख कर चलेंगे। ਅੱਜ ਅਸੀਂ ਇਸ ਵਿਸ਼ੇ ਤੇ ਗਹਿਰਾਈ ਨਾਲ ਸਿੱਖ ਕੇ ਚੱਲਾਂਗੇ। जो मनुष्य प्रभु का डर मानता रहता है, ਜਿਹੜਾ ਮਨੁੱਖ ਹਰ ਵੇਲੇ ਪ੍ਰਭੂ ਦਾ ਡਰ ਮੰਨਦਾ ਰਹਿੰਦਾ ਹੈ। निरंतर का मतलब लगातार, ਨਿਰੰਤਰ ਦਾ ਮਤਲਬ ਲਗਾਤਾਰ, हर पल, ਹਰ ਪਲ, हर घड़ी, ਹਰ ਸਮੇਂ, ਹਰ ਘੜੀ, हर ਹਰ ਘੜੀ, रोज, ਹਰ ਰੋਜ਼ हर परिस्थिति में ਤੇ ਹਰ परिस्थिति ਦੇ ਵਿੱਚ कभी कभी नहीं, ਕਦੀ ਕਦੀ ਨਹੀਂ, हर रोज ਹਰ ਦਿਨ ਬਲਕਿ ਹਰ ਰੋਜ਼। किसी भी चीज की चर्च में आई तो खुदा का डर मानो, ਐਦਾਂ ਨਹੀਂ ਕਿ ਚਰਚ ਵਿੱਚ ਆਓ ਤੇ ਪਰਮੇਸ਼ਰ ਦਾ ਡਰ ਮੰਨੋ, या किसी मसीह फंक्शन में जाओ तो खुदा का डर मान लो। ਜਾਂ ਕਿਸੇ ਮਸੀਹ ਫੰਕਸ਼ਨ ਤੇ ਜਾਓ ਤੇ ਖੁਦਾ ਦਾ ਡਰ ਮੰਨ ਲਓ। बाकी जब दुनिया में फंक्शन हो, दुनिया के काम पे तो खुदा का डर भूल जाओ। ਬਾਕੀ ਜਦੋਂ ਦੁਨਿਆਵੀ ਫੰਕਸ਼ਨ ਹੋ, ਦੁਨੀਆ ਦੇ ਕੋਈ ਕੰਮ ਹੋ ਤੇ ਉੱਥੇ ਖੁਦਾ ਦਾ ਡਰ ਭੁੱਲ ਜਾਓ। ऐसा नहीं। ਐਦਾਂ ਨਹੀਂ। ये प्रभु का दास सुलेमान राजा क्या लिखता है? ਦੇਖੋ ਪ੍ਰਭੂ ਦਾ ਦਾਸ ਸੁਲੇਮਾਨ ਬਾਦਸ਼ਾਹ ਕੀ ਕਹਿੰਦਾ ਹੈ। मनुष्य निरंतर ਜਿਹੜਾ ਮਨੁੱਖ ਲਗਾਤਾਰ, हमको परमेश्वर का डर लगातार मानना है। ਸਾਨੂੰ ਪਰਮੇਸ਼ਰ ਦਾ ਜਿਹੜਾ ਡਰ ਹੈ, ਪਰਮੇਸ਼ਰ ਦਾ ਭੈ ਜਿਹੜਾ ਕਿ ਹਰ ਸਮੇਂ ਮੰਨਣਾ ਚਾਹੀਦਾ। दिन हो चाहे रात हो चाहे सुबह हो चाहे शाम हो, ਚਾਹੇ ਦਿਨ ਹੋਵੇ, ਚਾਹੇ ਰਾਤ ਹੋਵੇ, ਚਾਹੇ ਸਵੇਰ ਹੋਵੇ, ਚਾਹੇ ਸ਼ਾਮ ਹੋਵੇ, कोई भी काम कर लो, चाहे कोई भी बात कर रहे हैं, ਚਾਹੇ ਕੋਈ ਵੀ ਅਸੀਂ ਕੰਮ ਕਰਦੇ ਹੋਈ, ਚਾਹੇ ਕੋਈ ਵੀ ਗੱਲਬਾਤ ਕਰਦੇ ਹੋਈ, खाना पीना खा रहे हैं, चाहे चल फिर रहे हैं, ਚਾਹੇ ਖਾਣਾ ਪੀਣਾ ਖਾ ਰਹੇ ਹਾਂ, ਚਾਹੇ ਚੱਲ ਫਿਰ ਰਹੇ ਹਾਂ, सफर कर रहे हैं, ਚਾਹੇ ਅਸੀਂ ਸਫ਼ਰ ਕਰ ਰਹੇ ਹਾਂ, रिश्तेदार में जा रहे हैं, ਚਾਹੇ ਅਸੀਂ ਰਿਸ਼ਤੇਦਾਰੀ ਜਾ ਰਹੇ ਹਾਂ, कोई भी काम क्यों ना कर रहे हैं, ਕੋਈ ਵੀ ਕੰਮ ਕਿਉਂ ਨਾ ਕਰ ਰਹੇ ਹਾਂ, को लगातार प्रभु का डर मानना है। ਸਾਨੂੰ ਹਰ ਸਮੇਂ ਪਰਮੇਸ਼ਰ ਦਾ ਡਰ ਮੰਨਣਾ ਹੈ। किसका डर मानना है? ਕਿੰਦਾ ਡਰ ਮੰਨਣਾ ਹੈ? किसी इंसान का नहीं, ਕਿਸੇ ਇਨਸਾਨ ਦਾ ਨਹੀਂ, किसी मंत्री लीडर या पुलिस का नहीं, ਕਿਸੇ ਮੰਤਰੀ ਜਾਂ ਲੀਡਰ ਜਾਂ ਕਿਸੇ ਪੁਲਿਸ ਅਫਸਰ ਦਾ ਨਹੀਂ, बल्कि प्रभु का डर मानते ਬਲਕਿ ਪਰਮੇਸ਼ਰ ਦਾ ਭੈ ਮੰਨਦੇ ਰਹਿਣਾ ਚਾਹੀਦਾ। दुनिया के मंत्रियों का, लीडर्स का, पुलिस का रिस्पेक्ट करो। ਹਾਂ, ਦੁਨੀਆ ਦੇ ਮੰਤਰੀ ਦਾ, ਲੀਡਰਸ ਦਾ, ਪੁਲਿਸ ਅਫਸਰ ਦਾ ਰਿਸਪੈਕਟ ਕਰੋ। कोई भी सरकार के कानून को ना तोड़ो। ਕੋਈ ਵੀ ਸਰਕਾਰ ਦੇ ਕਾਨੂੰਨ ਜਿਹੜੇ ਬਣੇ ਉਹਨਾਂ ਨੂੰ ਨਾ ਤੋੜੋ। कानून को ना तोड़ोगे, ਜਦ ਤੁਸੀਂ ਸਰਕਾਰ ਦੇ ਕਾਨੂੰਨਾਂ ਨੂੰ ਨਹੀਂ ਤੋੜੋਗੇ आपको डरने की जरूरत नहीं। ਤੇ ਫਿਰ ਤੁਹਾਨੂੰ ਉਹਨਾਂ ਤੋਂ ਡਰਨ ਦੀ ਵੀ ਜ਼ਰੂਰਤ ਨਹੀਂ। परमेश्वर का भय, प्रभु का डर हर पीढ़ी मानना है। ਪਰ ਪਰਮੇਸ਼ਰ ਦਾ ਡਰ ਜਿਹੜਾ ਤੁਹਾਨੂੰ ਹਰ ਸਮੇਂ ਮੰਨਣਾ ਹੈ। आपको किसी इंसान का डर मानने की बाइबल नहीं कहती।
ਤੁਹਾਨੂੰ ਕਿਸੇ ਇਨਸਾਨ ਦਾ ਡਰ ਮੰਨਣ ਲਈ ਬਾਈਬਲ ਨਹੀਂ ਕਹਿੰਦੀ। बाइबल ये कहती है कि किसी इंसान का डर माना करो, ਬਾਈਬਲ ਇਹ ਨਹੀਂ ਕਹਿੰਦੀ ਕਿਸੇ ਇਨਸਾਨ ਦਾ ਮਨੁੱਖ ਦਾ ਡਰ ਮੰਨਿਆ ਕਰੋ, बल्कि प्रभु का डर हर वेले माना करो। ਬਲਕਿ ਪਰਮੇਸ਼ਰ ਦਾ ਡਰ ਹਰ ਸਮੇਂ ਮੰਨਿਆ ਕਰੋ। प्रभु का दास सुलेमान बादशाह उसके लिए क्या कहता है? ਤੇ ਪ੍ਰਭੂ ਦਾ ਦਾਸ ਸੁਲੇਮਾਨ ਬਾਦਸ਼ਾਹ ਕੀ ਇਸ ਬਾਰੇ ਕਹਿੰਦਾ ਹੈ? वो व्यक्ति धन्य है, ਉਹ ਇਨਸਾਨ ਧੰਨ ਹੈ। सुलेमान राजा के जरिए परमेश्वर इस मनुष्य को धन्य कहता है। ਯਾਨੀ ਕਿ ਸੁਲੇਮਾਨ ਬਾਦਸ਼ਾਹ ਦੇ ਜਰੀਏ ਪਰਮੇਸ਼ਰ ਉਸ ਇਨਸਾਨ ਉਸ ਮਨੁੱਖ ਨੂੰ ਧੰਨ ਕਹਿੰਦਾ ਹੈ। परमेश्वर उस इंसान को अच्छा इंसान कहता है। ਯਾਨੀ ਪਰਮੇਸ਼ਰ ਉਸ ਮਨੁੱਖ ਨੂੰ ਚੰਗਾ ਮਨੁੱਖ ਕਹਿੰਦਾ ਹੈ। परमेश्वर उस व्यक्ति की प्रशंसा करता है। ਯਾਨੀ ਕਿ ਪਰਮੇਸ਼ਰ ਉਸ ਮਨੁੱਖ ਦੀ ਤਾਰੀਫ ਕਰਦਾ ਹੈ। परमेश्वर उस व्यक्ति को आशीष देता है। ਯਾਨੀ ਕਿ ਪਰਮੇਸ਼ਰ ਉਸ ਮਨੁੱਖ ਨੂੰ ਬਰਕਤ ਦਿੰਦਾ ਹੈ। उस व्यक्ति को ब्लेसिंग देता है। ਪਰਮੇਸ਼ਰ ਉਸ ਇਨਸਾਨ ਨੂੰ ਆਸ਼ੀष ਦਿੰਦਾ ਹੈ। तो सुलेमान राजा कहता है, ਤਾਂ ਹੀ ਤਾਂ ਸੁਲੇਮਾਨ ਰਾਜਾ ਕਹਿੰਦਾ ਹੈ, जो मनुष्य प्रभु का निरंतर मानता है, ਜਿਹੜਾ ਇਨਸਾਨ ਹਰ ਸਮੇਂ ਪਰਮੇਸ਼ਰ ਦਾ ਡਰ ਮੰਨਦਾ ਹੈ वो व्यक्ति धन्य है। ਉਹ ਇਨਸਾਨ ਧੰਨ ਹੈ। जब हम भजन 112 की में पढ़े, ਜਦੋਂ ਅਸੀਂ ਭਜਨ ਸੰਹਿਤਾ 112 ਦੀ 1 ਵਿੱਚ ਪੜ੍ਹੀਏ, उसमें दाऊद राजा भी उस व्यक्ति को धन्य कहता है। ਉਸ ਦੇ ਵਿੱਚ ਦਾਊਦ ਰਾਜਾ ਵੀ ਉਸ ਇਨਸਾਨ ਨੂੰ ਧੰਨ ਕਹਿੰਦਾ ਹੈ। यहाँ की स्तुति करो, क्या ही धन्य है वह पुरुष जो यहोवा का भय मानता है। लेकिन दाऊद राजा भी क्या कहता है? ਦੇਖੋ ਦਾਊਦ ਰਾਜਾ ਵੀ ਕੀ ਕਹਿੰਦਾ ਹੈ धन्य है वह पुरुष ਕਿ ਉਹ ਧੰਨ ਹੈ ਪੁਰਸ਼ जो यहोवा का डर मानता है। ਜਿਹੜਾ ਯਹੋਵਾ ਦਾ ਡਰ ਮੰਨਦਾ ਹੈ। हालेलुया। ਹਾਲੇਲੂਇਆ। खुदा का डर मानने का मतलब क्या हुआ? ਪਰਮੇਸ਼ਰ ਦਾ ਡਰ ਮੰਨਣ ਦਾ ਮਤਲਬ ਕੀ ਹੋਇਆ? कई लोग सोचते हैं पता नहीं खुदा से क्यों डरना चाहिए, ਕਈ ਲੋਕ ਸੋਚਦੇ ਹਨ, ਪਤਾ ਨਹੀਂ ਪਰਮੇਸ਼ਰ ਤੋਂ ਕਿਉਂ ਡਰਨਾ ਚਾਹੀਦਾ, परमेश्वर को डराना चाहता है। ਪਤਾ ਨਹੀਂ ਪਰਮੇਸ਼ਰ ਸਾਨੂੰ ਡਰਾਉਣਾ ਚਾਹੁੰਦਾ ਹੈ। परमेश्वर के डर मानने का मतलब क्या है? ਪਰਮੇਸ਼ਰ ਦੇ ਡਰ ਮੰਨਣ ਦਾ ਮਤਲਬ ਕੀ इसको ਹੈ? ध्यान से समझो। ਇਹਨੂੰ ਪਹਿਲਾਂ ਧਿਆਨ ਨਾਲ ਸਮਝੋ, परमेश्वर का डर मानना ਫਿਰ ਪਰਮੇਸ਼ਰ ਦਾ ਡਰ ਮੰਨਣਾ ਹੈ। हर समय परमेश्वर को याद रखना है। ਹਰ ਪਲ ਹਰ ਘੜੀ ਹਰ ਸਮੇਂ ਪਰਮੇਸ਼ਰ ਨੂੰ ਯਾਦ ਰੱਖਣਾ ਹੈ। कोई भी काम कर रहे हैं, कभी जा रहे आ रहे हैं, ਤੁਸੀਂ ਕੋਈ ਵੀ ਕੰਮ ਕਰ ਰਹੇ ਹੋ, ਕਿਤੇ ਵੀ ਆ ਜਾ ਰਹੇ ਹੋ, आप कुछ भी क्यों ना कर रहे, ਤੁਸੀਂ ਕੁਝ ਵੀ ਕਿਉਂ ਨਾ ਕਰ ਰਹੇ ਹੋ, कुछ हर समय याद रखना है कि परमेश्वर मुझे देख रहा है। ਹਰ ਘੜੀ ਹਰ ਪਲ ਹਰ ਸਮੇਂ ਇਹ ਯਾਦ ਰੱਖਣਾ ਹੈ ਕਿ ਪਰਮੇਸ਼ਰ ਮੈਨੂੰ ਦੇਖ ਰਿਹਾ ਹੈ। पाप से दूरी बना के रखना। ਯਾਨੀ ਕਿ ਪਾਪ ਤੋਂ ਦੂਰੀ ਬਣਾ ਕੇ ਰੱਖਣਾ। जब आप हर पल परमेश्वर को याद रखोगे, ਜਦੋਂ ਤੁਸੀਂ ਹਰ ਸਮੇਂ ਪਰਮੇਸ਼ਰ ਨੂੰ ਯਾਦ किसी ਰੱਖੋਗੇ, भी काम करते हो जब परमेश्वर को याद रखोगे, ਕਿਸੇ ਵੀ ਕੰਮ ਕਰਦੇ ਵਕਤ ਪਰਮੇਸ਼ਰ ਨੂੰ ਜਦੋਂ ਯਾਦ ਰੱਖੋਗੇ, आप कभी भी पाप नहीं करोगे। ਤੁਸੀਂ ਕਦੇ ਵੀ ਪਾਪ ਨਹੀਂ ਕਰੋਗੇ। मुझे पता होगा परमेश्वर मुझे देख रहा है, ਜਦੋਂ ਤੁਹਾਨੂੰ ਇਹ ਗੱਲ ਪਤਾ ਹੋਏਗੀ परमेश्वर ਮੈਨੂੰ ਦੇਖ ਰਿਹਾ ਹੈ, पाप नहीं करोगे, ਤੁਸੀਂ ਪਾਪ ਨਹੀਂ गलती ਕਰੋਗੇ, नहीं करोगे, ਗਲਤੀ ਨਹੀਂ ਕਰੋਗੇ, कोई भी भूल नहीं करोगे, ਕੋਈ ਵੀ ਭੁੱਲ ਨਹੀਂ ਕਰੋਗੇ। किसी भी किस्म का ऐसा काम नहीं करोगे जिससे परमेश्वर का वचन टूटता हो। ਯਾਨੀ ਕਿਸੇ ਵੀ ਕਿਸਮ ਦਾ ਏਦਾਂ ਦਾ ਕੰਮ ਨਹੀਂ ਕਰੋਗੇ ਜਿੰਦੇ ਨਾਲ ਪਰਮੇਸ਼ਰ ਦਾ ਵਚਨ ਟੁੱਟਦਾ ਹੋਵੇ। हर काम भी हर बात भी परमेश्वर के वचन को पूरा करना। ਯਾਨੀ ਕਿ ਹਰ ਕੰਮ ਵਿੱਚ ਹਰ ਸਮੇਂ ਪਰਮੇਸ਼ਰ ਦੇ ਵਚਨਾਂ ਨੂੰ ਪੂਰਾ ਕਰਨਾ। जब परमेश्वर के वचन को हर काम में पूरा करते हो, ਜਦੋਂ ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਹਰ ਕੰਮ ਦੇ ਵਿੱਚ ਪੂਰਾ ਕਰਦੇ समझो ਹੋ, परमेश्वर का डर मानते ਸਮਝੋ ਤੁਸੀਂ ਪਰਮੇਸ਼ਰ ਦਾ ਡਰ हो, ਮੰਨਦੇ ਹੋ, समझो परमेश्वर को आदर देते ਸਮਝੋ हो, ਤੁਸੀਂ ਪਰਮੇਸ਼ਰ ਨੂੰ ਆਦਰ ਦਿੰਦੇ ਹੋ। उसके वचन को फॉलो करते हो, ਜਦੋਂ ਤੁਸੀਂ ਉਸਦੇ ਵਚਨਾਂ ਨੂੰ ਫੋਲੋ ਕਰਦੇ ਹੋ, जब उसके सेवकों का आदर करते हो, ਜਦੋਂ ਤੁਸੀਂ ਉਹਦੇ ਸੇਵਕਾਂ ਦਾ ਆਦਰ ਕਰਦੇ ਹੋ, परमेश्वर के सेवकों की बातें सुनते हो, ਜਦੋਂ ਤੁਸੀਂ ਪਰਮੇਸ਼ਰ ਦੇ ਸੇਵਕਾਂ ਦੀ ਗੱਲਾਂ ਨੂੰ ਸੁਣਦੇ ਹੋ, समझो परमेश्वर का आदर करते हो, ਸਮਝੋ ਤੁਸੀਂ ਪਰਮੇਸ਼ਰ ਦਾ ਆਦਰ ਕਰਦੇ ਹੋ, परमेश्वर का डर मानते हो, ਸਮਝੋ ਤੁਸੀਂ ਪਰਮੇਸ਼ਰ ਦਾ ਡਰ ਮੰਨਦੇ ਹੋ। परमेश्वर के वचन पर चलना भी परमेश्वर का भय मानना है। ਯਾਨੀ ਕਿ ਪਰਮੇਸ਼ਰ ਦੇ ਵਚਨਾਂ ਉੱਤੇ ਚੱਲਣਾ ਵੀ ਪਰਮੇਸ਼ਰ ਦਾ ਡਰ ਮੰਨਣਾ ਹੈ। आपको दीन बना के चलना भी परमेश्वर का डर मानना है। ਆਪਣੇ ਆਪ ਨੂੰ ਦੀਨ ਨਮਰ ਬਣਾ ਕੇ ਚੱਲਣਾ, ਇਹਦਾ ਮਤਲਬ ਪਰਮੇਸ਼ਰ ਦਾ ਡਰ ਮੰਨਣਾ ਹੈ। ਜੇ ਤੁਸੀਂ ਕਮੰਡ ਵਾਲਾ ਜੀਵਨ ਜੀਂਦੇ ਹੋ परमेश्वर का डर नहीं ਤਾਂ मानते। ਸਮਝੋ ਤੁਸੀਂ ਪਰਮੇਸ਼ਰ ਦਾ ਡਰ ਨਹੀਂ ਮੰਨਦੇ। आज का मनुष्य दूसरे मनुष्यों से तो डरता है, ਦੇਖੋ ਅੱਜ ਦਾ ਮਨੁੱਖ ਜਿਹੜਾ ਦੂਸਰੇ मनुੱਖਾਂ ਤੋਂ ਤਾਂ ਡਰਦਾ ਹੈ। कोई मनुष्यों से डरता है, कोई रिश्तेदारों से डरता है, ਕੋਈ ਆਪਣੇ ਪੜੋਸੀਆਂ ਤੋਂ ਡਰਦਾ ਹੈ, ਕੋਈ ਰਿਸ਼ਤੇਦਾਰਾਂ ਤੋਂ ਡਰਦਾ ਹੈ। कर्मचारी अपने बॉस से डरता है, ਇੱਕ ਕਰਮਚਾਰੀ ਜਿਹੜਾ ਹੁੰਦਾ ਹੈ ਆਪਣੇ ਮਾਲਕ ਤੋਂ ਡਰਦਾ ਹੈ, अपने वो ड्यूटी करता है, ਜਿੱਥੇ ਉਹ ਡਿਊਟੀ ਕਰਦਾ ਹੈ। कोई अपने स्वामी से डरता है, ਇੱਕ नौकर ਜਿਹੜਾ ਆਪਣੇ ਮਾलिक ਤੋਂ ਆਪਣੇ स्वामी ਤੋਂ ਡਰਦਾ ਹੈ। अपने विद्यार्थी अपने टीचर से डरता है, ਸਕੂਲ ਵਿੱਚ ਪੜਨ ਵਾਲੇ ਬੱਚੇ ਆਪਣੇ ਟੀਚਰਾਂ ਤੋਂ ਡਰਦੇ ਨੇ। कितनी दुनिया की चीजों से डरते हैं, ਅੱਜ ਅਸੀਂ ਦੁਨੀਆ ਦੀ ਕਿੰਨੀਆਂ ਚੀਜ਼ਾਂ ਤੋਂ ਡਰਦੇ ਹਾਂ। कितने लोग जीव जंतु जानवरों से डरते हैं, ਕਿੰਨੇ ਲੋਕ ਜਿਹੜੇ ਜੀਵ ਜੰਤੂ ਜਾਨਵਰਾਂ ਤੋਂ ਡਰਦੇ ਨੇ। मुसीबतों से चोट लगने से डरते हैं, ਕਿੰਨੇ ਲੋਕ ਗਮਾਂ ਤੋਂ, ਤਕਲੀਫਾਂ ਤੋਂ ਔਰ ਚੋਟ ਲੱਗਣ ਤੋਂ ਵੀ ਡਰਦੇ ਨੇ। एक्सीडेंट से डरते हैं, बीमारी से डरते हैं, ਕਿੰਨੇ ਲੋਕ ਐਕਸੀਡੈਂਟਾਂ ਤੋਂ, ਬਿਮਾਰੀਆਂ ਤੋਂ ਡਰਦੇ ਨੇ। जैसे पिछले दिनों कोरोना का कितना जोर चल रहा है, लोग कोरोना से डरते ਤੇ हैं, ਜਿਵੇਂ ਪਿਛਲੇ ਕਈ ਮਹੀਨਿਆਂ ਤੋਂ ਕਰੋਨਾ ਦਾ ਕਿੰਨਾ ਜ਼ੋਰ ਚੱਲ ਰਿਹਾ ਹੈ, ਜਿਸ ਤਰ੍ਹਾਂ ਕਿ ਨਾ कोरोना से डरते हैं। ਲੋਕ ਕਰੋਨਾ ਤੋਂ ਵੀ ਡਰਦੇ ਨੇ। अफसोस की बात क्या है, ਪਰ ਅਫਸੋਸ
ਅਫਸੋਸ ਦੀ ਗੱਲ ਇੱਥੇ ਕੀ ਹੈ? परमेश्वर का रचा गया इंसान परमेश्वर द्वारा रचा गया आज का इंसान अपनी सृष्टिकर्ता परमेश्वर से नहीं डरता, अपने बनाने वाले परमेश्वर तो नहीं डरता, अपनी सृष्टिकर्ता परमेश्वर से नहीं डरता, अपने सृष्टिकर्ता परमेश्वर तो नहीं डरता, जो उसका असली स्वामी है, जड़ा उसका असली स्वामी, जो उसका असली मालिक है, जड़ा उसका असली मालक है, जिसके हाथों में मनुष्य की जन्म मरण की भागदौड़ है, जिंदे हत्थां दे विच इंसान दी मौत ते जन्म दी भागदौड़ है, मरण की भागदौड़ है, जिंदे हत्थां विच जन्म दा ते मरण दा सारा हिसाब किताब है, तो इस स्वर्ग और नरक की कुंजी है, जिंदे हत्थां विच स्वर्ग ते नरक दी चाबियां ने। परमेश्वर के पास सारी स्वर्ग और पृथ्वी का जो मालिक है, जिस परमेश्वर दे कोल स्वर्ग और पृथ्वी दा सारा मालिक है, उससे इंसान डरता नहीं। उस तो इंसान डरदा नहीं। इसका मतलब क्या हुआ? इसका मतलब की होया? ये इंसानों से तो डरता है, इंसाना तो डरदा है परमेश्वर से नहीं डरता। पर परमेश्वर तो नहीं डरदा। अगर परमेश्वर से डरता होता, जेकर परमेश्वर तो डरदा होंदा कभी परमेश्वर को दुखी ना करता, वो कदे परमेश्वर ਨੂੰ दुखी ना करदा। अपने कामों के द्वारा, अपने ਕੰਮਾਂ ਦੇ ਦੁਆਰਾ, सोच विचारों के अपनी द्वारा, सोच ਵਿਚਾਰਾਂ ਦੇ ਦੁਆਰਾ, अपनी बातों के द्वारा, अपनी ਗੱਲਾਂ ਦੇ ਦੁਆਰਾ, अपनी चाल चलन के द्वारा, अपने चाल चलन द्वारा। यदि मनुष्य नाशवान मनुष्यों से, जीव जंतुओं से, बहुतों से तो डरता है, यानी कि ਅੱਜ ਦਾ ਮਨੁੱਖ ਜਿਹੜਾ ਨਾਸ਼ਵਾਨ ਚੀਜ਼ਾਂ ਤੋਂ, ਜੀਵ ਜੰਤੂਆਂ, ਜਾਨਵਰਾਂ ਤੋਂ ਤਾਂ ਡਰਦਾ ਹੈ, बहुतों से तो डरता है, ਬੰਮਾਂ ਤੋਂ, ਤੋਪਾਂ ਤੋਂ ਡਰਦਾ ਹੈ, बीमारियों से तो डरता है, ਬਿਮਾਰੀਆਂ ਤੋਂ ਤਾਂ ਡਰਦਾ ਹੈ, जो केवल उसके शरीर का नाश कर सकते ਜਿਹੜੇ ਸਿਰਫ ਉਸਦਾ ਸਰੀਰ ਦਾ ਨਾਸ਼ ਕਰ ਸਕਦੇ हैं। ਹੈ। देखो जीव जंतु क्या कर सकते हैं? आपके शरीर का नाश कर सकते हैं, ਦੇਖੋ ਜੀਵ ਜੰਤੂ ਕੀ ਕਰ ਸਕਦੇ? ਤੁਹਾਡੇ ਸਰੀਰ ਦਾ ਨੁਕਸਾਨ ਕਰ ਸਕਦੇ ਹੈ, आत्मा को तो नुकसान पहुंचा ਤੁਹਾਡੇ ਆਤਮਾ ਨੂੰ ਤਾਂ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ। तो भी बंदूक ये आपके शरीर का तो बहुत नुकसान कर सकते ਯਾਨੀ ਕਿ ਜਿਹੜੀ ਬੰਬ, ਤੋਪਾਂ, ਤਲਵਾਰਾਂ ਹੈ ਉਹ ਤੁਹਾਡੇ ਸਰੀਰ ਦਾ ਤਾਂ ਨੁਕਸਾਨ ਕਰ हैं, ਸਕਦੇ ਹੈ, जिनसे आप डरते हो, ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, लेकिन आत्मा को नुकसान तो नहीं पहुंचा सकते। ਪਰ ਤੁਹਾਡੇ ਆਤਮਾ ਨੂੰ ਤਾਂ ਕੋਈ ਨੁਕसान ਨਹੀਂ ਪਹੁੰਚਾ ਸਕਦੇ। कभी बीमारी आए, कोरोना आए, या कोई गंभीर बीमारी आ जाए, ये आपके शरीर का तो बहुत नुकसान कर सकते हैं। ਇਹ ਕੋਈ ਵੀ ਬਿਮਾਰੀ ਹੈ, ਚਾਹੇ ਕਰੋਨਾ ਦੀ ਬਿਮਾਰੀ, ਚਾਹੇ ਕੋਈ ਹੋਰ ਨਵੀਆਂ ਬਿਮਾਰੀਆਂ ਹੈ, ਜਿਹੜੇ ਤੁਹਾਡੇ ਸਰੀਰ ਦਾ ਨੁਕਸਾਨ ਤਾਂ ਕਰ ਸਕਦੀਆਂ ਨੇ, तो ये आत्मा का भी नुकसान कर सकते ਪਰ ਕੀ ਇਹ ਆਤਮਾ ਦਾ ਵੀ ਨੁਕसान कर सकती है? हैं। सर्वशक्तिमान परमेश्वर से डरता मनुष्य पर सर्वशक्तिमान परमेश्वर तो नहीं डरता इधर इंसान, कोई आकाश और पृथ्वी का मालिक, ਜਿਹੜਾ ਪੂਰਾ ਆਕਾਸ਼ ਤੇ ਪ੍ਰਿਥਵੀ ਦਾ ਮਾਲਕ ਹੈ, मनुष्य के शरीर के साथ साथ आत्मा को भी नाश कर सकता ਜਿਹੜਾ ਇਨਸਾਨ ਦੇ ਸਰੀਰ ਦੇ ਨਾਲ ਉਸਦੇ ਆਤਮਾ ਦਾ ਵੀ ਨਾਸ਼ ਕਰ ਸਕਦਾ ਹੈ। है। दुनिया की चीजें, दुनिया के इंसान, दुनिया की बीमारियों की भी मनुष्य के शरीर का तो नुकसान कर सकती है। ਯਾਨੀ ਕਿ ਦੁਨੀਆ ਦੀ ਚੀਜ਼ਾਂ, ਦੁਨੀਆ ਦੀ ਬੰਬ, ਤੋਪਾਂ, ਤਲਵਾਰਾਂ, ਦੁਨੀਆ ਦੀ ਬਿਮਾਰੀ ਜਿਹੜੀ ਸਰੀਰ ਦਾ ਨੁਕਸਾਨ ਤਾਂ ਕਰ ਸਕਦੀਆਂ ਹੈ, परमेश्वर उसके साथ साथ आत्मा को भी दुख में डाल सकता ਪਰ है। ਪਰਮੇਸ਼ਰ ਸਰੀਰ ਦੇ ਨਾਲ ਆਤਮਾ ਨੂੰ ਵੀ ਨਰਕ ਦੇ ਵਿੱਚ ਪਾ ਸਕਦਾ ਹੈ। बाइबल कहती है, मैं नहीं कहता। ਇਹ ਬਾਈਬਲ ਕਹਿੰਦਾ, ਮੈਂ ਨਹੀਂ ਕਹਿੰਦਾ। जितना भी बोलूंगा, प्रचार करूंगा, वचन से बाहर कुछ नहीं बोलूंगा। ਮੈਂ ਜਿੰਨਾ ਬੋਲਾਂਗਾ, ਪ੍ਰਚਾਰ ਕਰਾਂਗਾ, ਬਾਈਬਲ ਦੇ ਵਿੱਚ ਬੋਲਾਂਗਾ, ਬਾਹਰੋਂ ਕੁਝ ਨਹੀਂ ਬੋਲਾਂਗਾ। देखो मत्ती 10 का 28 में क्या कहता ਦੇਖੋ ਮੱਤੀ 10 ਅਧਿਆਇ ਦੀ 28 ਆਇਤ ਵਿੱਚ ਦੇਖੋ ਕੀ ਲਿਖਿਆ ਹੈ। जो शरीर को घात करते हैं पर आत्मा को नहीं कर सकते, उनसे मत डरना, पर उसी से डरो जो आत्मा और शरीर दोनों को नरक में डाल नाश कर सकता है। है। देखिए वचन में क्या लिखा है? ਦੇਖੋ ਬਚਨ ਵਿੱਚ ਕੀ ਲਿਖਿਆ ਹੈ? जो शरीर को घात कर सकते हैं, पर आत्मा को घात नहीं कर सकते। ਜਿਹੜੇ ਸਰੀਰ ਨੂੰ ਘਾਤ ਕਰ ਸਕਦੇ ਆ ਪਰ ਆਤਮਾ ਨੂੰ ਨਹੀਂ ਕਰ ਸਕਦੇ, उनसे मत डरो। ਉਹਨਾਂ ਤੋਂ ना डरो। उसको भी पढ़ दो, क्या लिखा वचन में? जो शरीर को घात करते हैं पर आत्मा को घात नहीं कर सकते, उनसे मत डरना। जो शरीर को तो आपके नुकसान पहुंचा सकते हैं, ਜਿਹੜੇ ਤੁਹਾਡੇ ਸਰੀਰ ਨੂੰ ਤਾਂ ਨੁਕਸਾਨ ਪਹੁੰਚਾ ਸਕਦੇ ਨੇ आत्मा को कोई नुकसान नहीं ਪਰ पहुंचा ਆਤਮਾ ਨੂੰ ਕੋਈ ਨੁਕਸਾਨ ਨਹੀਂ सकता। ਪਹੁੰਚਾ उनसे मत डरो। ਉਹਨਾਂ ਤੋਂ ਨਾ डरो। चाहे वो मनुष्य है, चाहे वो जीव जंतु जानवर है, चाहे वो मनुष्य है, चाहे वो जीव जंतु जानवर है, चाहे कोई भी बंदूक तोपे है, चाहे कोई भी बम, बंदूक, तलवारा नहीं, कुछ भी है, कोई भी बीमारी ना, चाहे कुछ बीमारी क्यों ना हो, साफ कहता है, उनसे मत डरो। वचन साफ कहता है कि उन्हें तो ना डरो। लेकिन पर उसी से डरो जो आत्मा और शरीर दोनों को नरक में नाश कर सकता है। उससे डरो ਉਹਨੇ ਤੋਂ ਡਰੋ जो आत्मा को भी शरीर को भी दोनों को नरक में डाल सकता ਜਿਹੜਾ ਆਤਮਾ ਨੂੰ ਵੀ ਤੇ ਸਰੀਰ ਨੂੰ ਵੀ ਦੋਨਾਂ ਨੂੰ ਨਰਕ ਵਿੱਚ ਪਾ ਸਕਦਾ है। ਹੈ। उससे डरो। ਉਹਦੇ ਤੋਂ ਡਰੋ। लेकिन अफसोस की बात, ਪਰ ਅਫਸੋਸ ਦੀ ਗੱਲ, मनुष्य उससे डरता नहीं। ਇਨਸਾਨ ਉਹਦੇ ਤੋਂ ਡਰਦਾ ਨਹੀਂ। दुनिया में लोग उस परमेश्वर से डरते नहीं। ਕਿੰਨੇ ਦੁਨੀਆ ਦੇ ਲੋਕ ਉਸ ਮਾਲਕ ਤੋਂ ਡਰਦੇ ਨਹੀਂ। कितनी दुनिया के लोग उस परमेश्वर से डरते नहीं। ਕਿੰਨੇ ਦੁਨੀਆ ਦੇ ਲੋਕ ਉਸ ਪਰਮੇਸ਼ਰ ਤੋਂ ਡਰਦੇ ਨਹੀਂ जो आत्मा और शरीर दोनों को नाश कर सकता ਜਿਹੜੇ ਆਤਮਾ ਦੇ ਸਰੀਰ ਦੋਨਾਂ ਨੂੰ ਨਾਸ਼ ਕਰ ਸਕਦਾ है। ਹੈ। एक चीज सोच कर देखो, ਇੱਕ ਚੀਜ਼ ਤੁਸੀਂ ਸੋਚ ਕੇ ਦੇਖੋ, ये तो अच्छी बात है कि बच्चों को माँ बाप से डरना चाहिए, ਇਹ ਤਾਂ ਚੰਗੀ ਗੱਲ ਹੈ ਕਿ ਬੱਚਿਆਂ ਨੂੰ ਆਪਣੇ ਮਾਪਿਓ ਤੋਂ ਡਰਨਾ ਚਾਹੀਦਾ ਹੈ, आदर करना चाहिए, ਉਹਨਾਂ ਦਾ ਆਦਰ ਕਰਨਾ ਚਾਹੀਦਾ ਹੈ। छोटों को बड़ों से डरना चाहिए, ਯਾਨੀ ਕਿ ਛੋਟਿਆਂ ਨੂੰ ਵੱਡਿਆਂ ਤੋਂ ਡਰਨਾ ਚਾਹੀਦਾ ਹੈ, आदर करना चाहिए। ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ। वचन कहता है, ये लोग ये दिन के साथ में
और वचन कहता भी है रोमियो 13 अध्याय दी 7 आयत विच, क्या कहता है? जिससे डरना चाहिए उससे डरो, जिसका आदर करना चाहिए उसका आदर करो। हालेलुया। हालेलुया। देखो प्रभु का दास पुरुष क्या देखो प्रभु दा दास संत पौलुस की कहंदा है, जिससे डरना चाहिए उसे डरो, जिंदे तो डरना चाहिए उहदे तो डरो, पाप से डरो, पाप तो डरो। पाप करते हो पुलिस से डरो, जेकर तुसी पाप करदे तो पुलिस तो डरो, मंत्रियों से डरो, लीडरों से डरो। मंत्रियों तो डरो, लीडर्स तो डरो। देखो ये पाप नहीं करते, पर जे तुसी पाप नहीं करते, गड़बड़ नहीं करते, कोई गड़बड़ नहीं करते, तो उनसे क्यों डरना? फिर उन्हां तो क्यों डरना चाहिए? जिससे डरना चाहिए उसे डरो, जिन्हां तो डरना चाहिए उन्हां तो डरो, आदर करना चाहिए उसका आदर करो। जिन्हां दा आदर करना चाहिए उन्हां दा आदर करो। एक कर्मचारी को अपनी बॉस से डरना चाहिए, एक कर्मचारी ਨੂੰ ਆਪਣੇ ਬੌਸ ਤੋਂ ਡਰਨਾ ਚਾਹੀਦਾ ਹੈ ताकि उनका आदर करना चाहिए। ਕਿ ਉਹਨਾਂ ਦਾ ਆਦਰ ਵੀ ਕਰਨਾ ਚਾਹੀਦਾ ਹੈ। सबसे ज्यादा जरूरी हमसे किससे डरना चाहिए? ਪਰ ਸਭ ਤੋਂ ਜ਼ਿਆਦਾ ਔਰ ਜ਼ਰੂਰੀ ਸਾਨੂੰ ਕਿੰਦੇ ਤੋਂ ਡਰਨਾ ਚਾਹੀਦਾ ਹੈ? सृष्टिकर्ता परमेश्वर से। ਆਪਣੇ ਸ੍ਰਿਸ਼ਟੀਕਰਤਾ ਪਰਮੇਸ਼ਰ ਤੋਂ। सबसे ज्यादा और सबसे महत्वपूर्ण बात है अपने सृष्टिकर्ता परमेश्वर से डरो। ਸਭ ਤੋਂ ਜ਼ਿਆਦਾ ਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਆਪਣੇ ਸ੍ਰਿਸ਼ਟੀਕਰਤਾ ਪਰਮੇਸ਼ਰ ਤੋਂ ਡਰੋ। देखो पतरस 2:17 में क्या? ਦੇਖੋ 1 ਪਤਰਸ 2 ਅਧਿਆਇ ਦੀ 17 ਆਇਤ ਵਿੱਚ ਕੀ ਲਿਖਿਆ ਹੈ? सबका आदर करो, भाइयों से प्रेम रखो, परमेश्वर से डरो। हालेलुया। सबका आदर करो, ਸਾਰਿਆਂ ਦਾ ਆਦਰ ਕਰੋ, भाइयों से प्रेम रखो, ਭਰਾਵਾਂ ਨਾਲ ਪ੍ਰੇਮ ਰੱਖੋ परमेश्वर से डरो। ਤੇ ਪਰਮੇਸ਼ਰ ਤੋਂ ਡਰੋ। हालेलुया। ਹਾਲੇਲੂਇਆ। हालेलुया। ਹਾਲੇਲੂਇਆ। परमेश्वर से डरने का मतलब परमेश्वर का आदर करो, ਪਰਮੇਸ਼ਰ ਤੋਂ ਡਰਨ ਦਾ ਮਤਲਬ ਪਰਮੇਸ਼ਰ ਦਾ ਰਿਸਪੈਕਟ ਕਰੋ, परमेश्वर का आदर करो। ਪਰਮੇਸ਼ਰ ਦਾ ਆਦਰ ਕਰੋ। परमेश्वर का आदर करने का मतलब क्या हुआ? ਪਰਮੇਸ਼ਰ ਦੇ ਆਦਰ ਕਰਨ ਦਾ ਮਤਲਬ ਕੀ ਹੋਇਆ? उसके वचन पर चलते हैं, ਜਦੋਂ ਤੁਸੀਂ ਉਹਦੇ ਵਚਨਾਂ ਤੇ ਚੱਲਦੇ ਹੋ, उसके नक्शे कदमों पर चलते ਉਹਦੇ हो, ਨਕਸ਼ੇ ਕਦਮਾਂ ਤੇ ਚੱਲਦੇ ਹੋ, समझो आप उसका आदर करते हो, ਸਮਝੋ ਤੁਸੀਂ ਉਹਦਾ ਆਦਰ ਕਰਦੇ जब ਹੋ। उसका आदर करते ਤੇ हो ਜਦੋਂ ਤੁਸੀਂ ਉਹਦਾ ਆਦਰ ਕਰਦੇ समझो ਹੋ परमेश्वर से डरते ਤੇ ਸਮਝੋ ਤੁਸੀਂ ਪਰਮੇਸ਼ਰ ਤੋਂ ਡਰਦੇ ਹੋ। हालेलुया। ਹਾਲੇਲੂਇਆ। जितना परमेश्वर का भय रखते हुए जिंदगी जीते जाएंगे, ਜਿੰਨਾ ਪਰਮੇਸ਼ਰ ਦਾ ਡਰ ਰੱਖਦੇ ਹੋਏ ਜ਼ਿੰਦਗੀ ਜਿੰਦੇ ਜਾਵਾਂਗੇ, जितना परमेश्वर का डर रखते हुए दिन को गुजारेंगे, ਜਿੰਨਾ ਅਸੀਂ ਪਰਮੇਸ਼ਰ ਦਾ ਡਰ ਮੰਨਦੇ ਹੋਏ ਆਪਣੇ ਦਿਨਾਂ ਨੂੰ ਗੁਜ਼ਾਰਾਂਗੇ, उतना परमेश्वर हमको ऊंचा करेगा, ਉਹਨਾਂ ਪਰਮੇਸ਼ਰ ਸਾਨੂੰ ਉੱਚਾ ਚੱਕੇਗਾ, हमसे वो खुश होगा, ਸਾਡੇ ਤੋਂ ਖੁਸ਼ ਹੋਵੇਗਾ, हमसे वो बातें करेगा, ਸਾਡੇ ਨਾਲ ਉਹ ਗੱਲਬਾत ਕਰੇਗਾ, वो धन्य कहेगा। ਸਾਨੂੰ ਉਹ ਧੰਨ ਕਵੇਗਾ। हालेलुया। हालेलुया। और जब हमसे खुश होगा, ਪਰ ਜਦੋਂ ਸਾਡੇ ਤੋਂ ਖੁਸ਼ ਹੋਵੇਗਾ, हमको जिताएगा, ਸਾਨੂੰ ਉੱਚਾ ਚੱਕੇਗਾ, तरक्की देगा, ਸਾਨੂੰ ਤਰੱਕੀ ਦੇਵੇਗਾ, आशीष देगा। ਸਾਨੂੰ ਆਸ਼ੀष ਦੇਵੇਗਾ। हालेलुया। ਹਾਲੇਲੂਇਆ। ये मेरे विचार थे, मैं वचन में से आपको साबित ਇਹ करूंगा। ਮੇਰੇ ਵਿਚਾਰ नहीं बल्कि मैं वचन से ਤੁਹਾਨੂੰ ਸਾਬਿਤ ਕਰਾਂ। वचन में से साबित करूंगा कि परमेश्वर के डर के बारे में बाइबल क्या कहती है। वचन ਵਿੱਚ ਮੈਂ ਸਾਬਿਤ ਕਰਾਂਗਾ ਕਿ ਪਰਮੇਸ਼ਰ ਦੇ ਭੈ ਮੰਨਣ ਬਾਰੇ ਬਾਈਬਲ ਕੀ ਦੱਸਦੀ ਹੈ। बाइबल में कितनी जगह लिखा है परमेश्वर का डर मानने। ਬਾਈਬਲ ਵਿੱਚ ਕਿੰਨੀ ਥਾਂ ਤੇ ਲਿਖਿਆ ਪਰਮੇਸ਼ਰ ਦਾ ਡਰ ਮੰਨਿਆ ਕਰੋ। हालेलुया। ਹਾਲੇਲੂਇਆ। सबसे पहला पॉइंट, ਸਭ ਤੋਂ ਪਹਿਲਾ ਪੁਆਇंट, परमेश्वर का भय मानने से बुद्धि बढ़ती है। ਪਰਮੇਸ਼ਰ ਦਾ ਡਰ ਮੰਨਣ ਦੇ ਨਾਲ ਬੁੱਧੀ ਵੱਧਦੀ ਹੈ। मैं आपको बता कि जब आप कुछ बात की परमेश्वर का भय मानने से क्या क्या होता है। ਯਾਨੀ ਕਿ ਮੈਂ ਕੁਝ ਪੁਆਇंट ਤੁਹਾਨੂੰ ਦੱਸ ਕੇ ਚੱਲਾਂਗਾ ਕਿ ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਕੀ ਹੁੰਦਾ ਹੈ। आप उस परमेश्वर का डर मानते हो, ਜੇ ਤੁਸੀਂ ਉਸ ਪਰਮੇਸ਼ਰ ਦਾ ਡਰ ਮੰਨਦੇ ਹੋ उसका आपको फायदा क्या क्या मिलेगा, ਤੇ ਉਹਦਾ ਤੁਹਾਨੂੰ ਫਾਇਦਾ ਕੀ ਮਿਲੇਗਾ, कितने प्रभाव होंगे। ਉਹਦੇ ਕੀ ਤੁਹਾਡੇ ਉੱਤੇ ਪ੍ਰਭਾਵ ਹੋਣਗੇ। सबसे पहला फायदा क्या मिलेगा, ਸਭ ਤੋਂ ਪਹਿਲਾ ਫਾਇਦਾ ਕੀ ਹੋਏਗਾ? परमेश्वर का डर मानने वाले की बुद्धि बढ़ती है। ਪਰਮੇਸ਼ਰ ਦਾ ਭੈ ਮੰਨਣ ਵਾਲੇ ਦੀ ਬੁੱਧੀ ਵੱਧਦੀ ਹੈ। वचन कहता है, ਇਹ ਮੈਂ ਨਹੀਂ ਕਹਿੰਦਾ, ਵਚਨ ਕਹਿੰਦਾ। पढ़ लो अय्यूब की किताब 28 अध्याय की 28 आयत। तब उसने मनुष्य से कहा, देख प्रभु का भय मानना यही बुद्धि है। देखो अय्यूब क्या कहता है, देखो अय्यूब की कहता है, प्रभु का भय मानना यही बुद्धि है। प्रभु ਦਾ ਭੈ ਮੰਨਣਾ ਹੀ ਜੋ ਬੁੱਧੀ ਹੈ। परमेश्वर का डर मानते ਜੇ ਤੁਸੀਂ ਪਰਮੇਸ਼ਰ ਦਾ ਡਰ ਮੰਨਦੇ ਹੋ, हो, जीवन का परमेश्वर का डर रखते हो, ਆਪਣੇ ਜੀਵਨਾਂ ਦੇ ਵਿੱਚ ਪਰਮੇਸ਼ਰ ਦਾ ਡਰ ਰੱਖਦੇ ਹੋ, ਤੇ ਸਮਝ ਲਓ ਤੁਸੀਂ ਬੁੱਧੀਮਾਨ ਇਨਸਾਨ ਹੋ। आपकी बुद्धि का पता लगता है, ਇਹਦੇ ਨਾਲ ਤੁਹਾਡੀ ਬੁੱਧੀ ਦਾ ਪਤਾ ਚੱਲਦਾ इससे ਹੈ, आपकी बुद्धि बढ़ती है। ਇਹਦੇ ਨਾਲ ਤੁਹਾਡੀ ਬੁੱਧੀ ਵੱਧਦੀ ਹੈ। एक जगह ते नीति वचन 9 अध्याय की 10 आयत देखो, सुलेमान बादशाह की कहता है, यहोवा का भय मानना बुद्धि का आरंभ है। हालेलुया। हालेलुया। देखो सुलेमान बादशाह क्या कहता है, देखो सुलेमान बादशाह की कहता है, इससे बुद्धि का आरंभ होता है। परमेश्वर ਦਾ ਭੈ ਮੰਨਣ ਦੇ ਨਾਲ ਬੁੱਧੀ ਦੀ ਸ਼ੁਰੂਆਤ ਹੁੰਦੀ ਹੈ। चाहते हो आपकी बुद्धि बढ़े, ਜੇਕਰ ਤੁਸੀਂ ਚਾਹੁੰਦੇ ਤੁਹਾਡੀ ਬੁੱਧੀ ਵਧੇ, आपके बच्चों की बुद्धि बढ़े, ਤੁਹਾਡੇ ਬੱਚਿਆਂ ਦੀ ਬੁੱਧੀ ਵਧੇ, पैमाना को ਪਰਮੇਸ਼ਰ ਦਾ ਭੈ ਮੰਨਿਆ ਕਰੋ। हर पीढ़ी चलती बैठती उठती सकती, ਹਰ ਸਮੇਂ, ਹਰ ਘੜੀ, ਹਰ ਪਲ ਚਲਦੇ ਉੱਠਦੇ ਬੈਠਦੇ ਸਮੇਂ हम सभी चाहते हैं आपकी बुद्धि बढ़े, ਕਿ ਤੁਸੀਂ ਸਾਰੇ ਚਾਹੁੰਦੇ ਹੋ ਤੁਹਾਡੀ ਬੁੱਧੀ ਵਧੇ, चाहते हैं आपके बच्चों की बुद्धि ਕਿ बढ़े, ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚਿਆਂ ਦੀ ਬੁੱਧੀ ਵਧੇ, जिंदगी में खुशी आए, ਤੁਹਾਡੇ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਬਣਨ, बच्चों की बातचीत में बुद्धि नजर आए, ਤੁਹਾਡੇ ਬੱਚਿਆਂ ਦੀ ਗੱਲਬਾਤ ਦੇ ਵਿੱਚ ਬੁੱਧੀ ਨਜ਼ਰ ਆਵੇ, उनके अंदर को देखा
ਉਹਨਾਂ ਦੇ ਅੰਦਰ ਪਰਮੇਸ਼ਰ ਦਾ ਡਰ ਰੱਖਿਆ ਕਰੋ। ਤੋ ਇਸ ਦੇ ਉਲਟ ਅਗਰ ਤੁਸੀਂ ਪਰਮੇਸ਼ਰ ਦਾ ਡਰ ਨਹੀਂ ਰੱਖਦੇ, ਤੁਹਾਡੀ ਬੁੱਧੀ ਜਿਹੜੀ ਘਟਦੀ ਜਾਵੇਗੀ, ਤੁਹਾਡਾ ਦਿਮਾਗ ਜਿਹੜਾ ਮੋਟਾ ਹੁੰਦਾ ਜਾਵੇਗਾ। ਜਿਸ ਜੀਵਨ ਦੇ ਵਿੱਚ ਖੁਦਾਵੰਦ ਦਾ ਡਰ ਨਹੀਂ ਹੁੰਦਾ, ਉਸ ਜੀਵਨ ਦੇ ਵਿੱਚ ਪਰਮੇਸ਼ਰ ਦੀ ਬੁੱਧੀ ਕਦੇ ਨਹੀਂ ਵਧੇਗੀ। ਹਾਂ, ਦੁਨੀਆ ਦੀ ਬੁੱਧੀ ਤਾਂ ਵੱਧ ਜਾਵੇਗੀ, ਪਰ ਪਰਮੇਸ਼ਰ ਦੇ ਵੱਲੋਂ ਬੁੱਧੀ ਨਹੀਂ ਵਧੇਗੀ। ਦੂਸਰਾ ਫਾਇਦਾ, ਪਰਮੇਸ਼ਰ ਦਾ ਭੈ ਮੰਨਣ ਵਾਲੇ ਇਨਸਾਨ ਦੇ ਉੱਪਰ ਪਰਮੇਸ਼ਰ ਅਕਾਲ ਦੇ ਦਿਨਾਂ ਵਿੱਚ ਵੀ ਉਸ ਨੂੰ ਬਚਾ ਕੇ ਰੱਖਦਾ ਹੈ। ਕੋਈ ਵੀ ਇਨਸਾਨ ਜਿਹੜਾ ਪਰਮੇਸ਼ਰ ਦਾ ਡਰ ਮੰਨ ਕੇ ਜ਼ਿੰਦਗੀ ਜਿੰਦਾ ਹੈ, ਸਾਰੀ ਦੁਨੀਆ ਵਿੱਚ ਬੇਸ਼ੱਕ ਅਕਾਲ ਪੈ ਜਾਵੇ, ਪਰ ਪਰਮੇਸ਼ਰ ਅਕਾਲ ਦੇ ਦਿਨਾਂ ਵਿੱਚ ਵੀ ਆਪਣੇ ਭੈ ਮੰਨਣ ਵਾਲੇ ਲੋਕਾਂ ਨੂੰ ਬਚਾ ਕੇ ਰੱਖੇਗਾ। ਚਾਰੋਂ ਤਰਫ ਖਾਣ ਪੀਣ ਦੀ ਕਮੀ ਪੈ ਜਾਏਗੀ, ਅਨਾਜ ਦੀ ਘਟੀ ਪੈ ਜਾਏਗੀ, ਪਰ ਪਰਮੇਸ਼ਰ ਦਾ ਡਰ ਮੰਨਣ ਵਾਲੇ, ਪਰਮੇਸ਼ਰ ਦਾ ਭੈ ਮੰਨਣ ਵਾਲੇ ਲੋਕ ਕਦੇ ਭੁੱਖੇ ਨਹੀਂ ਰਹਿੰਦੇ। ਉਹਨਾਂ ਦੇ ਜੀਵਨ ਵਿੱਚ ਕਿਸੇ ਚੀਜ਼ ਦੀ ਘਟੀ ਨਹੀਂ ਰਹਿੰਦੀ। देखो दाऊद राजा भजन संहिता जबूरा की किताब 33 अध्याय 18-19 ਵਿੱਚ ਕੀ ਕਹਿੰਦਾ ਹੈ? देखो यहोवा की दृष्टि उसके दरवायों पर और उन पर जो उसकी करुणा की आशा रखते हैं बनी रहती है, कि वह उनके प्राण को मृत्यु से बचाए और अकाल के समय उनको जीवित रखे। देखो परमेश्वर का वचन की दसदा है, परमेश्वर अपने डर मनण वाले ਨੂੰ ਅਕਾਲ ਦੇ ਦਿਨਾਂ ਵਿੱਚ ਵੀ ਜਿੰਦਾ ਰੱਖਦਾ ਹੈ। किन्नी भयंकर कोरोना वर्गी बीमारी क्यों ना आ जाए, चाहे कोई इस तो भी भयानक क्यों ना आ जाए। देखो पिछले दिनों कोरोना का काल चलिया, किन्नी जड़ी की तकलीफा लोगों ते किन्ना अकाल पै गया जब चारों तरफ लॉकडाउन चल रहा है। पर एक गल देखने को मिली, खुदावंद दे भगतां नूं खुदा दा डर मनण वाले नूं किसी चीज दी घाटा नहीं पिया, ਉਹਨਾਂ ਦੇ ਉੱਪਰ ਕਾਲ ਨਹੀਂ ਪਿਆ, ਪਰਮੇਸ਼ਰ ਉਹਨਾਂ ਨੂੰ ਬਚਾ ਕੇ ਰੱਖਿਆ। ਪਰ ਇਸ ਦੇ ਉਲਟ ਜਿਹੜੇ ਖੁਦਾਵੰਦ ਦਾ ਡਰ ਕੋਈ ਨਹੀਂ ਮੰਨਦਾ, ਪਰਮੇਸ਼ਰ ਏਦਾਂ ਦੇ ਸਮੇਂ 'ਚ ਉਹਨੂੰ ਬਚਾਏਗਾ ਨਹੀਂ। ਹਾਲੇਲੂਇਆ। ਤੀਸਰਾ ਫਾਇਦਾ, ਪਰਮੇਸ਼ਰ ਦੇ ਡਰਵਿਆਂ ਦੇ, ਪਰਮੇਸ਼ਰ ਦਾ ਭੈ ਮੰਨਣ ਵਾਲੇ ਦੇ ਚਾਰੋਂ ਤਰਫ ਉਸ ਦਾ ਦੂਤ ਜਿਹੜਾ ਛਾਵਨੀ ਕੀਤੇ ਹੋਏ ਉਹਨਾਂ ਨੂੰ ਬਚਾਉਂਦਾ ਰਹਿੰਦਾ ਹੈ। ਜੇਕਰ ਖੁਦਾਵੰਦ ਦੇ ਲੋਕੋ ਤੁਸੀਂ ਪਰਮੇਸ਼ਰ ਦਾ ਡਰ ਮੰਨਦੇ, ਹਰ ਸਮੇਂ ਪਰਮੇਸ਼ਰ ਦੇ ਦੂਤ ਜਿਹੜੇ ਆ ਤੁਹਾਡੇ ਚਾਰੋਂ ਤਰਫ ਬੜਾ ਬੰਦ ਕੇ ਤੁਹਾਨੂੰ ਬਚਾ ਕੇ ਰੱਖਦੇ। ਪਰਮੇਸ਼ਰ ਆਪਣੇ ਦੂਤਾਂ ਦੀ ਬਾੜ ਨੂੰ ਆਪਣੇ ਡਰਵਿਆਂ ਦੇ ਚਾਰੋਂ ਤਰਫ ਲਗਾ ਕੇ ਰੱਖਦਾ ਹੈ। ਚਾਹੇ ਤੁਸੀਂ ਆਪਣੇ ਘਰਾਂ ਵਿੱਚ ਹੋ, ਬਿਜ਼ਨਸ ਤੇ ਹੋ, ਚਾਹੇ ਡਿਊਟੀਆਂ ਤੇ ਹੋ, ਚਾਹੇ ਤੁਸੀਂ ਸਫ਼ਰ ਤੇ ਹੋ, ਕਿਤੇ ਵੀ ਕਿਉਂ ਨਾ ਪਹੁੰਚੇ, ਪਰਮੇਸ਼ਰ ਆਪਣੇ ਡਰ ਮੰਨਣ ਵਾਲੇ ਦੇ ਜੀਵਨਾਂ ਵਿੱਚ ਚਾरों तरफ परमेश्वर अपना बाड़ा लगा के रखता है। पढ़ लो भजन संहिता 34 अध्याय 7 है। यहोवा के डरवाइयों के चारों ओर उसका दूत छावनी किए हुए उनको बचाता है। देखो दाऊद की कहता है, परमेश्वर ਦਾ ਭੈ ਮੰਨਣ ਵਾਲੇ ਦੇ ਚਾਰੋਂ ਵੱਲ ਉਸ ਦਾ ਦੂਤ ਜਿਹੜਾ ਬੜਾ ਬਣ ਕੇ ਉਹਨੂੰ ਬਚਾਉਂਦਾ ਰਹਿੰਦਾ ਹੈ। परमेश्वर ਦੇ ਡਰ ਮੰਨਣ ਵਾਲੇ ਤੁਹਾਨੂੰ ਇੱਕ ਗੱਲ ਪਤਾ ਨਹੀਂ, ਜੇਕਰ ਤੁਸੀਂ ਸੱਚੇ ਪਰਮੇਸ਼ਰ ਦਾ ਭੈ ਮੰਨਦੇ ਹੋ, ਤੁਹਾਨੂੰ ਪਰਮੇਸ਼ਰ ਦੇ ਦੂਤ ਨਜ਼ਰ ਆਉਣ ਚਾਹੀਦੇ ਹਨ। ਇੱਕ ਵੱਡੀ ਸਿਕਿਉਰਿਟੀ ਪਰਮੇਸ਼ਰ ਦੇ ਵੱਲੋਂ ਜਿਹੜੀ ਤੁਹਾਡੇ ਚਾਰੋਂ ਵੱਲ ਲੱਗੀ ਰਹਿੰਦੀ ਹੈ, ਤਾਂ ਕਿ ਕੋਈ ਦੁਸ਼ਟ ਦੀ ਸ਼ਕਤੀ ਤੁਹਾਨੂੰ ਛੂ ਨਾ ਪਾਵੇ, ਤਾਂ ਕਿ ਕੋਈ ਦੁਸ਼ਟ ਦਾ ਬੰਦਾ ਤੁਹਾਨੂੰ ਛੂਵੇ ਨਾ। ਪਰ ਇਸ ਦੇ ਉਲਟ ਜਿਹੜੇ ਲੋਕ ਪਰਮੇਸ਼ਰ ਦਾ ਭੈ ਨਹੀਂ ਮੰਨਦੇ, ਪਰਮੇਸ਼ਰ ਆਪਣੇ ਦੂਤਾਂ ਦੀ ਬਾੜ ਜਿਹੜੇ ਉਹਨਾਂ ਦੇ ਚਾਰੋਂ ਵੱਲ ਲਗਾ ਕੇ ਨਹੀਂ ਰੱਖਦਾ। ਚੌਥਾ ਫਾਇਦਾ, ਵਚਨ ਦੱਸਦਾ ਹੈ ਪਰਮੇਸ਼ਰ ਦਾ ਭੈ ਮੰਨਣ ਵਾਲੇ ਨੂੰ ਕਿਸੇ ਚੰਗੀ ਚੀਜ਼ ਦੀ ਘਾਟਾ ਨਹੀਂ ਹੁੰਦੀ। ਜਿਹੜਾ ਕੁਝ ਉਹਨਾਂ ਦੇ ਜੀਵਨਾਂ ਦੀ ਜ਼ਰੂਰਤਾਂ ਹੁੰਦੀਆਂ ਪਰਮੇਸ਼ਰ ਉਹਨਾਂ ਨੂੰ ਮੁਹੱਈਆ ਕਰਾਉਂਦਾ ਹੈ। ਤੁਹਾਨੂੰ ਕਿਸੇ ਚੀਜ਼ ਤੋਂ ਡਰਨ ਨਹੀਂ, ਪਰ
ਪਰਮੇਸ਼ਰ ਤੋਂ ਡਰਨ ਦੀ ਜ਼ਰੂਰਤ ਹੈ। ਆਪਸ ਆਪਣੇ ਕੰਮਾਂ ਵਿੱਚ ਮਗਨ ਰਹੋ। ਬਸ ਪਰਮੇਸ਼ਰ ਵੱਲ ਤੱਕਦੇ ਰਹੋ। ਪਰਮੇਸ਼ਰ ਉੱਤੇ ਸਾਰਾ ਕੁਝ ਪਾ ਕੇ ਰੱਖੋ। ਪਰਮੇਸ਼ਰ ਤੁਹਾਡੇ ਜੀਵਨ ਵਿੱਚ ਕਿਸੇ ਚੀਜ਼ ਦੀ ਘਟੀ ਨਹੀਂ ਹੁੰਦਾ ਪਰ ਸ਼ਰਤ ਹੈ ਕਿ ਜੇਕਰ ਤੁਸੀਂ ਖੁਦਾਵੰਦ ਦਾ ਡਰ ਮੰਨਦੇ ਹੋ। देखो जबूरा की किताब दाऊद राजा 34 अध्याय उनकी अगे आयत विच की कहना 9 आयत विच, हे यहोवा के पवित्र लोगों, उसका भय मानो, क्योंकि उसके डरवाइयों को किसी बात की घटी नहीं होती। उनका भय मनन वाले नु किसी चीज का घाटा नहीं पैंदा। चाहे लॉकडाउन हो, चाहे चारों तरफ पूरा तीरथ बंद चल रहा हो, परमेश्वर उन्हां दी निगाहबानी करता है। बाइबल विच लिखिया कि प्रभु दे दास एलिया नु जेड़े कि कोई रोटी लिया के दिया करदे सी। इजराइली लोग जब जंगल विच होया करदे, परमेश्वर उन्हां लई स्वर्ग तो मन्ना गिराया करदा सी। उस दे डर मनन वाले नु किसी चीज दे घाटा नहीं रहन देगा। पर जे तुसी उनदा डर नहीं मनदे, तुहानू किसी भी चीज दा घाटा पै सकदा है। तुहानू चाहे अनाज होवे, चाहे पैसा होवे, चाहे किसी भी चीज का घाटा पै सकता है। पंजवां फायदा, परमेश्वर का भय मनन वाले परिवार में सुख शांति बनी रहती है। जेड़े परमेश्वर का डर मनन वाले परिवार होंदे, उन्हां दे पिता नू, माता नू, बच्चों नू परमेश्वर सही सलामत रखता है। उन्हां दे घरां विच कोई ईर्खा, नफरत, वैर विरोध, झगड़े, लड़ाई झगड़े कुछ नहीं हुंदा। उन्हां दे घरां विच कोई दिक्कत नहीं हुंदी। वचन कहंदा कि उन्हां दे घरां विच शांति बनी रहंदी है। उन्हां दे बच्चे जेड़े हसदे खेलदे रहंदे, उन्हां दी पत्नी, उन्हां दे बच्चे, उन्हां दा परिवार, बुजुर्ग जेड़े सुख शांति दे नाल रहंदे ने। पढ़ लो जबूरा की किताब 128 अध्याय उनकी अगे 3 आयत, 3 और 4 आयत पढ़ांगे। तेरे घर के भीतर तेरी स्त्री फलवंत दाखलता सी होगी, तेरे मेज के चारों ओर तेरे बालक जलपाई के पौधे से होंगे। सुन, जो पुरुष यहोवा का भय मानता हो वह ऐसी ही आशीष पाएगा। जड़ा मनुख यहोवा दा भय मनदा होवे वो ऐदा दी बरकत पावेगा। किद्दां दी बरकत पावेगा? तेरी औरत जड़ी है फलवंत दाखलता वर्गी होगी। तेरे बच्चे तेरे मेज दे चारों तरफ खेलदे कूददे होंगे। यानी कि परमेश्वर का भय मनन वाले परिवार में उनका बच्चों का घाटा होएगा। उन्हां दी पत्नी, उन्हां दे बच्चे, बुजुर्गों को किसी भी चीज की तकलीफ नहीं होगी। उन्होंने कोई कोर्ट केस का सामना नहीं करना पड़ेगा। ते जेड़े खुदावंद दा डर नहीं मनदे, उन्हां दे घरां विच ईर्खा, नफरत भी बनी रहंदी। उन्हां दे घरां विच विरोध, बैर भी बने रहंदे। उन्हां दे घरां विच लड़ाई झगड़े भी रहंदे। उन्हां दे घरां विच बिना बच्चों तो भी रह सकदे। उन्हां दे घरां विच कोर्ट केस भी चल सकदे। ते खुदावंद दा डर जेड़े लोग नहीं मनदे वो तलाक वाल भी वध सकदे। इसलिए तुहानू बार-बार दस्सिया जांदा है कि अपने बच्चों का विआह जेड़े अन्य जाति लोकां विच ना करो, क्योंकि जे अन्य जाति परिवारां विच अपने बच्चों नू भेजोगे या अन्य जाति लड़कियां नू अपने घरां विच लैके आओगे, तुहाडे घरां विच सुख शांति नहीं रहेगी। ए मैं नहीं कहता, वचन कहता है। अगला छठा फायदा, परमेश्वर अपना भय मनन वाले लोगों की इच्छावां नू पूरा करता है। वो लोग जेड़े वो इच्छा जेड़ी उनके वचन के मुताबिक होवे, ऐदा नहीं कि गलत इच्छावां भी करते रहन लोग। उन्हां इच्छावां नू परमेश्वर पूरी करता है जेड़ा उसके वचन के मुताबिक मनदे ने, जेड़े परमेश्वर दा भय मनन वाले। पढ़ लो जबूरा की किताब 145 अध्याय 19 आयत। वह अपने डरवाइयों की इच्छा पूरी करता है और उनकी दुहाई सुनकर उनका उद्धार करता है। वो अपने भय मनन वाले की इच्छा नू पूरी करता है। पर जे वचन के मुताबिक
ਕੁਝ ਮੰਗੋਗੇ This things का ठेका नहीं होना चाहिए. ਕਿ ਪ੍ਰਭੂ ਜੀ ਸਾਡੇ ਨੇੜੇ ਜਿਹੜਾ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ। This thing कोई भी परमेश्वर ऐसा काम करे जिससे आपका वचन टूटता हो. ਪਰਮੇਸ਼ਰ ਸਾਡੇ ਨੇੜੇ ਤੇਰੇ ਏਦਾਂ ਦਾ ਕੋਈ ਕੰਮ ਨਾ ਹੋਵੇ ਜਿਹਦੇ ਨਾਲ ਤੁਹਾਡਾ ਵਚਨ ਟੁੱਟਦਾ ਹੋਵੇ। आपसे ऐसा हमारे साथ ऐसा कोई व्यक्ति दोस्ती ना करे जो आपके वचन को तोड़ता हो. ਪ੍ਰਭੂ ਜੀ ਸਾਡੇ ਨਾਲ ਕੋਈ ਏਦਾਂ ਦਾ ਮਨੁੱਖ ਜਿਹੜਾ ਕਿ ਦੋਸਤੀ ਨਾ ਪਾਵੇ ਜਿਹੜਾ ਤੁਹਾਡੇ ਵਚਨਾਂ ਨੂੰ ਤੋੜਦਾ ਹੋਵੇ। वचनों को देखकर डरते हैं, मानते ਪਰ ਜਿਹੜੇ ਲੋਕ ਪਰਮੇਸ਼ਰ ਦਾ ਭੈ नहीं ਮੰਨਦੇ हैं, को परमेश्वर कभी पूरी नहीं करता. ਉਹਨਾਂ ਦੀ ਇੱਛਾਵਾਂ ਨੂੰ ਪਰਮੇਸ਼ਰ ਕਦੇ ਪੂਰਾ ਨਹੀਂ ਕਰਦਾ। उनकी कुछ तो मुझे कर सकता है. ਹਾਂ ਉਹਨਾਂ ਲੋਕਾਂ ਦੀ ਇੱਛਾਵਾਂ ਨੂੰ ਸ਼ੈਤਾਨ ਤਾਂ ਪੂਰੀ ਕਰ ਸਕਦਾ ਹੈ खुदावंद की इच्छा को पूरा नहीं करता. ਪਰ ਖੁਦਾਵੰਦ ਉਹਨਾਂ ਦੀ ਇੱਛਾਵਾਂ ਨੂੰ ਪੂਰਾ नहीं ਕਰਦਾ। बड़े लोग होते हैं, ਪਰ ਜਿਹੜੇ ਲੋਕ ਪਰਮੇਸ਼ਰ ਦਾ ਭੈ ਮੰਨਣ ਵਾਲੇ ਹੁੰਦੇ परमेश्वर अपने भाइयों की इच्छाओं को पूरा करता है. ਦੇਖਿਆ ਪਰਮੇਸ਼ਰ ਆਪਣੇ ਭੈ ਮੰਨਣ ਵਾਲੇ ਦੀ ਇੱਛਾਵਾਂ ਨੂੰ ਪੂਰਾ ਕਰਦਾ ਹੈ। सातवां फायदा ਸੱਤਵਾਂ ਫਾਇਦਾ बता रहा हूं. ਪਰਮੇਸ਼ਰ ਦਾ ਡਰ ਮੰਨਣ ਦੇ ਫਾਇਦੇ ਦੱਸ ਰਿਹਾ ਮੈਂ। परमेश्वर का प्रेम भक्ति रहने से हमारा शरीर बड़ा चंगा रहता है. ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਸਾਡਾ ਸਰੀਰ ਜਿਹੜਾ ਚੰਗਾ ਰਹਿੰਦਾ ਹੈ, चंगा रहता है. ਭਲਾ ਚੰਗਾ ਰਹਿੰਦਾ ਹੈ। जो मैं आपको वचन बताना चाहूं, ये चंगाई का फार्मूला भी है. ਇਹ ਜਿਹੜਾ ਮੈਂ ਤੁਹਾਨੂੰ ਵਚਨ ਦੱਸਣ ਜਾ ਰਿਹਾ ਇਹ ਚੰਗਾਈ ਦਾ ਇੱਕ ਫਾਰਮੂਲਾ ਵੀ ਹੈ। जब आपका शरीर बड़ा चंगा रहे, ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਸਰੀਰ ਭਲਾ ਚੰਗਾ ਰਹੇ, आपके बच्चे आपके बुजुर्गों का शरीर बड़ा चंगा रहे, ਤੁਹਾਡੀ ਪਤਨੀ ਤੁਹਾਡੇ ਬੱਚੇ ਤੁਹਾਡੇ ਬਜ਼ੁਰਗਾਂ ਦਾ ਸਰੀਰ ਚੰਗਾ ਭਲਾ ਰਹੇ, का डर माना करो. ਖੁਦਾਵੰਦ ਦਾ ਡਰ ਮੰਨਿਆ ਕਰੋ। का डर माना करो. ਚਲਦੇ ਉੱਠਦੇ ਬੈਠਦੇ ਨਹਾਉਂਦੇ ਧੋਂਦੇ ਸਮੇਂ ਪਰਮੇਸ਼ਰ ਦਾ ਡਰ ਮੰਨਿਆ ਕਰੋ। का फार्मूला सुनी बात से 3 का 7 8 ਦੇਖੋ ਚੰਗਾਈ ਦਾ ਫਾਰਮੂਲਾ ਨੀਤੀ ਵਚਨ ਦੀ ਕਿਤਾਬ 3 ਅਧਿਆਏ ਉਹਦੀ 5 ਤੇ 6 ਵਿੱਚ 7 ਤੇ 8 ਆਇਤ ਵਿੱਚ ਕੀ ਦੱਸਦਾ ਹੈ? अपनी दृष्टि में बुद्धिमान न होना, ਦੇਖੋ ਚੰਗਾਈ ਦੇ ਫਾਰਮੂਲੇ ਦੇ 3 ਤਰੀਕੇ ਨੇ। ਇੱਕ ਆਪਣੀ ਨਿਗਾਹ ਦੇ ਵਿੱਚ ਕਦੀ ਬੁੱਧੀਮਾਨ ਨਾ ਹੋਣਾ। ਕਿੰਨੇ ਲੋਕ ਓਵਰ ਕਲੇਵਰ ਹੋ ਕੇ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਨੇ। ਪਹਿਲਾ ਫਾਇਦਾ ਤਾਂ ਹੈ ਆਪਣੀ ਨਿਗਾਹ ਦੇ ਵਿੱਚ ਕਦੇ ਬੁੱਧੀਮਾਨ ਨਾ ਹੋਣਾ। ਹਾਂ ਦੂਸਰੇ ਤੁਹਾਨੂੰ ਬੁੱਧੀਮਾਨ ਕਹਿਣ, ਦੂਸਰੇ ਤੁਹਾਡੀ ਬੁੱਧੀ ਦੀ ਪ੍ਰਸ਼ੰਸਾ ਕਰੇ, ਅਲੱਗ ਗੱਲ। यहोवा का भय मानना, ਦੇਖੋ ਦੂਸਰਾ ਪੁਆਇੰਟ ਹੈ ਜਿੰਦੀ ਅੱਜ ਅਸੀਂ ਚਰਚਾ ਕਰਾਂਗੇ, ਪਰਮੇਸ਼ਰ ਦਾ ਭੈ ਮੰਨਣਾ। ਤੇ ਤੀਸਰਾ और point, बुराई से अलग रहना। ਤੇ ਬੁਰਾਈ ਤੋਂ ਪਰੇ ਰਹਿਣਾ। करो. ਜਦੋਂ ਤੁਸੀਂ ਤਿੰਨਾਂ ਗੱਲਾਂ ਦਾ ਪਾਲਨ ਕਰੋਗੇ, ਇੱਕ ਤਾਂ ਆਪਣੀ ਨਿਗਾਹ ਦੇ ਵਿੱਚ ਬੁੱਧੀਮਾਨ ਨਾ ਹੋਣਾ, ਦੂਸਰਾ ਪਰਮੇਸ਼ਰ ਦਾ ਭੈ ਮੰਨਣਾ, ਤੇ ਤੀਸਰਾ ਬੁਰਾਈ ਤੋਂ ਦੂਰ ਰਹਿਣਾ। ऐसा करने से तेरा शरीर भला चंगा और तेरी हड्डियां पुष्ट रहेंगी। ऐसे करेगा, ਜੇ ਤੂੰ ਏਦਾਂ ਕਰੇਗਾ, का पालन करेगा. ਇਹਨਾਂ ਤਿੰਨਾਂ ਗੱਲਾਂ ਦਾ ਪਾਲਨ ਕਰੇਗਾ। ਦੇਖੋ ਮੈਂ ਨਹੀਂ ਕਹਿੰਦਾ ਉਹ ਵਚਨ ਹੈ, ਏਦਾਂ ਕਰਨ ਦੇ ਨਾਲ ਤੇਰਾ ਸਰੀਰ ਭਲਾ ਚੰਗਾ ਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ। ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਸਰੀਰ ਭਲਾ ਚੰਗਾ ਰਹੇ, ਪਰਮੇਸ਼ਰ ਦਾ ਡਰ ਮੰਨਿਆ ਕਰੋ। ਜਿੰਨੇ ਲੋਕ ਸੱਚੇ ਤੌਰ ਤੇ ਪਰਮੇਸ਼ਰ ਦਾ ਭੈ ਮੰਨਦੇ ਨੇ, ਸਿਰਫ ਸ਼ਬਦਾਂ ਦੇ ਨਾਲ ਡਰ ਨਹੀਂ ਮੰਨਣਾ, ਸਿਰਫ ਸ਼ਬਦਾਂ ਦੇ ਨਾਲ ਹੀ ਨਹੀਂ, ਕਹਿਣ ਦੇ ਨਾਲ ਹੀ ਨਹੀਂ ਕਿ ਮੈਂ ਪਰਮੇਸ਼ਰ ਦਾ ਡਰ ਮੰਨਦਾ। ਕਈ ਲੋਕ ਕਹਿੰਦੇ ਤਾਂ ਬਹੁਤ, ਮੈਂ ਤਾਂ ਪਰਮੇਸ਼ਰ ਦਾ ਬਹੁਤ ਡਰ ਮੰਨਦਾ, ਪਰ ਉਸਦੇ ਵਚਨਾਂ ਉੱਤੇ ਚੱਲਦੇ ਨੇ, ਉਸ ਪਰਮੇਸ਼ਰ ਨੂੰ ਖੁਸ਼ ਰੱਖਦੇ ਨੇ, ਉਸਦੇ ਸੇਵਕ ਜੋ ਸਿਖਾਉਂਦੇ ਉਸ ਤੇ ਅਮਲ ਕਰਦੇ ਨੇ। ਇਸ ਨੂੰ ਖੁਦਾਵੰਦ ਦਾ ਡਰ ਨਹੀਂ ਕਿਹਾ ਜਾਏਗਾ। ਪਰਮੇਸ਼ਰ ਦਾ ਡਰ ਕਿਹਨੂੰ ਕਿਹਾ ਜਾਏਗਾ? ਜਦੋਂ ਤੁਸੀਂ ਉਸਦੇ ਵਚਨਾਂ ਨੂੰ ਪੜ੍ਹਦੇ ਹੋ ਤੇ ਉਸ ਤੇ ਅਮਲ ਕਰਦੇ ਹੋ, ਤਦ ਪਰਮੇਸ਼ਰ ਨੂੰ ਸੱਚਾ ਆਦਰ ਮਿਲਦਾ ਹੈ। ਤੇ ਜਦੋਂ ਉਸ ਨੂੰ ਸੱਚਾ ਆਦਰ ਮਿਲਦਾ ਹੈ, ਉਹ ਸਮਝਦਾ ਹੈ ਕਿ ਤੁਸੀਂ ਉਸ ਦਾ ਭੈ ਮੰਨਦੇ ਹੋ। ਹਾਲੇਲੂਇਆ। ਤੇ ਜਿਹੜੇ ਲੋਕ ਡਰ ਨਹੀਂ ਮੰਨਦੇ, ਉਹ ਬਿਮਾਰੀਆਂ ਦੇ ਵਿੱਚ ਪਏ ਰਹਿੰਦੇ ਨੇ। ਇਹ ਪੱਕੀ ਗੱਲ ਹੈ, ਜੇ ਤੁਹਾਡਾ ਘਰ ਬਿਮਾਰੀਆਂ ਤੋਂ ਆਜ਼ਾਦ ਨਹੀਂ ਹੋ ਰਿਹਾ, ਜੇ ਤੁਹਾਨੂੰ ਲੱਗਦਾ ਤੁਹਾਡੇ ਘਰ ਚੋਂ ਇੱਕ ਬਿਮਾਰੀ ਜਾਂਦੀ ਤੇ ਦੂਸਰੀ ਆ ਜਾਂਦੀ, ਕਦੀ ਤੁਹਾਡਾ ਬੱਚਾ ਬਿਮਾਰ, ਤੁਹਾਡੀ ਪਤਨੀ ਬਿਮਾਰ, ਕਦੀ ਤੁਹਾਡੇ ਪਤੀ ਬਿਮਾਰ, ਕਦੀ ਤੁਹਾਡੇ ਬਜ਼ੁਰਗ ਬਿਮਾਰ, ਕਦੀ ਤੁਹਾਡੀ ਭਾਈ ਬਿਮਾਰ, ਕਦੀ ਭੈਣ ਬਿਮਾਰ, ਜੇ ਤੁਹਾਨੂੰ ਏਦਾਂ ਮਹਿਸੂਸ ਹੁੰਦਾ ਹੈ, ਇਹ ਪੱਕੀ ਗੱਲ ਹੈ ਕਿਤੇ ਨਾ ਕਿਤੇ ਤੁਸੀਂ ਖੁਦਾਵੰਦ ਦਾ ਡਰ ਮੰਨ ਨਹੀਂ ਰਹੇ। ਤੇ ਇਹ ਪੱਕੀ ਗੱਲ ਹੈ ਕਿ ਕਿਤੇ ਨਾ ਕਿਤੇ ਪਰਮੇਸ਼ਰ ਦਾ ਵਚਨ ਤੁਹਾਡੇ ਘਰ ਚੋਂ ਟੁੱਟ ਰਿਹਾ ਹੈ।
ਪਰਮੇਸ਼ਰ ਦੇ ਵਚਨਾਂ ਨੂੰ ਤੋੜ ਰਿਹਾ, जिसका वचन टूटेगा, ਤੇ ਜਿਸ ਘਰ 'ਚ ਪਰਮੇਸ਼ਰ ਦਾ ਵਚਨ ਟੁੱਟੇਗਾ, कभी परमेश्वर को आदर समझो नहीं मिल रहा, ਉਸ ਘਰ 'ਚ ਸਮਝੋ ਪਰਮੇਸ਼ਰ ਨੂੰ ਆਦਰ ਨਹੀਂ ਮਿਲ ਰਿਹਾ, कभी परमेश्वर को आदर नहीं मिलता, ਤੇ ਜਿਸ ਘਰ 'ਚ ਪਰਮੇਸ਼ਰ ਨੂੰ ਆਦਰ ਨਹੀਂ, समझो परमेश्वर का डर है, ਉਸ ਘਰ 'ਚ ਸਮਝੋ ਪਰਮੇਸ਼ਰ ਦਾ ਡਰ ਨਹੀਂ, कभी परमेश्वर का डर है, ਤੇ जिस ਘਰ 'ਚ ਪਰਮੇਸ਼ਰ ਦਾ ਡਰ ਨਹੀਂ, उसका पीछा कभी नहीं छोड़ेगा। ਬਿਮਾਰੀਆਂ ਉਸ ਘਰ ਦਾ ਪਿੱਛਾ ਕਦੇ ਨਹੀਂ ਛੱਡਣਗੀਆਂ। फायदा 8ਵਾਂ ਫਾਇਦਾ, परमेश्वर का डर पाने से मनुष्य बुराई से बचा रहता है। ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਇਨਸਾਨ ਜਿਹੜਾ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ। ਇਹਦਾ ਮਤਲਬ ਕੀ ਬਣਿਆ? जीवन में परमेश्वर का डर होगा, ਜਿਸ ਜੀਵਨ 'ਚ ਪਰਮੇਸ਼ਰ ਦਾ ਭੈ ਹੋਏਗਾ, व्यक्ति में खुद का डर होगा, ਜਿਸ ਮਨੁੱਖ ਦੇ ਵਿੱਚ ਪਰਮੇਸ਼ਰ ਦਾ ਡਰ ਹੋਏਗਾ, बुराई करने से परहेज करेगा, ਉਹ ਇਨਸਾਨ ਬੁਰਾਈ ਕਰਨ ਤੋਂ ਪਰਹੇਜ਼ ਕਰੇਗਾ। सोचेगा मुझे तो खुदा देख रहा, ਉਹ ਸੋਚੇਗਾ ਪਰਮੇਸ਼ਰ ਮੈਨੂੰ ਦੇਖ ਰਿਹਾ ਹੈ। सोचेगा मैं तो परमेश्वर का वचन पढ़ा, परमेश्वर का वचन तो मुझे बुराई करने की इजाजत देता है। ਉਹ ਸੋਚਦਾ ਹੈ ਕਿ ਮੈਂ ਪਰਮੇਸ਼ਰ ਦੇ ਵਚਨ ਨੂੰ ਪੜਿਆ ਹੋਇਆ ਤੇ ਪਰਮੇਸ਼ਰ ਦਾ ਵਚਨ ਮੈਨੂੰ ਬੁਰਾਈ ਕਰਨ ਤੋਂ ਮਨਾ ਕਰਦਾ ਹੈ। का डर होगा, ਜਿੰਦੇ ਵਿੱਚ ਪਰਮੇਸ਼ਰ ਦਾ ਡਰ ਹੋਵੇਗਾ, परमेश्वर का डर, ਜਿਸ ਘਰ ਵਿੱਚ ਖੁਦਾਵੰਦ ਦਾ ਡਰ ਹੋਵੇਗਾ, कभी बुराई करने से बचा रहेगा, ਉਹ ਘਰ ਵੀ ਬੁਰਾਈ ਕਰਨ ਤੋਂ ਡਰਿਆ ਰਹੇਗਾ। कभी शराब की बोतल पीनी नहीं जाएगी, ਉਸ ਘਰ ਵਿੱਚ ਕਦੇ ਵੀ ਸ਼ਰਾਬ ਬੋਤਲਾਂ ਲਿਆ ਕੇ ਪੀਤੀਆਂ ਨਹੀਂ ਜਾਣਗੀਆਂ। कभी गंदे फिल्म नहीं चलेंगे, ਉਸ ਘਰ 'ਚ ਕਦੇ ਗੰਦੇ ਫਿਲਮੀ ਗੀਤ ਨਹੀਂ ਚੱਲਣਗੇ। कभी गंदी फिल्में नहीं चलेंगी, ਉਸ ਘਰ 'ਚ ਗੰਦੀਆਂ ਫਿਲਮਾਂ ਨਹੀਂ ਚੱਲਣਗੀਆਂ। कभी रिश्वत का पैसा नहीं आएगा। ਉਸ ਘਰ 'ਚ ਰਿਸ਼ਵਤ ਦਾ ਪੈਸਾ ਨਹੀਂ ਆਉਂਦਾ, जिसके जीवन में खुदा का डर होता है, ਕਿਉਂਕਿ ਜਿੰਦੇ ਜੀਵਨ 'ਚ ਪਰਮੇਸ਼ਰ ਦਾ ਡਰ ਹੁੰਦਾ ਹੈ, परमेश्वर उसको बुराई से बचा के रखता ਪਰਮੇਸ਼ਰ ਉਸ ਨੂੰ ਬੁਰਾਈ ਤੋਂ ਬਚਾ ਕੇ ਰੱਖਦਾ ਹੈ। है, नहीं सकता, ਉਹ ਇਨਸਾਨ ਬੁਰਾਈ ਕਰ ਹੀ ਨਹੀਂ ਸਕਦਾ, नशा कर नहीं सकता, ਉਹ ਇਨਸਾन ਨਸ਼ਾ ਕਰ ਹੀ ਨਹੀਂ ਸਕਦਾ, व्यभिचार कर नहीं सकता, ਉਹ ਇਨਸਾਨ ਵਿਅਭਿਚਾਰ ਕਰ ਹੀ ਨਹੀਂ ਸਕਦਾ, कर नहीं सकता, ਉਹ ਇਨਸਾਨ ਜਾਦੂ ਟੋਣਾ ਕਰ ਹੀ ਨਹੀਂ ਸਕਦਾ, खुदा का डर उसको बुराई से बचा के रखता ਕਿਉਂਕਿ ਪਰਮੇਸ਼ਰ ਦਾ ਜਿਹੜਾ ਭੈ ਹੈ, ਡਰ ਹੈ, ਉਸ ਨੂੰ ਬੁਰਾਈ ਤੋਂ ਬਚਾ ਕੇ ਰੱਖਦਾ ਹੈ। है। ਪੜ੍ਹ ਲਿਓ ਨੀਤੀ ਵਚਨ 8 ਅਧਿਆਇ ਦੀ 13 ਆਇਤ ਕੀ ਲਿਖਿਆ ਹੈ। यहोवा का भय मानना बुराई से बैर रखना है। देखो खुदा का डर मानना बुराई से डर रखना, ਦੇਖੋ ਪਰਮੇਸ਼ਰ ਦਾ ਭੈ ਮੰਨਣਾ ਬੁਰਾਈ ਨਾਲ ਵੈਰ ਰੱਖਣਾ ਹੈ। जीवन में खुदा का डर होगा, ਜਿਸ ਜੀਵਨ ਦੇ ਵਿੱਚ ਖੁਦਾਵੰਦ ਦਾ ਡਰ ਹੋਵੇ, कि मैं को बुराई से बचेगा, मुझे बैर रखेगा, ਇਹ ਪੱਕੀ ਗੱਲ ਹੈ, ਉਹ ਬੁਰਾਈ ਤੋਂ ਬੁਰੇ ਕੰਮਾਂ ਤੋਂ ਬੈਰ ਰੱਖੇਗਾ, उसको बुराई से हमेशा नफरत रहे, ਉਸ ਨੂੰ ਬੁਰਾਈ ਨਾਲ ਹਮੇਸ਼ਾ ਨਫ਼ਰਤ ਰਹੇਗੀ, गंदे चरित्र से नफरत रहे, ਉਹਨੂੰ ਗੰਦੇ ਚਰਿੱਤਰ ਦੇ ਨਾਲ ਨਫ਼ਰਤ ਰਹੇਗੀ, किसी को पीटने से, किसी को बुरा करने से नफरत रहे, ਉਸ ਨੂੰ ਗਾਲੀ ਦੇਣ ਦੇ ਨਾਲ, ਕਿਸੇ ਨੂੰ ਪਿੱਟਣ ਦੇ ਨਾਲ, ਕਿਸੇ ਨਾਲ ਲੜਾਈ ਝਗੜਾ ਕਰਨ ਦੇ ਨਾਲ ਬਣਾਈ ਰਹੇਗੀ। लेकिन जिस जीवन में परमेश्वर का डर होगा, ਪਰ ਜਿਸ ਜੀਵਨ ਦੇ ਵਿੱਚ ਪਰਮੇਸ਼ਰ ਦਾ ਡਰ ਹੋਵੇਗਾ ਨਹੀਂ, बुराई करने से कभी डरेगा नहीं। ਉਹ ਇਨਸਾਨ ਬੁਰਾਈ ਕਰਨ ਤੋਂ ਡਰੇਗਾ ਹੀ ਨਹੀਂ। वो व्यक्ति करेगा जिस जीवन में खुदा का डर होगा, ਬੁਰਾਈ ਉਹੀ ਇਨਸਾਨ ਕਰੇਗਾ ਜਿਸ ਜੀਵਨ ਦੇ ਵਿੱਚ ਪਰਮੇਸ਼ਰ ਦਾ ਭੈ ਹੋਵੇਗਾ ਨਹੀਂ। व्यक्ति नशा करेगा, ਉਹ ਇਨਸਾਨ ਨਸ਼ਾ ਕਰੇਗਾ, टोना करेगा, ਉਹ ਇਨਸਾਨ ਜਾਦੂ ਟੋਣਾ ਕਰੇਗਾ, रिश्वत लेगा, ਕੋਈ ਇਨਸਾਨ ਰਿਸ਼ਵਤ ਲਵੇਗਾ, व्यभिचार करेगा, ਕੋਈ ਇਨਸਾਨ ਵਿਅਭਿਚਾਰ ਕਰੇਗਾ, व्यक्ति की नजरें भटकेगी, ਉਸੇ ਇਨਸਾਨ ਦੀਆਂ ਨਜ਼ਰਾਂ ਜਿਹੜੀਆਂ ਭਟਕਣਗੀਆਂ, रिश्वत लेगा, ਕੋਈ ਇਨਸਾਨ ਰਿਸ਼ਵਤ ਲਵੇਗਾ, किसी पर दोष लगाएगा, ਕੋਈ ਇਨਸਾਨ ਕਿਸੇ ਤੇ ਦੋਸ਼ ਲਗਾਵੇਗਾ, किसी को नीचा दिखाएगा। ਕੋਈ ਇਨਸਾਨ ਕਿਸੇ ਨੂੰ ਨੀਚਾ जिस ਦਿਖਾਵੇਗਾ। व्यक्ति के जीवन में बुराई, जिस व्यक्ति के जीवन में खुदा का डर नहीं होगा, ਜਿਸ ਜੀਵਨ ਦੇ ਵਿੱਚ ਪਰਮੇਸ਼ਰ ਦਾ ਡਰ ਨਹੀਂ ਹੋਵੇਗਾ, उस व्यक्ति बुराई करेगा, ਉਹੀ ਇਨਸਾਨ ਬੁਰਾਈ जिसके ਕਰੇਗਾ। जीवन में खुदा का डर होगा, ਪਰ ਜਿਹਦੇ ਜੀਵਨ ਵਿੱਚ ਪਰਮੇਸ਼ਰ ਦਾ ਡਰ ਹੋਵੇਗਾ, खुदा का डर माध्यम से मनुष्य बुराई से बचा रहेगा। ਵਚਨ ਦੱਸਦਾ ਹੈ ਪਰਮੇਸ਼ਰ ਦਾ ਡਰ ਮੰਨਣ ਦੇ ਨਾਲ ਇਨਸਾਨ ਬੁਰਾਈ ਤੋਂ ਬਚਿਆ ਰਹਿੰਦਾ ਹੈ। पैदा 8ਵਾਂ ਫਾਇਦਾ, कितना बड़ी बात परमेश्वर का वचन कहता है, ਦੇਖੋ ਕਿੰਨੀ ਵੱਡੀ ਗੱਲ ਪਰਮੇਸ਼ਰ ਦਾ ਡਰ ਕਰਦਾ ਹੈ। परमेश्वर का डर मानने से उम्र बढ़ती है, ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਉਮਰ ਵੱਧਦੀ ਹੈ, आयु बढ़ती है, ਆਯੂ ਵੱਧਦੀ ਹੈ। उम्र बढ़ने का फॉर्मूला है। ਇਹ ਉਮਰ ਵਧਾਉਣ ਦਾ ਫਾਰਮੂਲਾ ਹੈ आपको अभी वचन पढ़ाऊंगा, ਜਿਹੜਾ ਮੈਂ ਤੁਹਾਨੂੰ ਹੁਣ ਵਚਨ ਪੜਾਵਾਂਗਾ। आप चाहते हो आपकी उम्र बढ़े, आपके बच्चों की उम्र बढ़े, ਜੇਕਰ ਤੁਸੀਂ ਚਾਹੁੰਦੇ ਤੁਹਾਡੀ ਉਮਰ ਵਧੇ, ਤੁਹਾਡੇ ਬੱਚਿਆਂ ਦੀ ਉਮਰ ਵਧੇ, सभी चाहते हो ना, ਤੁਸੀਂ ਸਾਰੇ ਦੇ ਸਾਰੇ ਚਾਹੁੰਦੇ ਹੋ ਨਾ आपकी उम्र बढ़े, आपके बच्चों की उम्र बढ़े, ਤੁਹਾਡੀ ਉਮਰ ਵਧੇ, ਤੁਹਾਡੇ ਬੱਚਿਆਂ ਦੀ ਉਮਰ ਵਧੇ, बुजुर्गों की उम्र बढ़े, ਤੁਹਾਡੇ ਬਜ਼ੁਰਗਾਂ ਦੀ ਉਮਰ ਵਧੇ। बुजुर्ग जो आजकल के पुराने लोग हैं, उनकी उम्र लंबी क्यों होती है? ਤੁਹਾਨੂੰ ਪਤਾ ਹੈ ਕਿ ਜਿਹੜੇ ਪੁਰਾਣੇ ਬਜ਼ੁਰਗ ਨੇ, ਜਿਹੜੇ ਅੱਜ ਕੱਲ ਦੇ ਬਜ਼ੁਰਗ ਨੇ, ਉਹਨਾਂ ਦੀ ਉਮਰਾਂ ਲੰਬੀਆਂ ਕਿਉਂ ਹੁੰਦੀਆਂ ਨੇ? जो 70 साल 80 साल 90 साल कोई तो 100 साल पार कर जाता है, ਉਹਨਾਂ ਦੀ ਉਮਰ 70 80 90 ਸਾਲ, ਕਈ 100 ਵੀ ਪਾਰ ਕਰ उसके नीचे ये लोग खुदा से बड़े डरते हैं। ਉਸ ਦੀ ਵਜ੍ਹਾ ਹੈ ਕਿ ਉਹ ਖੁਦਾਵੰਦ ਤੋਂ ਬੜਾ ਡਰਦੇ ਸੀ। जब ये बुजुर्ग लोगों को कहीं भी देखो, खुदा का डर उसके अंदर मिलेगा, ਅੱਜ ਵੀ ਬਜ਼ੁਰਗਾਂ ਨੂੰ ਕਿਤੇ ਵੀ ਦੇਖ ਲਓ, ਖੁਦਾਵੰਦ ਦਾ ਡਰ ਉਹਨਾਂ ਦੇ ਵਿੱਚ ਮਿਲੇਗਾ। जिससे बातें करते हैं, ਉਹ ਕਿੰਨੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ, कभी पड़ोसियों का किसी का बुरा नहीं करते। ਉਹ ਕਿਤੇ ਪੜੋਸੀਆਂ ਦਾ ਕਿਸੇ ਦਾ ਬੁਰਾ ਨਹੀਂ ਕਰਦੇ। आजकल के जो जवान बच्चे वो बुराई करने से डरते हैं, ਪਰ ਅੱਜ ਕੱਲ ਦੇ ਜਿਹੜੇ ਜਵਾਨ ਆ, ਉਹ ਬੁਰਾਈ ਕਰਨ ਤੋਂ ਡਰਦੇ ਨੇ, इसलिए उनकी उम्र छोटी होती है। ਇਸ ਲਈ ਉਹਨਾਂ ਦੀ ਉਮਰਾਂ ਜਿਹੜੀ ਛੋਟੀਆਂ ਹੁੰਦੀਆਂ ਨੇ। बढ़ने का फार्मूला है, ਇਹ ਉਮਰ ਵਧਾਉਣ ਦਾ ਫਾਰਮੂਲਾ ਹੈ। आपके जीवन में खुदा का डर होगा, ਜਿੰਨਾ ਤੁਹਾਡੇ ਜੀਵਨ 'ਚ ਪਰਮੇਸ਼ਰ ਦਾ ਡਰ ਹੋਵੇ, आपकी उम्र बढ़ेगी,
ਵਚਨ ਕਹਿੰਦਾ ਹੈ ਤੁਹਾਡੀ ਉਮਰ ਵਧੇਗੀ। उसका डर नहीं होगा, ਜੇਕਰ ਪਰਮੇਸ਼ਰ ਦਾ ਡਰ ਨਹੀਂ ਹੋਵੇ उम्र से पहले मर जाओगे, ਤੁਸੀਂ ਉਮਰ ਤੋਂ ਪਹਿਲਾਂ ਹੀ ਮਰ ਜਾਓਗੇ, उम्र घटेगी। ਤਾਂ ਉਮਰ ਜਿਹੜੀ ਘਟੇਗੀ। जिंदगी में 10 में क्या ਪੜ੍ਹ ਲਿਓ ਨੀਤੀ ਵਚਨ 10 ਅਧਿਆਇ ਦੀ 27 ਆਇਤ ਵਿੱਚ ਕੀ ਲਿਖਿਆ ਹੈ। यहोवा के भय मानने से आयु बढ़ती है, परंतु दुष्टों का जीवन थोड़े ही दिनों का होता है। ਦੇਖੋ ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਉਮਰ ਵੱਧਦੀ ਹੈ। ਇਹ ਮੈਂ ਨਹੀਂ ਕਹਿ ਰਿਹਾ, ਪ੍ਰਭੂ ਦਾ ਵਚਨ ਦੱਸ ਰਿਹਾ। ਮੈਂ ਕੋਈ ਵੀ ਵਚਨ ਦਾ ਪੁਆਇੰਟ ਜਿਹੜਾ ਆਪਣੀ ਬੁੱਧੀ ਦਿਮਾਗ ਦੇ ਨਾਲ ਨਹੀਂ ਦੱਸਾਂਗਾ। ਇੱਕ ਵਚਨ ਤਿਆਰ ਕਰਨ ਲਈ ਮੈਂ ਪਵਿੱਤਰ ਆਤਮਾ ਦੀ ਬੜੀ ਸਹਾਇਤਾ ਲੈਣਾ। ਪਵਿੱਤਰ ਆਤਮਾ ਤੋਂ ਪੁੱਛਦਾ, ਪਵਿੱਤਰ ਆਤਮਾ ਤੋਂ ਸਿੱਖਦਾ, ਫਿਰ ਤੁਹਾਨੂੰ ਜਾ ਕੇ ਦੱਸਦਾ ਹਾਂ। ਯਹੋਵਾ ਦਾ ਡਰ ਮੰਨਣ ਦੇ ਨਾਲ ਉਮਰ ਵੱਧਦੀ ਹੈ, ਪਰ ਦੁਸ਼ਟ ਇਨਸਾਨ ਹੁੰਦੇ ਨੇ ਉਹਨਾਂ ਦੇ ਬਾਰੇ ਵਿੱਚ ਲਿਖ ਦੋ ਕੀ ਲਿਖਿਆ। परंतु दुष्टों का जीवन थोड़े ही दिनों का होता है। पर ਜਿਹੜੇ ਦੁਸ਼ਟ ਇਨਸਾਨ ਹੁੰਦੇ ਆ ਉਹਨਾਂ ਦਾ ਜੀਵਨ ਜਿਹੜਾ ਥੋੜਾ ਹੀ ਹੁੰਦਾ ਹੈ। ਦੇਖੋ ਜਿਹੜਾ ਇਨਸਾਨ ਦੁਸ਼ਟ ਦੇ ਤਰੀਕੇ ਨਾਲ ਚੱਲਦੇ ਆ, ਸ਼ੈਤਾਨੀ ਤਰੀਕੇ ਨਾਲ ਚੱਲਦੇ ਆ, ਉਹਦੀ ਉਮਰ ਥੋੜੀ ਹੁੰਦੀ ਹੈ। ਪਰ ਜਿਹੜਾ ਪਰਮੇਸ਼ਰ ਦਾ ਡਰ ਮੰਨਣ ਵਾਲੇ ਲੋਕ ਤੇ ਉਹਨਾਂ ਦੀ ਉਮਰ ਮੈਂ ਜੇ ਕਹਾਂਗੀ ਵਿਰਖਾਂ ਦੇ ਸਮਾਨ ਹੁੰਦੀ ਹੈ। ਕਿੰਨੇ ਵਿਰਖਾਂ ਦੀ ਉਮਰ ਜਿਹੜੀ 100 200 500 ਸਾਲ ਵੀ ਹੁੰਦੀ। ਕਿੰਨੇ ਵੱਡੇ ਬਜ਼ੁਰਗਾਂ ਤੋਂ ਕਹਿੰਦੇ ਸੁਣਿਆ ਹੈ ਕਿ ਸਾਡੇ ਦਾਦੇ ਪੜਦਾਦਿਆਂ ਦੇ ਸਮੇਂ ਤੋਂ ਇਹ ਜਿਹੜਾ ਰੁੱਖ ਲੱਗਿਆ ਹੈ, ਵਿਰਖ ਲੱਗਿਆ ਹੈ। ਦੇਖੋ ਪਰਮੇਸ਼ਰ ਆਪਣਾ ਭੈ ਮੰਨਣ ਵਾਲੇ ਦੀ ਉਮਰ ਨੂੰ ਵੀ ਏਦਾਂ ਹੀ ਵਧਾਉਂਦਾ ਹੈ। ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਉਮਰ ਵਧੇ, ਤੁਹਾਡੇ ਬੱਚਿਆਂ ਦੀ ਉਮਰ ਵਧੇ, ਤੁਹਾਡੇ ਬਜ਼ੁਰਗਾਂ ਦੀ ਉਮਰ ਵਧੇ, ਤੁਹਾਡੇ ਮਾਂ-ਬਾਪ, ਤੁਹਾਡੇ ਭਾਈ ਭੈਣਾਂ ਦੀ ਉਮਰ ਵਧੇ, ਪਰਮੇਸ਼ਰ ਦਾ ਡਰ ਮੰਨੋ। ਹਰ ਗੱਲ ਵਿੱਚ, ਹਰ ਕੰਮ ਵਿੱਚ, ਹਰ ਪਲ ਤੇ ਹਰ ਘੜੀ ਪਰਮੇਸ਼ਰ ਦਾ ਭੈ ਮੰਨਿਆ ਕਰੋ। 10ਵਾਂ ਫਾਇਦਾ, ਪਰਮੇਸ਼ਰ ਦਾ ਜੇ ਕੋਈ ਡਰ ਮੰਨਦਾ ਹੈ ਤੇ ਉਹਦੇ ਨਾਲ ਥੋੜਾ ਜਿਹਾ ਵੀ ਉਹਦੇ ਕੋਲ ਪੈਸਾ ਧਨ ਹੋਵੇ ਉਹ ਵੀ ਬਹੁਤ ਹੁੰਦਾ ਹੈ। ਮੰਨ ਲਓ ਤੁਸੀਂ ਰਿਸ਼ਵਤ ਲੈ ਕੇ ਬਹੁਤ ਸਾਰਾ ਪੈਸਾ ਘਰ ਵਿੱਚ ਲਿਆ ਹੈ, 2 ਨੰਬਰ ਦਾ ਪੈਸਾ ਕਮਾਇਆ, ਬਹੁਤ ਸਾਰਾ ਧਨ ਘਰ ਵਿੱਚ ਲਿਆ ਹੈ, ਉਹਦੇ ਨਾਲ ਤੁਹਾਡੇ ਘਰ ਵਿੱਚ ਸ਼ਾਂਤੀ ਨਹੀਂ ਹੋਵੇਗੀ, ਉਹਦੇ ਨਾਲ ਤੁਹਾਡੇ ਘਰ ਵਿੱਚ ਝਗੜੇ ਹੋਣਗੇ, ਤੁਹਾਡੇ ਅੰਦਰ ਖੁਸ਼ੀ ਨਹੀਂ ਹੋਵੇਗੀ, ਤੁਹਾਡੇ ਘਰ ਵਿੱਚ ਬਿਮਾਰੀਆਂ ਰਹਿਣਗੀਆਂ। यानी कि बिना रिश्वत का पैसा लेते और परमेश्वर डर विच कमाया गया थोड़ा पैसा ही बहुत बड़ा होता है। खुदावंद दे लोगों ਤੁਹਾਡੀ ਡਿਊਟੀਆਂ ਛੋਟੀਆਂ ਹੋਣ, ਚਾਹੇ ਤੁਹਾਡੇ ਕਾਰੋਬਾਰ ਛੋਟੇ ਹੋਣ, ਤੁਹਾਡਾ ਬਿਜ਼ਨਸ ਚਾਹੇ ਛੋਟਾ ਹੋਵੇ, ਤੁਹਾਡੇ ਘਰ ਚਾਹੇ ਥੋੜਾ ਪੈਸਾ ਪਰ ਜੇਕਰ ਪਰਮੇਸ਼ਰ ਦੇ ਡਰ ਨਾਲ ਆਉਂਦਾ ਹੈ, ਜੇ ਤੁਸੀਂ ਖੁਦਾਵੰਦ ਦੇ ਡਰ ਵਿੱਚ ਹੋ ਕੇ ਕਮਾਈ ਕਰਦੇ ਹੋ, ਪਰਮੇਸ਼ਰ ਕਹਿੰਦਾ ਕਿ ਉਹ ਜਿਹੜਾ ਧਨ ਉੱਤਮ ਹੈ, ਇੱਕ ਇਹ ਅਮੀਰ ਬਣਨ ਦਾ ਫਾਰਮੂਲਾ ਹੈ। ਜੇ ਤੁਸੀਂ ਪਰਮੇਸ਼ਰ ਦਾ ਡਰ ਮੰਨਣ ਦੇ ਨਾਲ ਕਮਾਈ ਘਰ ਵਿੱਚ ਲਿਆਓਗੇ, ਤੁਹਾਡਾ ਘਰ ਜਿਹੜਾ ਦਿਨੋ ਦਿਨ ਵਧੇਗਾ, ਪਰਮੇਸ਼ਰ ਉਸ ਘਰ ਨੂੰ ਬਰਕਤ ਦੇਵੇਗਾ। ਪਰ ਜੇ ਤੁਸੀਂ ਬਿਨਾਂ ਪਰਮੇਸ਼ਰ ਦਾ ਡਰ ਮੰਨਦੇ ਹੋਏ ਆਪਣੇ ਘਰਾਂ ਨੂੰ ਭਰਦੇ ਜਾਓ, ਕਿੰਨੇ ਲੋਕਾਂ ਨੂੰ ਪੈਸਾ ਬਣਾਉਣ ਦੀ ਹੋੜ ਲੱਗੀ ਰਹਿੰਦੀ ਹੈ ਕਿ 2-2 ਡਿਊਟੀਆਂ 3-3 ਡਿਊਟੀਆਂ ਕਰੋ। ਕਿੰਨੇ ਲੋਕ ਡਿਊਟੀਆਂ ਵਿੱਚ ਇੰਨੇ ਬਿਜੀ ਹੋ ਜਾਂਦੇ ਨੇ ਕਿ ਉਹਨਾਂ ਨੂੰ ਪ੍ਰਾਰਥਨਾ ਕਰਨ ਦੇ ਲਈ ਮੌਕਾ ਨਹੀਂ ਮਿਲਦਾ, ਉਹਨਾਂ ਕੋਲ ਵਚਨ ਪੜ੍ਹਨ ਦਾ ਸਮੇਂ ਨਹੀਂ ਹੁੰਦਾ, ਉਹਨਾਂ ਕੋਲ ਆਨਲਾਈਨ ਮੈਸੇਜ ਸੁਣਨ ਦਾ ਵੀ ਟਾਈਮ ਨਹੀਂ ਹੁੰਦਾ, ਉਹਨਾਂ ਕੋਲ ਪਰਮੇਸ਼ਰ ਦੇ ਘਰ ਵਿੱਚ ਸੰਗਤੀ ਅਟੈਂਡ ਕਰਨ ਦਾ ਸਮੇਂ ਨਹੀਂ ਹੁੰਦਾ। ਉਹ ਤੇ ਇੱਥੇ ਤੱਕ ਕਿ ਪਰਮੇਸ਼ਰ ਦਾ ਦਸਵਾਂਜ ਦੇਣ ਲਈ ਵੀ ਉਹਨਾਂ ਕੋਲ ਟਾਈਮ ਨਹੀਂ ਹੁੰਦਾ। ਪਿਛਲੇ ਦਿਨੋਂ ਸਾਡੇ ਕਟਾਣੀ ਚ ਇੱਕ ਭਾਈ ਆਏ, ਉਹਨਾਂ ਨੂੰ ਪੁੱਛਿਆ ਤੁਸੀਂ ਪਰਮੇਸ਼ਰ ਦਾ ਦਸਵਾਂਜ ਦਿੰਦੇ ਹੋ? ਕਹਿੰਦੇ ਕੀ ਕਰੀਏ, ਟਾਈਮ ਨਹੀਂ ਮਿਲਿਆ, ਇੰਨੇ ਬਿਜੀ ਹੋ ਗਏ, ਪਰਮੇਸ਼ਰ ਦੇ ਘਰ ਆਉਣ ਦਾ ਸਮਾਂ ਹੀ ਨਹੀਂ ਮਿਲਿਆ। ਇਸ ਤਰ੍ਹਾਂ ਦੇ ਲੋਕ ਜਿਹੜੇ ਪੈਸਾ ਬਣਾਉਣ ਵਿੱਚ ਬਿਜੀ ਹੁੰਦੇ ਨੇ, ਯਾਦ ਰੱਖੋ ਵਚਨ ਦੱਸਦਾ ਹੈ ਕਿ ਉਹਨਾਂ ਦੀ ਕਮਾਈ 'ਚ ਕਦੇ ਆਸ਼ੀਸ਼ ਨਹੀਂ ਆਵੇਗੀ।
वचन पढ़ो और धन भी कमाओ, भगवान के डर से धन कमाओ, पर परमेश्वर के डर विच हो के धन रिश्वत से धन ना कमाओ, रिश्वत लैके धन ना कमाओ, करके धन ना कमाओ, किसी नाल धोखा करके काम ना कमाओ। ज्यादा धन की अपेक्षा खुदा के डर से थोड़ा धन उत्तम है। ते ज्यादा जिहड़ा कि धन कमाना पर परमेश्वर का डर ना मनना, उस दे नाल छोटा धन ही, थोड़ा धन ही उत्तम है। देखो नीति वचन 15 अध्याय दी 16 आयत विच की लिखा है, घबराहट के साथ बहुत रखे हुए धन से यहोवा के भय के साथ थोड़ा ही धन उत्तम है। जिस तरीके नाल तुसीं ज्यादा धन कमा लिया पर तुहानूं घबराहट रहिंदी है, तुहाडे घर विच दुख रहिंदे ने, ਇਹ पक्की गल है कि 2 नंबर का पैसा जिहड़ा कि बीमारियां भी लियावेगा, भ्रष्टाचार का पैसा जिहड़ा बीमारियां तकलीफां भी लियावेगा। पर वचन विच लिखिआ घबराहट दे नाल बहुत सारे धन दे नाल रखण दी अपेक्षा परमेश्वर दे डर नाल बेशक थोड़ा ही पैसा, थोड़ा ही धन रखो, वो वधिया है। ਤੁਹਾਡਾ ਘਰ ਹਲੇ ਨਹੀਂ ਬਣਿਆ, ਬੇਸ਼ੱਕ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ, ਪਰ ਧੋਖੇ ਦੇ ਨਾਲ ਧਨ ਨਾ ਕਮਾਓ। ਪਰ ਧੋਖੇ ਦੇ ਨਾਲ ਪੈਸਾ ਕਮਾ ਕੇ ਆਪਣਾ ਘਰ ਬਣਾਓ, ਉਸ ਤੋਂ ਅਪੇक्षा ਵਧੀਆ ਇਹੀ ਹੋਇਆ ਕਿ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹੋ। ਇੱਕ ਦਿਨ ਪਰਮੇਸ਼ਰ ਤੁਹਾਡੀ ਸੱਚਾਈ ਤੇ ਤੁਹਾਡੀ ਈਮਾਨਦਾਰੀ ਨੂੰ ਦੇਖ ਕੇ ਤੁਹਾਨੂੰ ਆਪਣਾ ਘਰ ਵੀ ਦੇਵੇਗਾ। 11ਵਾਂ ਫਾਇਦਾ, परमेश्वर का भय मनन दे नाल ज्ञान बढ़दी है, शिक्षा बढ़दी है, चंगे चंगे विचार आते हैं, तुहाडी सोच चंगी बढ़दी, तुहाडी बुद्धि दा वधी, तुहाडे विचार भी चंगे आते। जेकर तुहाडे बच्चे खुदावंद दा डर मनदे, तुहाडे बच्चों दे विचार चंगे चंगे, वो चंगी चंगी गल्लां करनगे। तुसीं कहोगे कि बच्चे तुहाडे अंदर चंगी चंगी गल्लां कित्थों आईयां? तुहाडे पति दे विचार चंगे होणगे, तुहाडे अंदर चंगा चंगा ज्ञान वधेगा। मैं दुनियावी ज्ञान की गल नहीं कर रहा, बल्कि आत्मिक ज्ञान की गल कर रहा। तुहानूं परमेश्वर चंगी बुद्धि दे नाल चंगा ज्ञान भी देगा। समा पै के जदों जरूरत पेगी परमेश्वर अपना ज्ञान प्रगट करेगा। और जिस जीवन च खुदावंद दा डर नहीं, उस जीवन विच परमेश्वर का ज्ञान जिहड़ा घटदा जाएगा। परमेश्वर अपनी जिहड़ी बुद्धि है, अपना ज्ञान है, अपना ज्ञान है जिहड़े अपने मोती सूअरां दे अगे नहीं पांदा। परमेश्वर अपने मोती, अपने ज्ञान जिहड़ा उन्हां लोकां नूं जिहड़े उसदा डर मनदे ने। परमेश्वर अपनी बुद्धि उन्हां नूं दिंदा जिहड़ा उसदा डर मनदे ने। देखो पढ़ लो नीति वचन 15 दे अंदर 33 आयत की लिखा है, यहोवा का भय मानने से शिक्षा प्राप्त होती है। परमेश्वर का डर मनने दे नाल शिक्षा मिलती है। एक केड़ी शिक्षा दी गल है? परमेश्वर दी शिक्षा दी गल। नेचुरली गल है, जे पढ़न वाले बच्चे मेरी गल नूं सुन रहे हैं, जदों तुहाडे अंदर खुदावंद दी शिक्षा आवेगी, दुनियावी शिक्षा जिहड़ी तुसीं पढ़दे हो कुदरती आ जाएगी। अचानक जिहड़ा तुसीं पढ़िया होया तुहानूं याद रहेगा, तुहानूं स्कूल दी गल्लां याद रहणगीਆਂ। परमेश्वर तुहाडी मेमोरी पावर नूं बढ़ाएगा। परमेश्वर तुहानूं एनुअल परीक्षा विच तुहानूं टॉप करेगा। वचन लिखे जिवें तू आत्मिक उन्नति करे, सारी गल्लां विच उन्नति करे। परमेश्वर दे बच्चों, जे तुसीं खुदावंद दे ज्ञान विच, खुदावंद दे डर विच होके अग्गे वधदे हो, परमेश्वर तुहाडी दुनियावी बुद्धि दे विच भी तुहानूं वधावेगा। परमेश्वर तुहानूं दुनियावी शिक्षा दे विच भी वधाएगा। तुहाडे अंदर चंगे चंगे विचारां नूं, तुहाडी सोच चंगी बन जाएगी। पर जे तुहाडे अंदर खुदावंद दा डर नहीं हो, तुहाडा ज्ञान जिहड़ा घटदा जाएगा, खुदावंद दी शिक्षा तुहाडे अंदर नहीं होगी। क्योंकि दुष्ट जिहड़े लोग हुंदे हो परमेश्वर दी शिक्षा वल कदी ध्यान नहीं लगांदे। 12वां पॉइंट, परमेश्वर दा डर मनण दे नाल धन, महिमा ते इज्जत वधदी है। जे तुसीं परमेश्वर दा डर मनदे हो,
बढ़ाएगा। परमेश्वर ਤੁਹਾਡੇ ਪੈਸੇ ਨੂੰ ਵਧਾਉਂਦਾ ਜਾਵੇ। आपकी ड्यूटी छोटी, आपका बिजनेस छोटा। ਇਹ ਨਾ ਸੋਚੋ ਤੁਹਾਡੀ ਡਿਊਟੀ ਛੋਟੀ, ਤੁਹਾਡਾ ਬਿਜ਼ਨਸ ਵੱਡਾ। आपके धन को बढ़ाना, आपकी ड्यूटी को बढ़ाना, आपके बिजनेस को बढ़ाना परमेश्वर का काम है। ਤੁਹਾਡੇ ਪੈਸੇ ਨੂੰ ਵਧਾਉਣਾ, ਤੁਹਾਡੀ ਡਿਊਟੀ ਨੂੰ, ਤੁਹਾਡੇ ਕਾਰੋਬਾਰ ਨੂੰ ਵਧਾਉਣਾ ਇਹ ਪਰਮੇਸ਼ਰ ਦਾ ਕੰਮ ਹੈ। उसी ड्यूटी को खुदा के डर से करते जाओ। ਹਾਂ ਉਸੇ ਡਿਊਟੀ ਨੂੰ ਪਰਮੇਸ਼ਰ ਦੇ ਡਰ ਦੇ ਨਾਲ ਕਰਦੇ बिजनेस को छोटे बिजनेस को खुदा के डर से करते जाओ। ਰਹੋ। ਉਸੇ ਬਿਜ਼ਨਸ ਨੂੰ ਚਾਹੇ ਛੋਟਾ ਹੋਵੇ ਪਰਮੇਸ਼ਰ ਦੇ ਡਰ ਵਿੱਚ ਕਰਦੇ उसको ईमानदारी से करते जाओ। ਉਸ ਨੂੰ ਇਮਾਨਦਾਰੀ ਦੇ ਨਾਲ ਕਰਦੇ ਰਹੋ। खाली सांस में निकाला करो। ਪਰਮੇਸ਼ਰ ਦਾ ਹਿੱਸਾ ਜਿਹੜਾ ਸਮੇਂ ਦੇ ਕੱਢਿਆ, आपके धन को बढ़ाएगा। ਪਰਮੇਸ਼ਰ ਤੁਹਾਡੇ ਪੈਸੇ ਨੂੰ ਵਧਾਵੇਗਾ, आपकी इज्जत को बढ़ाएगा। ਪਰਮੇਸ਼ਰ ਤੁਹਾਡੀ ਇੱਜ਼ਤ ਨੂੰ ਵਧਾਵੇਗਾ, आपकी इज्जत बढ़ेगी। ਚਾਰੋਂ ਵੱਲ ਤੁਹਾਡੀ ਇੱਜ਼ਤ ਵਧੇਗੀ। पड़ोसी कुछ बड़े रिश्तेदार आपको इज्जत देंगे। ਤੁਹਾਡੇ ਪੜੋਸੀ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਆਸ-ਪੜੋਸ ਦੇ ਲੋਕ ਤੁਹਾਨੂੰ ਇੱਜ਼ਤ ਦੇਣਗੇ। ये तो बहुत अच्छा इंसान है। ਉਹ ਕਹਿਣਗੇ ਇਹ ਤਾਂ ਬਹੁਤ ਚੰਗਾ ਇਨਸਾਨ ਹੈ, मसीह को मानने वाला मसीह इंसान तो बहुत अच्छा है। ਇਹ ਮਸੀਹ ਨੂੰ ਮੰਨਣ ਵਾਲਾ ਇਨਸਾਨ ਤਾਂ ਬਹੁਤ ਚੰਗਾ ਹੈ। आपको इज्जत के साथ बात करेंगे। ਲੋਕ ਤੁਹਾਨੂੰ ਇੱਜ਼ਤ ਦੇ ਨਾਲ ਗੱਲ ਕਰਨਗੇ, लोग आपके साथ इज्जत के साथ डीलिंग करेंगे। ਲੋਕ ਇੱਜ਼ਤ ਦੇ ਨਾਲ ਤੁਹਾਡੇ ਨਾਲ ਡੀਲਿੰਗ करनगे। आपके खुदा की इज्जत को बढ़ाएगा। ਪਰਮੇਸ਼ਰ ਤੁਹਾਡੀ ਇੱਜ਼ਤ ਨੂੰ ਵਧਾਵੇਗਾ। देखो नीति वचन 22 अध्याय की 4 आयत ਵਿੱਚ ਲਿਖਿਆ ਹੈ। नम्रता और यहोवा का भय मानने का फल धन, महिमा और जीवन होता है। परमेश्वर ਦਾ ਭੈ ਮੰਨਣ ਦਾ ਫਲ ਕੀ ਹੁੰਦਾ ਹੈ? ਇੱਕ ਤੋਂ ਪਹਿਲਾ ਫਲ ਨਮਰਤਾ। ਇੱਕ ਨਮਰਤਾ ਤੁਹਾਡੇ ਜੀਵਨ ਜਦੋਂ ਆਏਗੀ, ਪਰਮੇਸ਼ਰ ਦਾ ਡਰ ਤੁਹਾਡੇ ਜੀਵਨ ਚ ਆਏਗਾ ਤੇ ਉਹਦੇ ਫਲ ਕੀ ਹੋਏਗਾ? नम्रता और यहोवा का भय मानने का फल धन, महिमा और जीवन होता है। ਜਦੋਂ ਤੁਸੀਂ ਆਪਣੇ ਜੀਵਨ ਚ ਨਮਰਤਾ ਰੱਖਦੇ ਹੋ, ਪਰਮੇਸ਼ਰ ਦਾ ਡਰ ਰੱਖਦੇ ਹੋ ਤੇ ਤੁਹਾਡੇ ਜੀਵਨ ਚ ਪੈਸਾ ਵੀ ਆਏਗਾ, ਮਹਿਮਾ ਵੀ ਆਏਗੀ ਤੇ ਜੀਵਨ ਵੀ ਮਿਲੇਗਾ। ਪਰਮੇਸ਼ਰ ਤੁਹਾਨੂੰ ਅਨੰਤ ਜੀਵਨ ਦੇਗਾ। ਪਰਮੇਸ਼ਰ ਤੁਹਾਨੂੰ ਸ਼ਾਂਤੀ ਦਾ ਜੀਵਨ, ਪਰਮੇਸ਼ਰ ਤੁਹਾਨੂੰ ਸੱਚਾਈ ਦਾ ਜੀਵਨ ਦੇਗਾ। ਪਰਮੇਸ਼ਰ ਤੁਹਾਨੂੰ ਖੁਸ਼ੀਆਂ ਭਰਾ ਜੀਵਨ ਦੇਗਾ। ਦੇਖੋ ਧਨ ਵੀ ਵਧੇਗਾ, ਤੁਹਾਡੀ ਇੱਜ਼ਤ ਵੀ ਵਧੇਗੀ, ਤੁਹਾਡੇ ਅੰਦਰ ਸ਼ਾਂਤੀ ਵੀ ਆਵੇਗੀ। ਪਰ ਸ਼ਰਤ ਕੀ ਹੈ? ਚਲਦੇ ਬੈਠਦੇ ਉੜਦੇ ਬੈਠਦੇ ਸਮੇਂ ਪਰਮੇਸ਼ਰ ਦਾ ਡਰ ਮੰਨੋ। ਤੇ ਇਹਦਾ ਫਾਇਦਾ ਕੀ ਹੈ? ਪਰਮੇਸ਼ਰ ਦਾ ਡਰ ਮੰਨਣ ਦੇ ਨਾਲ ਚਾਰੋਂ ਵੱਲ ਪਰਮੇਸ਼ਰ ਤੁਹਾਡੀ ਪ੍ਰਸ਼ੰਸਾ ਫੈਲਾਵੇਗਾ। ਪਰਮੇਸ਼ਰ ਤੁਹਾਡੇ ਕੰਮਾਂ ਦੇ ਦੁਆਰਾ ਤੁਹਾਡੀ ਪ੍ਰਸ਼ੰਸਾ ਫੈਲਾਵੇਗਾ। ਪਰਮੇਸ਼ਰ ਤੁਹਾਡੇ ਵਿਚਾਰਾਂ ਦੀ ਪ੍ਰਸ਼ੰਸਾ ਕਰੇ। ਪਰਮੇਸ਼ਰ ਤੁਹਾਡੇ ਸਿਸਟਮ ਦੀ ਪ੍ਰਸ਼ੰਸਾ ਕਰੇ। ਪਰਮੇਸ਼ਰ ਤੁਹਾਡੀ ਸੇਵਾ ਦੀ ਪ੍ਰਸ਼ੰਸਾ ਕਰਾਵੇਗਾ। ਪਰ ਪਰਮੇਸ਼ਰ ਪ੍ਰਸ਼ੰਸਾ ਕਦੋਂ ਕਰਵਾਏਗਾ? ਜਦੋਂ ਤੁਸੀਂ ਉਹਦਾ ਡਰ ਮੰਨਦੇ ਹੋ। ਅਯੂਬ ਦੇ ਬਾਰੇ ਚ ਦੇਖੋ ਲਿਖਿਆ ਕਿ ਪਰਮੇਸ਼ਰ ਖੁਦ ਉਹਦੀ ਤਾਰੀਫ ਕਰ ਰਿਹਾ ਹੈ। ਪਰਮੇਸ਼ਰ ਦਾ ਵਚਨ ਖੁਦ ਦੱਸਦਾ ਹੈ ਕਿ ਅਯੂਬ ਬਾਰੇ ਪਰਮੇਸ਼ਰ ਕਹਿੰਦਾ ਹੈ ਕਿ ਪਰਮੇਸ਼ਰ ਜਿਹੜਾ ਪਰਮੇਸ਼ਰ ਦਾ ਡਰ ਮੰਨਦਾ ਉਹ ਸਿੱਧਾ ਹੈ ਤੇ ਖਰਾ ਹੈ ਤੇ ਪਰਮੇਸ਼ਰ ਦਾ ਡਰ ਮੰਨਣਾ ਤੇ ਬੁਰਾਈ ਤੋਂ ਪਰੇ ਰਹਿਣਾ ਹੈ। ਸੋ ਜਿੰਨੇ ਲੋਕ ਖੁਦਾਵੰਦ ਦਾ ਡਰ ਮੰਨਦੇ, ਪਰਮੇਸ਼ਰ ਖੁਦ ਵੀ ਉਹਨਾਂ ਦੀ ਪ੍ਰਸ਼ੰਸਾ ਕਰੇਗਾ ਤੇ ਦੂਸਰੇ ਤੋਂ ਕਰਵਾਏਗਾ। ਜੇ ਤੁਸੀਂ ਪ੍ਰਸ਼ੰਸਾ ਕਰਵਾਉਣਾ ਚਾਹੋ, ਜੇ ਤੁਸੀਂ ਚਾਹੁੰਦੇ ਤੁਹਾਡੀ ਗਲੀ ਮੁਹੱਲੇ ਦੇ ਲੋਕ, ਤੁਹਾਡੇ ਆਸ ਪੜੋਸ ਦੇ ਲੋਕ ਤੁਹਾਡੀ ਪ੍ਰਸ਼ੰਸਾ ਕਰਨ, ਪਰਮੇਸ਼ਰ ਦਾ ਡਰ ਰੱਖਿਆ ਕਰੋ। पढ़ लो नीति वचन 31 अध्याय ਦੀ 30 है। शोभा तो झूठी और सुंदरता व्यर्थ है। जिन्हीं औरतां शोभा ਵਧਾਉਣ ਦੇ ਵਿੱਚ ਜੁਟੀਆਂ ਰਹਿੰਦੀਆਂ, ਸੁੰਦਰਤਾ ਵਧਾਉਣ ਵਿੱਚ ਜੁਟੀਆਂ ਰਹਿੰਦੀਆਂ। शोभा तो झूठी और सुंदरता व्यर्थ है। शोभा ਤਾਂ ਝੂਠੀ ਹੈ ਤੇ ਸੁੰਦਰਤਾ ਜਿਹੜੀ ਉਹ ਵਿਅਰਥ ਬੇਕਾਰ ਹੈ। परंतु जो स्त्री यहोवा का भय मानती है उसकी प्रशंसा की जाएगी। पर ਜਿਹੜੀ औरत खुदावंद ਦਾ ਡਰ ਮੰਨਦੀ ਹੈ ਉਸ ਦੀ ਤਾਰੀਫ ਕੀਤੀ ਜਾਏ। ਮੈਂ ਸੋਚਦਾ ਕਿ ਇੱਥੇ ਸੁਲੇਮਾਨ ਬਾਦਸ਼ਾਹ ਨੇ ਇਸਤਰੀ ਬਾਰੇ ਲਿਖਿਆ ਹੈ। ਇਹੋ ਗੱਲ ਪੁਰਸ਼ਾਂ ਤੇ ਵੀ ਲਾਗੂ ਹੁੰਦੀ ਹੈ। ਜਿਹੜਾ ਪੁਰਸ਼ ਖੁਦਾਵੰਦ ਦਾ ਡਰ ਮੰਨਦਾ ਹੈ, ਪਰਮੇਸ਼ਰ ਦਾ ਵਚਨ ਦੱਸਦਾ ਉਸ ਦੀ ਪ੍ਰਸ਼ੰਸਾ ਕੀਤੀ ਜਾਏ। ਪਰਮੇਸ਼ਰ ਉਸ ਦੀ ਤਾਰੀਫ ਕਿਸ ਤਰੀਕੇ ਨਾਲ ਕਰੇਗਾ? ਇਹ ਤਾਂ ਖੁਦਾਵੰਦ ਜਾਣਦਾ। ਪਰ ਪਰਮੇਸ਼ਰ ਦਾ ਡਰ ਮੰਨਣ ਦੇ ਨਾਲ ਤੁਹਾਡੀ ਪ੍ਰਸ਼ੰਸਾ ਵਧੇਗੀ। ਜੇ ਤੁਹਾਡੇ ਅੰਦਰ ਖੁਦਾਵੰਦ ਦਾ ਡਰ ਨਹੀਂ ਹੈ, ਤੁਹਾਡੀ ਪ੍ਰਸ਼ੰਸਾ ਨਹੀਂ ਵਧੇਗੀ, ਤੁਹਾਡੀ ਨਿੰਦਾ ਵਧੇਗੀ, ਤੁਹਾਡੇ ਲੋਕ ਬੁਰਾਈ ਕਰਨਗੇ। ਲੋਕ ਕਹਿਣਗੇ ਇਨਸਾਨ ਚੰਗਾ ਹੈ, ਲੋਕ ਕਹਿਣਗੇ ਉਹ ਮਸੀਹ ਨੂੰ ਬੰਨਣ ਵਾਲਾ ਬੰਦਾ ਚੰਗਾ ਨਹੀਂ।
ਤੁਹਾਡੀ ਬੁਰਾਈ ਕਰਨਗੇ ਸਮਝ ਲਓ ਖੁਦਾਵੰਦ ਦੀ ਬੁਰਾਈ ਕਰਦੇ लोग जब आपकी प्रशंसा करेंगे, ਪਰ ਲੋਕ ਜਦੋਂ ਤੁਹਾਡੀ ਤਾਰੀਫ ਕਰਨਗੇ आपके परमेश्वर की प्रशंसा ਸਮਝ लਓ ਤੁਹਾਡੇ ਪਰਮੇਸ਼ਰ ਦੀ ਪ੍ਰਸ਼ੰਸਾ ਕਰਨਗੇ। पॉइंट ਅਗਲਾ ਪੁਆਇੰਟ, 14ਵਾਂ ਪੁਆਇੰਟ, ਪਰਮੇਸ਼ਰ ਦਾ ਭੈ ਮੰਨਣ ਵਾਲੇ ਲੋਕਾਂ ਦੀ ਗੱਲਾਂ ਨੂੰ ਪਰਮੇਸ਼ਰ ਧਿਆਨ ਲਗਾ ਕੇ ਸੁਣਦਾ ਹੈ। ਯਾਨੀ ਜਿਹੜੇ ਲੋਕ ਪਰਮੇਸ਼ਰ ਦਾ ਡਰ ਮੰਨਣ ਵਾਲੇ ਹੁੰਦੇ ਨੇ, ਚਾਹੇ ਉਹ ਛੋਟੀ ਛੋਟੀ ਗੱਲਾਂ ਵੀ ਕਰਨ, ਚਾਹੇ ਛੋਟਾ ਜਿਹਾ ਵੀ ਜਵਾਬ ਦੇ, ਪਰਮੇਸ਼ਰ ਉਹਨਾਂ ਦੀ ਗੱਲ ਦੀ ਵੈਲਿਊ ਨੂੰ ਸਮਝਦਾ ਹੈ। ਪਰਮੇਸ਼ਰ ਉਹਨਾਂ ਲੋਕਾਂ ਵੱਲ ਆਪਣੇ ਕੰਨਾਂ ਨੂੰ ਲਗਾ ਕੇ ਸੁਣਦਾ ਹੈ ਤੇ ਪਰਮੇਸ਼ਰ ਦੇ ਡਰ ਮੰਨਣ ਵਾਲੇ ਲੋਕ ਜਦੋਂ ਕਹਿਣ ਕਿ ਇਹ ਸਾਨੂੰ ਚਾਹੀਦਾ ਹੈ, ਨਹੀਂ ਚਾਹੀਦਾ, ਜਾਂ ਜਦੋਂ ਆਪਸ ਵਿੱਚ ਗੱਲਾਂ ਵੀ ਕਰਦੇ ਆ, ਪਰਮੇਸ਼ਰ ਧਿਆਨ ਲਗਾ ਕੇ ਸੁਣਦਾ ਹੈ। पढ़ लो मलाकी 3 अध्याय की 16 आयत में लिखा है, तब यहोवा का भय मानने वालों ने आपस में बातें की। लिखा कि परमेश्वर का भय मनन वाले ने आपस में गल्लां कीतियां और यहोवा का ध्यान धरकर उनकी सुनता था। और यहोवा ध्यान धरकर उनकी सुनता था। जदों परमेश्वर का भय मनन वाले ने आपस में गल्लां कीतियां, परमेश्वर अपना ध्यान नु लगा के उन्होंने सुनदा है। जे परमेश्वर उस समय सुनदा सी ते आज भी सुनदा है। परमेश्वर का डर मनन वाले भाइयों ते बहनों, मेरे प्यारे बच्चों, जदों तुसी कोई भी गल करदे हो और परमेश्वर के वचन ही छोके गल करदे, ਤੁਹਾਡੀ छोटी जी छोटी गल भी परमेश्वर ध्यान लगा के सुनेगा। छोटे छोटे सुझावां भी ध्यान लगा के उनके ते अमल करेगा। परमेश्वर कहेगा जब मेरे दास ने इस गल को पसंद नहीं किया, मेरे डर मनन वाले विश्वासी ने इस गल को पसंद नहीं किया, खुदावंद कहेगा मैं भी इसको पसंद क्यों करा। काफी साल पहले एक प्रोजेक्ट चलाया करते सी, प्रोजेक्ट चलाने तो बाद सानू कोई प्रॉब्लम्स आई, ਅਸੀਂ ਉਸ ਨੂੰ ਬੰਦ ਕਰ ਦਿੱਤਾ। ਅਸੀਂ ਕਿਹਾ ਕਿ ਪ੍ਰਭੂ ਜੀ ਅਸੀਂ ਨਹੀਂ ਇਸ ਨੂੰ ਚਲਾਵਾਂਗੇ, ਕਿ ਜਿਸ ਤਰੀਕੇ ਨਾਲ ਸੰਸਥਾ ਵਾਲੇ ਚਲਾਉਣ ਨੂੰ ਕਹਿੰਦੇ ਅਸੀਂ ਉਸ ਤਰੀਕੇ ਨਾਲ ਨਹੀਂ ਚਲਾਵਾਂਗੇ। ਹਾਂ ਅਸੀਂ ਉਸ ਨੂੰ ਬੰਦ ਕਰ ਦਿੱਤਾ। ਜਦੋਂ ਅਸੀਂ ਬੰਦ ਕਰ ਦਿੱਤਾ, ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਉਹ ਪ੍ਰੋਜੈਕਟ ਚੱਲਦੇ ਸੀ, ਸਾਰੇ ਦੇ ਸਾਰੇ ਪ੍ਰੋਜੈਕਟ ਬੰਦ ਹੋ ਗਏ। देखो खुदावंद सारे इंडिया विचों प्रोजेक्ट बंद कर दिए। अस्सी परमेश्वर ने थोड़ा किया सी कि सारे इंडिया विच प्रोजेक्ट, अस्सी अपनी सोच विच सोच लिया कि यह प्रोजेक्ट चलाना साडा काम नहीं, यानी कि वो प्रोजेक्ट जिहड़ा कोई गलत थोड़ा सी बच्चों को पढ़ाने दा ही काम। एक संस्था ने सानू प्रोजेक्ट दसे तुसी ये प्रोजेक्ट चलाओ, अस तुहाडी सहायता करिया करांगे, पर जिस ढंग नाल तू कहंदे सी असीं उस ढंग नाल नहीं चला सकदे। वो कहंदे सी तुसी ज्यादा खर्चा करो, असीं कहंदे सी असीं ज्यादा क्यों करिए, भाई जिन्नी जरूरत है असीं उन्ना खर्चा करांगे। वो संस्था वाले कहंदे सी नहीं ज्यादा खर्चा, असीं उन्हें लिख के दे दिता, ईमेल कर दी सी असीं प्रोजेक्ट नहीं चलावांगे। ਅਸੀਂ उस टाइम जब प्रोजेक्ट ਨੂੰ ਬੰਦ ਕੀਤਾ, ਕਾਫੀ ਸੰਸਥਾ ਵਾਲੇ ਕਾਫੀ ਪ੍ਰੋਜੈਕਟ ਚਲਾਉਣ ਵਾਲੇ ਸਾਨੂੰ ਕਹਿਣ ਲੱਗੇ ਤੁਸੀਂ ਇਸ ਪ੍ਰੋਜੈਕਟ ਨੂੰ ਬੰਦ ਕਿਉਂ ਕੀਤਾ। ਅਸੀਂ ਕਿਹਾ ਕਿ ਅਸੀਂ ਬੰਦ ਕਰ ਦਿੱਤਾ ਬਸ ਪ੍ਰਭੂ ਦੀ ਆਤਮਾ ਦੀ ਅਗਵਾਈ। ਕੁਝ ਸਮੇਂ ਦੇ ਬਾਅਦ ਇੰਡੀਆ ਵਿੱਚ ਹਜ਼ਾਰਾਂ ਜਿਹੜੇ ਪ੍ਰੋਜੈਕਟ ਚੱਲੇ ਸੀ ਸਾਰੇ ਦੇ ਸਾਰੇ ਬੰਦ ਹੋ ਗਏ। ਵਚਨ ਦੇ ਕਿ ਜੋ ਕੁਝ ਤੁਸੀਂ ਪ੍ਰਿਥਵੀ ਤੇ ਬੰਨੋਗੇ ਉਹ ਸਵਰਗ ਵਿੱਚ ਬੰਨੇਗਾ। परमेश्वर का डर मनन वाले जो कुछ भी गल आपस में करते हैं, परमेश्वर ध्यान लगा के, पर जिहड़े परमेश्वर का डर मनन वाले नहीं होते उन्हां दी गल्लां वल परमेश्वर ध्यान नहीं लगाता। 15वां पॉइंट, परमेश्वर का वचन दसदा है परमेश्वर का भय मनन वाले लोग एक सूरज दी नाई चमकणगे। एक दिन वो सूरज दी नाई चमकणगे जिस दिन न्याय दा दिन होवेगा। परमेश्वर के डर मनन वाले नु परमेश्वर ठा के ले जाएगा।
चमकेंगे। ਉਸ ਤੋਂ ਬਾਅਦ 1000 ਸਾਲ ਦੇ ਰਾਜ ਵਿੱਚੋਂ ਲੋਕ ਚਮਕਣਗੇ। के साथ को लोग राज्य करेंगे। ਪਰਮੇਸ਼ਰ ਦੇ ਨਾਲ ਉਹ ਲੋਕ ਰਾਜ ਕਰਨਗੇ। जो लोग आज खुदा का डर नहीं मानते, ਪਰ ਜਿਹੜੇ ਲੋਕ ਅੱਜ ਖੁਦਾਵੰਦ ਦਾ ਡਰ ਨਹੀਂ ਮੰਨਦੇ, इस प्रकार का कुछ नहीं होगा। ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਹੋਏਗਾ। मलाकी 4:2 में क्या पढ़ लिखा? लियो मलाकी 4 अध्याय ਦੀ 2 आयत ਵਿੱਚ ਕੀ ਲਿਖਿਆ ਹੈ? परंतु तुम्हारे लिए जो मेरे नाम का भय मानते हो, धर्म का सूर्य उदय होगा और उसकी किरणों के द्वारा तुम चंगे हो जाओगे और तुम निकलकर पाले हुए बछड़ों की नाई कूदोगे और फांदोगे। देखिए परमेश्वर का वचन क्या कहता है? देखो परमेश्वर ਦਾ वचन ਕੀ ਦੱਸਦਾ ਹੈ? लोग जो मेरे नाम का डर मानते हो, ਤੁਸੀਂ ਲੋਕ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ, एक दिन सूर्य की तरह चमकोगे। ਇੱਕ ਦਿਨ ਸੂਰਜ ਦੀ ਨਾਈ ਚਮਕੋਗੇ। आज आपको कोई कुछ नहीं समझता हो, ਹੋ ਸਕਦਾ ਹੈ ਤੁਹਾਨੂੰ ਕੋਈ ਕੁਝ ਨਾ ਸਮਝਦਾ। मेरी बहन, आपका पति, आपकी बच्ची आपको कुछ ना समझते ਹੋ हो, ਸਕਦਾ ਮੇਰੇ ਭੈਣ, ਮੇਰੇ ਤੁਹਾਡੇ ਪਤੀ, ਤੁਹਾਡੇ ਬੱਚੇ ਤੁਹਾਡੇ ਕੁਝ ਨਾ ਸਮਝਦੇ। मेरी बहन, आपकी पत्नी, आपकी बच्ची आपको कुछ ना ਹੋ समझते ਸਕਦਾ ਮੇਰੇ ਭਾਈ, ਤੁਹਾਡੇ ਪਤੀ, ਤੁਹਾਡੀ ਪਤਨੀ, ਤੁਹਾਡੇ ਬੱਚੇ ਤੁਹਾਨੂੰ ਕੁਝ ਨਾ हो, ਸਮਝਦੇ। आज पड़ोस कुछ बोलो आपको कुछ ना समझता ਹੋ हो, ਸਕਦਾ ਤੁਹਾਡਾ ਆਸ ਪੜੋਸ, ਤੁਹਾਡਾ ਗਲੀ ਮਹੱਲਾ ਕੁਝ ਨਾ ਸਮਝਦਾ ਹੋਵੇ। लेकिन आप खुदा का डर मानते रहे। ਪਰ ਜੇ ਤੁਸੀਂ ਪਰਮੇਸ਼ਰ ਦਾ ਡਰ ਮੰਨਦੇ ਰਹੋ, एक दिन वचन कहता है, बेटी कहते हैं, आप सूर्य की तरह चमकोगे। ਵਚਨ ਕਹਿੰਦਾ ਮੈਂ ਨਹੀਂ ਕਹਿੰਦਾ ਇੱਕ ਦਿਨ ਤੁਸੀਂ ਸੂਰਜ ਦੀ ਨਾਈ ਚਮਕੋਗੇ। 16 बार लास्ट पाए। 16ਵਾਂ ਤੇ ਲਾਸਟ ਪੁਆਇੰਟ, परमेश्वर का डर मानने वाले लोग परमेश्वर को अच्छे लगते हैं। ਪਰਮੇਸ਼ਰ ਦੇ ਡਰ ਮੰਨਣ ਵਾਲੇ ਲੋਕ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ। जो लोग खुदा का डर नहीं ਪਰ मानते, ਜਿਹੜੇ ਲੋਕ ਖੁਦਾਵੰਦ ਦਾ ਡਰ ਨਹੀਂ ਮੰਨਦੇ, उनके वचन को तोड़ते हैं, ਪਰਮੇਸ਼ਰ ਦੇ ਵਚਨ ਨੂੰ ਤੋੜਦੇ ਨੇ, वो लोग अच्छे नहीं लगते। ਪਰਮੇਸ਼ਰ ਨੂੰ ਲੋਕ ਚੰਗੇ ਨਹੀਂ ਲੱਗਦੇ। प्रेरितों का 10:35 में ਪੜ੍ਹ ਲਓ ਪ੍ਰੇਰਿਤੋਂ ਦੇ ਕੰਮ 10 ਅਧਿਆਇ ਦੀ 35 ਆਇਤ ਵਿੱਚ ਕੀ ਲਿਖਿਆ ਹੈ? अब मुझे निश्चय हुआ कि परमेश्वर किसी का पक्ष नहीं रखता, वरन हर जाति में जो उससे डरता है और धर्म के काम करता है वह उसे भाता है। जाति भी जो परमेश्वर से डरता है, ਹਰ ਜਾਤੀ ਦੇ ਵਿੱਚੋਂ ਜਿਹੜਾ ਪਰਮੇਸ਼ਰ ਤੋਂ ਡਰਦਾ ਹੈ, किसी भी जाति में से ਉਹ ਕਿਸੇ ਵੀ ਜਾਤੀ ਵਿੱਚੋਂ जो ਹੋਵੇ, परमेश्वर से डरता है, ਜਿਹੜਾ ਉਸ ਪਰਮੇਸ਼ਰ ਤੋਂ ਡਰਦਾ ਹੈ धर्म के काम करते ਤੇ ਧਰਮ ਦੇ ਕੰਮਾਂ ਨੂੰ ਕਰਦਾ ਹੈ। हैं। मतलब ये नहीं सही धर्म के काम, ਧਰਮ ਦੇ ਕੰਮਾਂ ਦਾ ਮਤਲਬ ਇਹ ਨਹੀਂ ਕਿ ਈਸਾਈ ਧਰਮ ਦੇ ਕੰਮ। परमेश्वर के प्रति भी धर्म का मतलब परमेश्वर के वचन के काम, ਬਾਈਬਲ ਦੇ ਮੁਤਾਬਿਕ ਧਰਮ ਦਾ ਕੰਮ ਕਰਨਾ, ਪਰਮੇਸ਼ਰ ਦੇ ਵਚਨ ਦੇ ਕੰਮਾਂ ਨੂੰ ਕਰਨਾ, परमेश्वर के वचन के मुताबिक ਪਰਮੇਸ਼ਰ ਦੇ ਵਚਨ ਦੇ ਮੁਤਾਬਿਕ ਭਲੇ ਕੰਮਾਂ ਨੂੰ ਕਰਨਾ। जो कोई धर्म के काम करता है, ਜਿਹੜਾ ਕੋਈ ਧਰਮ ਦੇ ਕੰਮ ਕਰਦਾ ਹੈ, परमेश्वर से डरता है, ਔਰ ਜਿਹੜਾ ਪਰਮੇਸ਼ਰ ਤੋਂ ਡਰਦਾ ਹੈ, वो भी उस परमेश्वर को पाता है। ਲਿਖਿਆ ਕਿ ਉਹ ਮਨੁੱਖ ਜਿਹੜਾ ਪਰਮੇਸ਼ਰ ਨੂੰ ਭਾਉਂਦਾ ਹੈ। हालेलुया। ਹਾਲੇਲੂਇਆ। जो लोग खुदा का डर नहीं ਪਰ मानते, ਜਿਹੜੇ ਲੋਕ ਖੁਦਾਵੰਦ ਦਾ ਡਰ ਨਹੀਂ वो ਮੰਨਦੇ, लोग परमेश्वर को अच्छे नहीं लगते। ਉਹ ਲੋਕ ਪਰਮੇਸ਼ਰ ਨੂੰ ਚੰਗੇ ਨਹੀਂ ਲੱਗਦੇ। ਤੇ ਭਜਨ ਸੰਹਿਤਾ 111 ਅਧਿਆਇ ਦੀ 9 ਆਇਤ ਵਿੱਚ ਲਿਖਿਆ ਹੈ, भजन संहिता 111 अध्याय उसकी 9 आयत, उसने अपनी प्रजा का उद्धार किया। भजन संहिता 111 अध्याय उसकी 9 आयत, उसने अपनी प्रजा का उद्धार किया है, उसने अपनी वाचा को सदा के लिए ठहराया है, उसका नाम पवित्र और भय के योग्य है। उससे परमेश्वर का नाम पवित्र है ते भय मनन वाला है, डर दे योग है। उस दे नाम तो डर मनना चाहिए। ते भय नु इंग्लिश विच लिखिया, इंग्लिश दी बाइबल विच रेवरेंट। भय योग्य दा मतलब इंग्लिश विच रेवरेंट लिखिया है। ते कितने पास्टर लोग भी अपने नाम दे आगे रेवरेंट लगा के चलते हैं। देखो रेवरेंट तो सिर्फ उससे परमेश्वर का नाम है। किसी पास्टर का नाम या किसी व्यक्ति का नाम जो रेवरेंट नहीं। किन्ने पास्टर के नाम दे अगे रेवरेंट लग्या, बाइबल किसी नाम दे अगे रेवरेंट नहीं लग्या। सिर्फ उससे का ही नाम पवित्र ते भय मनन वाला है। हालेलुया। मैं बाइबल चो कुछ ऐदा दे सेवका, कुछ ऐदा दे व्यक्तियां बारे दसांगा जिन्हां दे बारे स्पष्ट लिखिया है कि वो परमेश्वर दा भय मनदे सी। इब्राहिम बारे लिखिया है। जदों असीं उत्पत्ति दी किताब 22 अध्याय दी 12 आयत विच देखिए, उसने कहा उसके लड़के पर हाथ मत बढ़ा और न उससे कुछ कर, क्योंकि तूने जो मुझसे अपने पुत्र वरन अपने इकलौते पुत्र को भी नहीं रख छोड़ा, इससे मैं अब जान गया हूं कि तू परमेश्वर का भय मानता है। स्वर्गदूत ने इब्राहिम नु कहा, अपने पुत्र ते हाथ ना बढ़ा, इहदे नाल मैं जान गया वां कि तू परमेश्वर दा भय मनदा है। यूसुफ दे बारे विच उत्पत्ति 42 अध्याय दी 18 आयत विच लिखिया होया है। तीसरे दिन यूसुफ ने उससे कहा, एक काम करो तब जीवित रहोगे,
क्योंकि मैं परमेश्वर का भय मानता हूँ। यूसुफ भाइयों से क्या बोल रहा है? देखो यूसुफ अपने ਭਰਾਵਾਂ ਨੂੰ ਕੀ ਕਹਿ ਰਿਹਾ ਹੈ? ये काम करो जिससे तुम जीवित रहोगे, ਤੁਸੀਂ ਇੱਕ ਕੰਮ ਕਰੋ ਜਿਹਦੇ ਨਾਲ ਤੁਸੀਂ ਜਿਉਂਦੇ ਰਹੋਗੇ, क्योंकि मैं परमेश्वर का डर मानता हूँ। ਕਿਉਂਕਿ ਮੈਂ ਪਰਮੇਸ਼ਰ ਦਾ ਡਰ ਮੰਨਦਾ ਹਾਂ। यूसुफ ने खुद कहा मैं परमेश्वर का डर मानता हूँ। यूसुफ ने खुद किया कि मैं परमेश्वर का डर मानता हूँ। मूसा के ससुर ने मूसा को एक सलाह दी, मूसा ਦੇ ससुर ने मूसा ਨੂੰ ਇੱਕ ਸਲਾਹ ਦਿੱਤੀ उनके डर मानने बारे ਪਰਮੇਸ਼ਰ ਦਾ ਡਰ ਮੰਨਣ ਬਾਰੇ। कि किसमें पढ़ोगे? निर्गमन 18 अध्याय ਦੀ 21 अध्याय पढ़ लियो। फिर तू इन सब लोगों में से ऐसे पुरुषों को छांट ले जो गुणी और परमेश्वर का भय मानने वाले। मूसा के ससुर ने मूसा को क्या सलाह दी? देखो मूसा ਦੇ ससुर ने मूसा ਨੂੰ ਕੀ ਸਲਾਹ ਦਿੱਤੀ खुद ही सबका न्याय करता रहता कि है। तू सारा दिन बैठा खुद ही सब ਦਾ ਨਿਆਂ ਕਰਦਾ ਰਹਿ। काम करके लोगों में कुछ लोगों को छांट ले, ਤੂੰ ਏਦਾਂ ਕਰੇ ਨਾ ਲੋਕਾਂ ਦੇ ਵਿੱਚ ਗੁਣੀ ਲੋਕਾਂ ਨੂੰ ਛਾਂਟ ਲੈ परमेश्वर का डर मानने ਜਿਹੜੇ ਪਰਮੇਸ਼ਰ ਦਾ ਡਰ ਮੰਨਦੇ ਹੋਣ। हालेलुया। हालेलुया। देखिए मूसा के ससुर ने मूसा को सलाह दी, देखो मूसा ਦੇ ससुर ने मूसा ਨੂੰ ਸਲਾਹ ਦਿੱਤੀ कुछ हो ਜਿਹੜੇ ਗੁਣ ਵਾਲੇ ਹੋਣ परमेश्वर का डर मानने ਤੇ ਪਰਮੇਸ਼ਰ ਦਾ ਭੈ ਮੰਨਣ ਵਾਲੇ ਹੋਣ, लोगों को छांट ले। ਉਹਨਾਂ ਲੋਕਾਂ ਨੂੰ ਤੇ ਛੰਡ ਲੈ। नehemiया की बात में 5 की 15 में पढ़े, ਜਦੋਂ ਅਸੀਂ ਨehemia ਦੀ ਕਿਤਾਬ ਵਿੱਚ 5 ਅਧਿਆਇ ਦੀ 15 ਆਇਤ ਬਾਰੇ ਪੜ੍ਹੀਏ, नehemiया भी कहता है ਨehemia ਵੀ ਏਦਾਂ ਹੀ ਕਹਿੰਦਾ ਹੈ। परंतु पहले अधिपति जो मुझसे आगे थे वह प्रजा पर भार डालते थे और उनसे रोटी और दाख मधु और इससे अधिक 40 शेकेल चांदी लेते थे, वरन उनके सेवक भी प्रजा के ऊपर अधिकार जताते थे। परंतु मैं ऐसा नहीं करता था क्योंकि मैं यहोवा का भय मानता था। नehemiया ने क्या कहा? देखो ਨehemia ਨੇ ਕੀ ਕਿਹਾ? इससे पहले के जो अधिपति थे, जो लीडर थे, जो मंत्री थे, ਮੇਰੇ ਤੋਂ ਪਹਿਲੇ ਜਿਹੜੇ ਅਧਿਪਤੀ ਮੰਤਰੀ ਲੀਡਰ ਸੀ वो खुदा का डर नहीं मानते, ਉਹ ਖੁਦਾਵੰਦ ਦਾ ਡਰ ਨਹੀਂ ਮੰਨਦੇ ਸੀ उससे जो तो लेते थे, ਤੇ ਲੋਕ ਉਹਨਾਂ ਕੋਲ ਕੁਝ ਏਦਾਂ ਲੈਂਦੇ ਰਹਿੰਦੇ ਸੀ, ਰੋਟੀ ਤੇ ਦਾਖ ਮਧੂ ਏਦਾਂ ਲੈਂਦੇ ਰਹਿੰਦੇ ਸੀ पैसा भी लेते थे, ਤੇ ਜਦ ਤੱਕ ਪੈਸਾ ਵੀ ਲੈਂਦੇ ਸੀ। ऐसा नहीं ਪਰ करता, ਉਹ ਕਹਿੰਦਾ ਕਿ ਮੈਂ ਏਦਾਂ ਨਹੀਂ ਕਰਦਾ परमेश्वर का भय मानता, ਕਿਉਂਕਿ ਮੈਂ ਪਰਮੇਸ਼ਰ ਦਾ ਭੈ ਮੰਨਦਾ ਹਾਂ। नehemiया भी खुदा का डर मानता। ਨehemia ਨੇ ਲਿਖਿਆ ਖੁਦਾਵੰਦ ਦਾ ਡਰ ਮੰਨਦਾ ਸੀ। ਮੈਂ ਪਹਿਲੇ ਹੀ ਦੱਸ ਚੁੱਕਿਆ ਅਯੂਬ ਪਹਿਲਾ ਅਧਿਆਇ ਦੀ ਪਹਿਲੀ ਆਇਤ ਵਿੱਚ ਲਿਖਿਆ ਹੈ, ਪਰਮੇਸ਼ਰ ਨੇ ਉਹਦੇ ਬਾਰੇ ਚ ਖੁਦ ਕਿਹਾ ਕੀ ਕਿਹਾ? उस देश में अय्यूब नाम का एक पुरुष था, वह खरा और सीधा था और परमेश्वर का भय मानता और बुराई से परे रहता था। ਅਯੂਬ ਪਰਮੇਸ਼ਰ ਦਾ ਡਰ ਮੰਨਦਾ ਸੀ। ਜਦੋਂ ਅਸੀਂ ਯੋਨਾ 1 ਅਧਿਆਇ ਦੀ 9 ਆਇਤ ਵਿੱਚ ਦੇਖੀਏ, ਜਦੋਂ ਯੋਨਾ ਜਿਸ ਕਿਸ਼ਤੀ ਵਿੱਚ ਸਵਾਰ ਸੀ ਉਹ ਜਹਾਜ਼ ਜਦੋਂ ਡੁੱਬ ਰਿਹਾ ਸੀ, ਜਦੋਂ ਲੋਕਾਂ ਨੇ ਪੁੱਛਿਆ ਕਿ ਤੂੰ ਕਿੱਥੋਂ ਆਇਆ ਹੈ, देखो योना की कह रहा है? उससे उनसे कहा मैं इब्री हूँ और स्वर्ग का परमेश्वर यहोवा जिसने जल स्थल दोनों को बनाया है उसी का भय मानता हूँ। देखो योना भी खुद कह रहा है मैं उससे परमेश्वर का डर मानता हूँ। बेशक वो परमेश्वर की आज्ञा को तोड़ के बच गया, फिर भी वो परमेश्वर की गवाही दे रहा है कि जिस परमेश्वर ने जल थल दोनों को बनाया मैं उससे डर मानता हूँ। पहली कलीसिया प्रेरितों के काम 9 अध्याय 31 आयत में लिखा वो भी खुदावंद दे डर विच वधदी गई। सो सारी यहूदिया और गलील और सामरिया में कलीसिया को चैन मिला और उसकी उन्नति होती गई और वह प्रभु के भय और पवित्र आत्मा की शांति में चलती और बढ़ती जाती थी। प्रभु दे डर विच वधदी जांदी। कलीसिया तब वधदी जद कलीसिया च खुदावंद दा भय डर होवेगा, जिस सेवा च खुदावंद दा डर होवेगा, जेड़ा सेवक पाप करन तो डरेगा, प्रभु दा वचन तोड़न तो डरेगा, जेड़ी कलीसिया खुदावंद दा वचन तोड़न तो डरेगी, परमेश्वर उस कलीसिया नु वधांदा है। इसलिए उस इंसान ने कभी समझौता नहीं करते जो परमेश्वर का वचन तोड़ के आगे बढ़ते। पहली कलीसिया परमेश्वर के डर विच वधदी थी। आज भी इस देश में समाज में हजारों लाखों कलीसिया इदां दी हैं जिहड़ी परमेश्वर के डर विच है ते अगे वधदियां जा रही। कुरनेलियस बारे प्रेरितों के काम 10 अध्याय 2 आयत विच लिखिया है, उनके व्यवस्था विच लिखिया कि वो परमेश्वर तो डरदा सी। वह भक्त था और अपने सारे घराने समेत परमेश्वर से डरता था। अपने सारे घराने समेत, ऐदा नहीं कि उनकी पत्नी डरती थी, उनके बच्चे डरते
ਉਸ ਤੋਂ ਬਾਅਦ ਲਿਖਿਆ ਹੈ ਕਿ ਉਹ ਪਰਮੇਸ਼ਰ ਦਾ ਡਰ ਮੰਨਣ ਵਾਲਾ ਸੀ। ਉਹਦੇ ਦਾਨ, ਉਹਦੀ ਪ੍ਰਾਰਥਨਾ ਜਿਹੜੀ ਪਰਮੇਸ਼ਰ ਕੋਲ ਪਹੁੰਚੀਆਂ। ਜਦੋਂ ਤੁਸੀਂ ਖੁਦਾਵੰਦ ਦਾ ਡਰ ਮੰਨ ਕੇ ਉਸ ਨੂੰ ਦਾਨ ਚੰਦਾ ਦਿਓ, ਪਰਮੇਸ਼ਰ ਦੇ ਕੋਲੋਂ ਪਹੁੰਚੇਗਾ। ਪਰਮੇਸ਼ਰ ਦਾ ਡਰ ਮੰਨ ਕੇ ਜੇ ਤੁਸੀਂ ਪ੍ਰਾਰਥਨਾ ਕਰੋਗੇ, ਪਰਮੇਸ਼ਰ ਕੋਲ ਪਹੁੰਚ ਜਾਵੇਗਾ। ਤੁਸੀਂ ਉਤਪਤੀ ਦੀ ਕਿਤਾਬ ਵਿੱਚ ਕੈਨ ਤੇ ਹਾਬਿਲ ਦੋ ਭਰਾਵਾਂ ਬਾਰੇ ਪੜ੍ਹਿਆ ਹੋਵੇਗਾ। ਇੱਕ ਦੀ ਭੇਡ ਨੂੰ ਪਰਮੇਸ਼ਰ ਨੇ ਸਵੀਕਾਰ ਕੀਤਾ, ਦੂਸਰੇ ਦੀ ਭੇਡ ਨੂੰ ਕਬੂਲ ਨਾ ਕੀਤਾ। ਹਾਬਿਲ ਦੀ ਭੇਡ ਨੂੰ ਕਬੂਲ ਕਿਉਂ ਕੀਤਾ? ਕਿਉਂਕਿ ਉਹ ਪਰਮੇਸ਼ਰ ਤੋਂ ਡਰਦਾ ਸੀ। ਉਹਦੀ ਸੋਚ, ਉਹਦੇ ਦਿਲ, ਉਹਦੇ ਵਿਚਾਰ ਚੰਗੇ ਸੀ। ਪਰ ਪਰਮੇਸ਼ਰ ਨੇ ਉਸਦੇ ਭਰਾ ਕੈਨ ਦੀ ਭੇਡ ਨੂੰ ਕਬੂਲ ਨਾ ਕੀਤਾ। ਪਰਮੇਸ਼ਰ ਨੇ ਉਸਦੇ ਬਾਰੇ ਖੁਦ ਕਿਹਾ ਕਿ ਜੇ ਤੂੰ ਸੱਚੀ ਸੋਚ ਰੱਖੇ, ਸਾਫ਼ ਸ਼ੁੱਧ ਪਵਿੱਤਰ ਹਿਰਦੇ ਰੱਖੇ, ਮੈਂ ਤੇਰੀ ਭੇਡ ਨੂੰ ਵੀ ਕਬੂਲ ਕਿਉਂ ਨਾ ਕਰਾਂ। ਖੁਦਾਵੰਦ ਦੇ ਲੋਕ, ਇੱਕ ਗੱਲ ਧਿਆਨ ਨਾਲ ਸੁਣ ਲਓ। ਜੇਕਰ ਤੁਹਾਡੇ ਅੰਦਰ ਪਰਮੇਸ਼ਰ ਦਾ ਡਰ ਤਾਂ ਹੈ, ਜਿੰਨੀ ਮਰਜ਼ੀ ਤੁਸੀਂ ਸੰਗਤ ਅਟੈਂਡ ਕਰ ਲਓ, ਜਿੰਨਾ ਮਰਜ਼ੀ ਤੁਸੀਂ ਚਰਚ ਜਾਣ ਲਈ ਦੂਰ ਦੂਰ ਚਲੇ ਜਾਓ, ਜਿੰਨੀ ਮਰਜ਼ੀ ਤੁਸੀਂ ਪ੍ਰਾਰਥਨਾ ਕਰੋ, ਜਿੰਨਾ ਮਰਜ਼ੀ ਤੁਸੀਂ ਦਾਨ ਦਿਓ, ਜਿੰਨਾ ਮਰਜ਼ੀ ਤੁਸੀਂ ਚਰਚ ਵਿੱਚ ਸੇਵਾ ਕਰੋ, ਤੁਹਾਡੀ ਸੇਵਾ ਕਬੂਲ ਨਹੀਂ ਹੋਵੇਗੀ। ਪਰਮੇਸ਼ਰ ਦਾ ਡਰ ਮੰਨਣ ਵਾਲੇ ਜੇਕਰ ਛੋਟਾ ਜਿਹਾ ਵਿਧਾਨ ਚੰਦਾ ਦਿੰਦੇ ਨੇ, ਪਰਮੇਸ਼ਰ ਉਸ ਨੂੰ ਕਬੂਲ ਕਰਦਾ ਹੈ। ਜਿਹੜਾ ਉੱਪਰ ਵਾਲੇ ਤੋਂ ਡਰਦਾ ਹੈ, ਯਾਦ ਰੱਖੋ, ਉਹਨੂੰ ਨੀਚੇ ਵਾਲੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਨੀਚੇ ਦੇ ਬੰਮਾਂ ਤੋਂ, ਤਲਵਾਰਾਂ ਤੋਂ, ਤੋਪਾਂ ਤੋਂ ਡਰਨ ਦੀ ਉਸਨੂੰ ਜ਼ਰੂਰਤ ਨਹੀਂ। ਉਸਨੂੰ ਦੁਨੀਆ ਤੋਂ ਡਰਨ ਦੀ ਜ਼ਰੂਰਤ ਨਹੀਂ। ਪਰਮੇਸ਼ਰ ਦੇ ਵਚਨ ਵਿੱਚ 366 ਵਾਰ ਕਹਿੰਦੇ ਨੇ, ਨਾ ਡਰ, ਨਾ ਡਰ, ਨਾ ਡਰ। ਉਹ ਕਹਿੰਦੇ, ਪਰਮੇਸ਼ਰ ਕਹਿੰਦਾ ਕਿ ਮੇਰੇ ਤੋਂ ਡਰ, ਦੁਨੀਆ ਤੋਂ ਨਾ ਡਰ। ਪਰ ਬਹੁਤ ਸਾਰੇ ਲੋਕ ਉਲਟ ਕਰਦੇ ਨੇ, ਪਰਮੇਸ਼ਰ ਤੋਂ ਡਰਦੇ ਨਹੀਂ, ਦੁਨੀਆ ਤੋਂ ਡਰਦੇ ਨੇ। ਸਾਨੂੰ ਹਰ ਘੜੀ, ਹਰ ਪਰ, ਹਰ ਸਮੇਂ ਉੜਦੇ ਬੈਠਦੇ, ਚਲਦੇ ਫਿਰਦੇ, ਸਫਰ ਕਰਦੇ ਹੋਏ ਸਮੇਂ ਪਰਮੇਸ਼ਰ ਤੋਂ ਡਰਨਾ ਚਾਹੀਦਾ ਹੈ। ਸਾਨੂੰ ਡਿਊਟੀ ਕਰਦੇ ਵਕਤ, ਵਿਵਹਾਰ ਕਰਦੇ ਵਕਤ, ਡੀਲਿੰਗ ਕਰਦੇ ਵਕਤ, ਲੈਣ ਦੇਣ ਸਮੇਂ ਪਰਮੇਸ਼ਰ ਤੋਂ ਡਰਨਾ ਚਾਹੀਦਾ ਹੈ। ਇੰਟਰਵਿਊ ਦਿੰਦੇ ਸਮੇਂ, ਸੇਵਾ ਕਰਦੇ ਵਕਤ ਪਰਮੇਸ਼ਰ ਤੋਂ ਡਰਨਾ ਚਾਹੀਦਾ ਹੈ। ਵਿਆਹ ਕਰਾਉਂਦੇ ਸਮੇਂ ਪਰਮੇਸ਼ਰ ਤੋਂ ਡਰਨਾ ਚਾਹੀਦਾ ਹੈ। ਕਿੰਨੇ ਭਾਈ ਭੈਣਾਂ ਜਦੋਂ ਵਿਆਹ ਹੁੰਦਾ ਤੇ ਖੁਦਾ ਦਾ ਡਰ ਭੁੱਲ ਜਾਂਦੇ। ਕਿੰਨੇ ਫਿਲਮੀ ਗੀਤਾਂ ਤੇ ਨੱਚਦੇ ਹੋਏ ਦੇਖੇ ਨੇ। ਕਿੰਨੇ ਮਸੀਹ ਲੋਕਾਂ ਨੂੰ ਵਿਆਹਾਂ ਤੇ ਸ਼ਰਾਬ ਪੀਂਦੇ ਹੋਏ, ਸ਼ਰਾਬਾਂ ਨੂੰ ਪਿਲਾਉਂਦੇ ਦੇਖੇ। ਇਹ ਖੁਦਾ ਦਾ ਡਰ ਨਹੀਂ। ਖੁਦਾ ਦਾ ਡਰ ਹਰ ਸਮੇਂ ਇੱਕੋ ਜਿਹਾ ਰਹਿੰਦਾ। ਸਾਨੂੰ ਕੋਈ ਦੇਖੇ ਚਾਹੇ ਨਾ ਦੇਖੇ, ਪਰ ਪਰਮੇਸ਼ਰ ਦੀ ਅੱਖਾਂ ਹਰ ਸਮੇਂ ਦੇਖਦੀਆਂ। ਸਾਡੇ ਸਾਰੇ ਕੰਮਾਂ ਤੇ ਉਸਦੀ ਨਜ਼ਰ ਲੱਗੀ ਰਹਿੰਦੀ ਹੈ। ਇਬਰਾਨੀਓ 4 ਅਧਿਆਇ ਦੀ 13 ਵਿੱਚ ਸਾਫ਼ ਲਿਖਿਆ, ਉਸ ਦੀ ਅੱਖਾਂ ਤੋਂ ਕੁਝ ਵੀ ਬੇਪਰਦ ਨਹੀਂ। ਨਿਧੀ ਵਚਨ 15 ਅਧਿਆਇ ਦੀ 3 ਆਇਤ ਵਿੱਚ ਲਿਖਿਆ ਹੈ, ਯਹੋਵਾ ਦੀਆਂ ਅੱਖਾਂ ਜਿਹੜੀਆਂ ਸਾਰੀਆਂ ਥਾਵਾਂ ਤੇ ਲੱਗੀਆਂ ਰਹਿੰਦੀਆਂ, ਸਾਰੀਆਂ ਥਾਵਾਂ ਤੇ ਲੱਗੀਆਂ ਰਹਿੰਦੀਆਂ। ਤੁਸੀਂ ਚਾਹੇ ਜਿੰਨਾ ਮਰਜ਼ੀ ਛੁਪ ਛੁਪ ਕੇ ਪਾਪ ਕਰ ਲਓ, ਤੁਹਾਨੂੰ ਕੋਈ ਦੇਖੇ ਚਾਹੇ ਨਾ ਦੇਖੇ, ਪਰ ਇੱਕ ਗੱਲ ਚੇਤੇ ਰੱਖਣਾ, ਪਰਮੇਸ਼ਰ ਦੀ ਅੱਖਾਂ ਤੁਹਾਡੇ ਸਾਰੇ ਕੰਮਾਂ ਨੂੰ ਦੇਖਦੀਆਂ। ਜਦੋਂ ਤੁਹਾਡੇ ਅੰਦਰ ਖੁਦਾਵੰਦ ਦਾ ਡਰ ਆਏਗਾ, ਤੁਸੀਂ ਕਿਤੇ ਵੀ ਜਾ ਕੇ ਗੁਪਤ ਜਗ੍ਹਾ ਤੇ ਵੀ ਪਾਪ ਨਹੀਂ ਕਰੋਗੇ। ਜਿਸ ਘੜੀ ਵਿੱਚ, ਜਿਸ ਸਮਾਜ ਵਿੱਚ, ਜਿਸ ਦੇਸ਼ ਵਿੱਚ ਖੁਦਾਵੰਦ ਦਾ ਡਰ ਮੰਨਿਆ ਜਾਏਗਾ, ਯਾਦ ਰੱਖੋ, ਉਸ ਘਰ ਵਿੱਚ, ਉਸ ਦੇਸ਼ ਵਿੱਚ, ਸਮਾਜ ਵਿੱਚ ਚੰਗੀ ਸੱਚੀ ਸ਼ਾਂਤੀ ਹੋਵੇਗੀ, ਸੱਚੀ ਖੁਸ਼ੀ ਹੋਵੇਗੀ। ਕਿਉਂਕਿ ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਹੀ ਸ਼ਾਂਤੀ ਆਉਂਦੀ। ਪਰਮੇਸ਼ਰ ਦੇ ਭੈ ਮੰਨਣ ਦੇ ਨਾਲ ਹੀ ਖੁਸ਼ੀ ਆਉਂਦੀ। ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਹੀ ਖੁਸ਼ੀ, ਸ਼ਾਂਤੀ, ਤਸੱਲੀ ਆਉਂਦੀ ਹੈ। ਪਰਮੇਸ਼ਰ ਦੇ ਭੈ ਮੰਨਣ ਦੇ ਨਾਲ ਹੀ ਚੰਗਾਈ ਆਉਂਦੀ ਹੈ। ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਹੀ ਬਰਕਤ ਆਉਂਦੀ ਹੈ।
ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਕਮਾਏ ਗਏ ਧਨ ਉੱਤੇ ਵੀ ਬਰਕਤ ਆਉਂਦੀ ਹੈ। धन के साथ चीजों व्यापार में बरकत आती है। ਪਰਮੇਸ਼ਰ ਦਾ ਭੈ ਮੰਨਣ ਦੇ ਨਾਲ ਕੀਤੇ ਗਏ ਵਪਾਰ ਤੇ ਵੀ ਬਰਕਤ ਆਉਂਦੀ ਹੈ। भय के साथ चीजों जो जिस पर खुदा का हाथ होता है। ਪਰਮੇਸ਼ਰ ਦਾ ਡਰ ਮੰਨਣ ਦੇ ਨਾਲ ਆਪਣੇ ਬੱਚਿਆਂ ਦੇ ਰਿਸ਼ਤੇ ਜਦੋਂ ਅਸੀਂ ਕਰਦੇ ਹੁੰਦੇ ਤੇ ਪਰਮੇਸ਼ਰ ਦਾ ਹੱਥ ਹੁੰਦਾ ਹੈ। किसी के पैसे का लालच करके रिश्ता ना किया करो। ਨਹੀਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿਸੇ ਦੇ ਪੈਸਿਆਂ ਦਾ ਕਾਰ ਕੋਠੀ ਦਾ ਲਾਲਚ ਕਰਕੇ ਵਿਆਹ ਨਾ ਕਰਿਆ ਕਰੋ। किसी की बड़ी ड्यूटी का बड़ी बिजनेस का लालच करके शादियां ना किया ਕਿਸੇ करो। ਦੀ ਵੱਡੀ ਡਿਊਟੀ ਵੱਡਾ ਕਾਰੋਬਾਰ ਦੇਖ ਕੇ ਵਿਆਹ ਦਾ ਲਾਲਚ ਨਾ ਕਰਿਆ ਕਰੋ। खूबसूरती देखकर विवाह का लालच ना किया ਕਿਸੇ करो। ਦੀ ਖੂਬਸੂਰਤੀ ਦੇਖ ਕੇ ਇਸ ਚੀਜ਼ ਦਾ ਲਾਲਚ ਨਾ ਕਰਿਆ ਕਰੋ। बेटे का और घर का तीसरे पैलर की तीसरी कि उनको बगीचा खुदा को बगीचा ना इस प्रकार के रिश्ते ना किया करो। ਇਹ ਨਾ ਦੇਖਿਆ ਕਰੋ ਕਿ ਲੜਕਾ ਵਿਦੇਸ਼ ਆਉਂਦਾ ਲੜਕੀ ਵਿਦੇਸ਼ ਆਉਂਦੀ ਹੈ, ਇਸ ਲਾਲਚ ਚ ਆ ਕੇ ਰਿਸ਼ਤੇ ਨਾ ਕਰਿਓ, ਬਲਕਿ ਦੇਖਿਆ ਕਰੋ ਪਰਮੇਸ਼ਰ ਦਾ ਡਰ ਹੈ ਜਾਂ ਨਹੀਂ, को खुदा का डर मानता है कि नहीं मानता। ਕਿ ਉਹ ਖੁਦਾ ਦਾ ਡਰ ਮੰਨਦੇ ਆ ਜਾਂ ਨਹੀਂ। खुदा की आपको विदेश की कच्चन आपको कोठी देखिए पिता विदेश चाहे भी दे सकता ਜੇ है। ਪਰਮੇਸ਼ਰ ਤੁਹਾਨੂੰ ਵਿਦੇਸ਼ ਲੈ ਕੇ ਜਾਣਾ, ਪਰਮੇਸ਼ਰ ਤੁਹਾਨੂੰ ਕਾਰ ਕੋਠੀ ਦੇਣੀ ਹੈ, ਬਿਨਾਂ ਵਿਦੇਸ਼ ਲਿਜਾਏ भी दे देनी है। आपको परमेश्वर कुछ तब भी उठा सकता है। ਪਰਮੇਸ਼ਰ ਤੁਹਾਨੂੰ ਉੱਚਾ ਤਦ भी ਚੱਕ ਸਕਦਾ इसलिए खुदा की डर के साथ आगे बढ़ाओ। ਹੈ। ਇਸ ਲਈ ਪਰਮੇਸ਼ਰ ਦਾ ਡਰ ਮੰਨ ਕੇ ਅੱਗੇ ਵਧਿਆ ਕਰੋ। हो सकता है सारी दुनिया से डरते हो, सबसे चुप कर रहते हो। ਹੋ ਸਕਦਾ ਤੁਸੀਂ ਸਾਰੀ ਦੁਨੀਆ ਤੋਂ ਡਰਦੇ ਹੋ, ਸਾਰੀ ਦੁਨੀਆ ਤੋਂ ਚੁੱਪ ਕੇ ਰਹਿੰਦੇ ਹੋ। परमेश्वर से डरते नहीं ਜੇ ਤੁਸੀਂ ਪਰਮੇਸ਼ਰ ਤੋਂ ਡਰਦੇ ਹੋ, कि जीवन में कभी सफलता नहीं देख पाओगे। ਤੁਹਾਡੇ ਜੀਵਨ ਤੁਸੀਂ ਕਦੇ ਸਫਲਤਾ ਨਹੀਂ ਦੇਖ ਪਾਓਗੇ, परमेश्वर का डर सारी दुनिया से ज्यादा बेहतर रखता ਕਿਉਂਕਿ है। ਪਰਮੇਸ਼ਰ ਦਾ ਡਰ ਮੰਨਣਾ ਹੀ ਸਾਰੀ ਦੁਨੀਆ ਦੀ ਚੀਜ਼ਾਂ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। जिसके जीवन में खुदा का डर होगा ਯਾਦ ਰੱਖਣਾ, ਜਿਸ ਦੇ ਜੀਵਨ 'ਚ ਪਰਮੇਸ਼ਰ ਦਾ ਡਰ ਹੋਵੇਗਾ, वो मनुष्य कभी पाप करेगा ही नहीं, ਉਹ ਇਨਸਾਨ ਕਦੇ ਪਾਪ ਕਰੇਗਾ ਹੀ ਨਹੀਂ, कभी बुराई करेगा ਉਹ नहीं, ਇਨਸਾन ਕਦੇ बुराई करेगा ही नहीं, कभी ईर्ष्या नफरत करेगा नहीं, ਉਹ ਇਨਸਾਨ ਕਦੇ ਈਰਖਾ ਨਫ਼ਰਤ ਕਰੇਗਾ ਹੀ ਨਹੀਂ, कभी प्रेम विरोध करेगा नहीं, ਉਹ ਕਦੇ ਵੈਰ ਵਿਰੋਧ ਕਰੇਗਾ ਹੀ ਨਹੀਂ, कभी चोरी चोरी करेगा ही ਉਹ ਕਦੇ ਚੋਰੀ ਚੁਗਲੀ ਕਰੇਗਾ ਹੀ ਨਹੀਂ, नहीं, कभी नशा कभी व्यभिचार करेगा ही नहीं, ਉਹ ਕਦੇ ਨਸ਼ਾ ਨਹੀਂ ਕਰੇਗਾ, ਵਿਚਾਰ ਕਰੇਗਾ ਹੀ ਨਹੀਂ, कभी जादू टोना करेगा ही ਉਹ ਕਦੇ ਜਾਦੂ ਟੋਨਾ ਕਰੇਗਾ ਹੀ ਨਹੀਂ, नहीं, कभी घमंड करेगा ही नहीं। ਉਹ ਇਨਸਾਨ ਕਦੇ ਕਮੰਡ ਕਰੇਗਾ ਹੀ क्यों ਨਹੀਂ। जी करेगा? ਕਿਉਂ ਨਹੀਂ ਕਰੇਗਾ? अगर उसके जीवन में खुदा का डर है, ਕਿਉਂਕਿ ਜੇ ਉਸਦੇ ਜੀਵਨ 'ਚ ਖੁਦਾਵੰਦ ਦਾ ਡਰ ਹੈ, खुदा का डर उसको ये पाप करने देगा ही नहीं, ਖੁਦਾਵੰਦ ਦਾ ਡਰ ਉਸ ਨੂੰ ਇਹ ਪਾਪ ਕਰਨ ਦੇਵੇਗਾ ਹੀ ਨਹੀਂ। खुदा का डर उसको ये पाप करने से रोकेगा। ਪਰਮੇਸ਼ਰ ਦਾ ਡਰ ਉਸ ਨੂੰ ਇਹ ਪਾਪ ਕਰਨ ਤੋਂ ਰੋਕੇਗਾ। हम ये पाप करते रहते हो, ਜੇਕਰ ਤੁਸੀਂ ਪਾਪ ਕਰਦੇ ਰਹਿੰਦੇ ਹੋ, पक्की बात सोचना आपके अंदर खुदा का डर ना है। ਇਹ ਪੱਕੀ ਗੱਲ ਹੈ ਕਿ ਤੁਹਾਡੇ ਅੰਦਰ ਖੁਦਾਵੰਦ ਦਾ ਡਰ ਹੈ ਹੀ ਨਹੀਂ, जिस व्यक्ति के अंदर खुदा का डर होगा, ਕਿਉਂਕਿ ਜਿਸ ਇਨਸਾਨ ਦੇ ਵਿੱਚ ਪਰਮੇਸ਼ਰ ਦਾ ਡਰ वो ਹੋਵੇਗਾ, व्यक्ति कभी किसी के साथ धोखा नहीं ਉਹ करेगा, ਇਨਸਾਨ ਕਦੇ ਕਿਸੇ ਨਾਲ ਧੋਖਾ ਨਹੀਂ ਕਰੇਗਾ, कभी किसी के साथ बेईमानी नहीं ਉਹ करेगा, ਇਨਸਾਨ ਕਦੇ ਕਿਸੇ ਨਾਲ ਬੇਈਮਾਨੀ ਨਹੀਂ ਕਰੇਗਾ, कभी किसी के साथ पक्षपात नहीं ਉਹ करेगा। ਇਨਸਾਨ ਕਦੇ ਕਿਸੇ ਨਾਲ ਪੱਖਪਾਤ ਕਰੇਗਾ ਹੀ ਨਹੀਂ, खुदा का डर उसको ये काम करने देगा ही नहीं, ਕਿਉਂਕਿ ਪਰਮੇਸ਼ਰ ਦਾ ਡਰ ਜੋ ਮੰਨਦਾ ਹੈ ਉਸ ਨੂੰ ਇਹ ਕੰਮ ਕਰਨ ਦੇਵੇਗਾ ਹੀ ਨਹੀਂ। तो कभी किसी को लूटेगा ਉਹ नहीं, ਇਨਸਾਨ ਕਦੇ ਕਿਸੇ ਨੂੰ ਲੁੱਟੇਗਾ ਹੀ कभी ਨਹੀਂ, किसी व्यक्ति को ठगेगा नहीं, ਕਦੇ ਕਿਸੇ ਇਨਸਾਨ ਨੂੰ ਠਗੇਗਾ ਨਹੀਂ, कभी किसी व्यक्ति से रिश्वत लेगा नहीं, ਤੇ ਕਦੇ ਕਿਸੇ ਤੋਂ ਰਿਸ਼ਵਤ ਲਵੇਗਾ ਨਹੀਂ, कभी दो नंबर का पैसा लाएगा नहीं, ਉਹ ਇਨਸਾਨ ਕਦੇ ਦੋ ਨੰਬਰ ਦਾ ਪੈਸਾ ਕਰ ਲਿਆਵੇਗਾ ਨਹੀਂ, खुदा का डर उसको ये काम करने देगा ही नहीं, ਕਿਉਂਕਿ ਪਰਮੇਸ਼ਰ ਦਾ ਡਰ ਉਸ ਨੂੰ ਇਹ ਕੰਮ ਕਰਨ ਦੇਵੇਗਾ ਹੀ ਨਹੀਂ। खुदा का डर मानने वाला व्यक्ति कभी दिखावा नहीं करेगा, ਉਹ ਖੁਦਾਵੰਦ ਦਾ ਡਰ ਮੰਨਣ ਵਾਲਾ ਇਨਸਾਨ ਕਦੇ ਦਿਖਾਵਾ करेगा नहीं, जिस सिंपलिसिटी में जीवन जिएगा, ਆਪਣੀ ਸਿੰਪਲਿਸਿਟੀ ਵਿੱਚ ਜੀਵਨ खुदा का डर मानने वाला व्यक्ति कभी घमंड नहीं करेगा, ਪਰਮੇਸ਼ਰ ਦਾ ਡਰ ਮੰਨਣ ਵਾਲਾ ਇਨਸਾਨ ਕਦੇ ਕਮੰਡ ਨਹੀਂ ਕਰੇਗਾ। जितनी बड़ी उसके पास कोठी कितनी बड़ी हो, ਉਹਦੇ ਕੋਲ ਡਿਊਟੀ ਜਿੰਨੀ ਮਰਜ਼ੀ ਵੱਡੀ ਹੋਵੇ, ਕੋਠੀ जिन्नी मर्जी बड़ी हो, उसके पास कितना मर्जी पैसा क्यों ना हो, उसके कोल जिन्ना मर्जी पैसा कमाए, खुदा का डर मानने वाला कभी घमंड नहीं करेगा, पर परमेश्वर का डर मनने वाला कदे कमंड करेगा नहीं। खुदा का डर मानने वाला कभी ना तो गलत काम करेगा, ना गलत काम में किसी के साथ समझौता करेगा, खुदावंद का डर मनने वाला ना कदे गलत काम करेगा, ना गलत काम करने वाला समझौता करेगा, खुदा का डर उसको ये काम करने देगा ही नहीं, क्योंकि खुदावंद का डर उसमें काम करन देवेगा ही नहीं। अगर आप फिर भी गलत काम में समझौता कर लेते हो, पर फिर भी जे तुसी गलत कामां में समझौता कर लेते याद रखना आपके अंदर खुदा का डर है ते नहीं, याद रखो ਤੁਹਾਡੇ ਅੰਦਰ ਖੁਦਾਵੰਦ ਦਾ ਡਰ ਹੈ ਹੀ ਨਹੀਂ। केवल परमेश्वर से डरता है, परमेश्वर ਦਾ ਡਰ ਮੰਨਣ ਵਾਲਾ ਇਨਸਾਨ ਸਿਰਫ ਪਰਮੇਸ਼ਰ ਤੋਂ ਹੀ ਡਰਦਾ ਹੈ। बीमारी से नहीं, किसी परेशानी से नहीं, ਉਹ ਕਿਸੇ ਬਿਮਾਰੀ ਕਿਸੇ ਪਰੇਸ਼ਾਨੀ ਤੋਂ ਨਹੀਂ, विरोध से नहीं डरेगा, ਕਿਸੇ ਦੇ ਵਿਰੋਧ ਤੋਂ ਨਹੀਂ ਡਰੇਗਾ, बंदूकों तलवारों से नहीं डरेगा, ਕਿਸੇ ਬੰਬ ਬੰਦੂਕਾਂ ਤਲਵਾਰਾਂ ਤੋਂ ਨਹੀਂ ਡਰੇਗਾ। गरीब से गरीब व्यक्ति का आदर भी कादर करता है, ਪਰਮੇਸ਼ਰ ਦਾ ਭੈ ਮੰਨਣ ਵਾਲਾ ਇਨਸਾਨ ਗਰੀਬ ਤੋਂ ਗਰੀਬ ਇਨਸਾਨਾਂ ਦਾ ਵੀ ਆਦਰ ਕਰਦਾ ਹੈ। कभी किसी को तुच्छ नहीं ਉਹ समझता, ਕਦੇ ਕਿਸੇ ਨੂੰ ਬੁਰਾ ਨਹੀਂ ਸਮਝਦਾ, कभी किसी के साथ पक्षपात ਕਦੇ नहीं ਕਿਸੇ ਨਾਲ ਪੱਖਪਾਤ ਨਹੀਂ ਕਰਦਾ, सभी को बड़ा आदर देगा, ਉਹ ਸਾਰਿਆਂ ਨੂੰ ਬੜਾ ਆਦਰ उसके ਦੇਵੇਗਾ। सामने छोटा बड़ा कोई नहीं होता, ਉਹਦੇ ਸਾਹਮਣੇ ਛੋਟਾ ਵੱਡਾ ਕੋਈ ਨਹੀਂ, खुदावंद का डर उसको बताएगा सब मनुष्य बराबर है, ਕਿਉਂਕਿ ਪਰਮੇਸ਼ਰ ਦਾ ਡਰ ਹੀ ਉਸ ਨੂੰ ਦੱਸੇਗਾ ਕਿ ਸਾਰੇ ਮਨੁੱਖ ਬਰਾਬਰ ਨੇ। परमेश्वर का डर मानने वाले लोग याद रखो डेली बढ़ते हैं, ਪਰਮੇਸ਼ਰ ਦਾ ਡਰ ਮੰਨਣ ਵਾਲੇ ਲੋਕ ਯਾਦ ਰੱਖੋ हर रोज ਵਧਦੇ ਨੇ, डेली बोलते हैं, ਉਹ हर रोज ਹੀ ਤਰੱਕੀ ਕਰਦੇ ਨੇ, तरक्की करते
थे, ਉਹ ਹਰ ਰੋਜ਼ ਤਰੱਕੀ ਕਰਦੇ अच्छे भले चंगे रहते, ਉਹ ਹਰ ਰੋਜ਼ ਭਲੇ ਚੰਗੇ ਰਹਿੰਦੇ। तो याद को पूछने पर किससे बनाता ਤੇ है, ਯਾਦ ਰੱਖੋ ਪਰਮੇਸ਼ਰ ਆਪਣੇ ਡਰ ਮੰਨਣ ਵਾਲਿਆਂ ਨੂੰ ਪੂਛ ਨਹੀਂ ਬਲਕਿ ਸਿਰ ਹੀ ਬਣਾਉਂਦਾ ਹੈ। ਪਰਮੇਸ਼ਰ ਆਪਣੇ ਡਰ ਮੰਨਣ ਨੂੰ ਉਧਾਰ ਲੈਣ ਵਾਲੇ ਨਹੀਂ ਬਲਕਿ ਉਧਾਰ ਦੇਣ ਵਾਲੇ ਬਣਾਉਂਦਾ ਹੈ। करते रहते, ਪਰਮੇਸ਼ਰ ਦਾ ਡਰ ਮੰਨਣ ਵਾਲੇ ਹਰ ਰੋਜ਼ ਭਲਾ ਕਰਦੇ ਰਹਿੰਦੇ ਹਨ। उनकी आर्थिक स्थिति मजबूत रहती ਉਹਨਾਂ ਦੀ ਆਰਥਿਕ ਸਥਿਤੀ ਜਿਹੜੀ ਮਜ਼ਬੂਤ ਰਹਿੰਦੀ ਹੈ। है, संपत्ति डेली बढ़ती है, ਖੁਦਾਵੰਦ ਦਾ ਡਰ ਮੰਨਣ ਵਾਲੇ ਦੀ ਸੰਪत्ति ਜਿਹੜੀ हर रोज बढ़ती है। जो उनके पास बड़ी खबर, उसकी संपत्ति सारे देश भर में फैल गई। ਬਾਈਬਲ 'ਚ ਅਯੂਬ ਬਾਰੇ ਲਿਖਿਆ ਹੈ ਕਿ ਉਹਦੀ ਸੰਪत्ति ਸਾਰੇ ਦੇਸ਼ ਵਿੱਚ ਫੈਲ ਗਈ। की संपत्ति को बढ़ाएगा, ਜਿੰਨਾ ਖੁਦਾਵੰਦ ਦਾ ਡਰ ਮੰਨ ਕੇ ਚੱਲੋਗੇ ਪਰਮੇਸ਼ਰ ਤੁਹਾਡੀ ਸੰਪत्ति ਨੂੰ ਵਧਾਵੇਗਾ। दुश्मन आएंगे नहीं, ਪਰਮੇਸ਼ਰ ਦੇ ਡਰ ਮੰਨਣ ਵਾਲੇ ਤੇ ਇੱਕ ਨੰਬਰ ਤੇ ਦੁਸ਼ਮਨ ਆਵੇਂਗੇ। लोगों को खुदा से दूर रखता है, ਗਲਤ ਲੋਕਾਂ ਨੂੰ ਪਰਮੇਸ਼ਰ ਦੂਰ ਰੱਖਦਾ ਹੈ। वालों की शब्दों की वैल्यू समझता है। ਪਰਮੇਸ਼ਰ ਆਪਣੇ ਡਰ ਮੰਨਣ ਵਾਲੇ ਦੀ ਸ਼ਬਦਾਂ ਦੀ ਕਦਰ करता है। अगर आप किसी भी चीज का घमंड करते हो, ਹਾਂ ਜੇ ਤੁਸੀਂ ਕਿਸੇ ਵੀ ਚੀਜ਼ ਦਾ ਕਮੰਡ ਕਰਦੇ ਹੋ, घमंड संपत्ति का घमंड, ਚਾਹੇ ਉਹ ਧਨ ਦਾ ਕਮੰਡ, ਚਾਹੇ ਉਹ ਸੰਪत्ति ਦਾ ਕਮੰਡ, लिखाई का घमंड, ਚਾਹੇ ਉਹ ਪੜ੍ਹਾਈ ਲਿਖਾਈ ਦਾ ਕਮੰਡ, बिजनेस का घमंड, ਚਾਹੇ ਵੱਡੀ ਡਿਊਟੀ ਦਾ, ਵੱਡੇ ਬਿਜ਼ਨਸ ਦਾ ਕਮੰਡ, सुंदरता का घमंड करते ਚਾਹੇ ਤੁਸੀਂ ਆਪਣੀ ਸੁੰਦਰਤਾ ਦਾ ਕਮੰਡ हो, इसलिए ये पक्की बात है, आपके अंदर खुदा का है नहीं। ਸਮਝ ਲੈਣਾ ਪੱਕੀ ਗੱਲ ਹੈ ਕਿ ਤੁਹਾਡੇ ਅੰਦਰ ਪਰਮੇਸ਼ਰ ਦਾ ਡਰ ਹੈ ਨਹੀਂ। उसका डर पाने वाले लोग किसी भी चीज का घमंड करेंगे ਕਿਉਂਕਿ ਮੈਂ नहीं। ਪਹਿਲੇ ਹੀ ਦੱਸਿਆ ਕਿ ਪਰਮੇਸ਼ਰ ਦਾ ਡਰ ਮੰਨਣ ਵਾਲੇ ਕਿਸੇ ਚੀਜ਼ ਦਾ ਕਮੰਡ ਕਰਨਗੇ। किसी पर दोष लगाते ਜੇ हो, ਤੁਸੀਂ ਕਿਸੇ ਤੇ ਦੋਸ਼ किसी ਲਗਾਉਂਦੇ को नीचा दिखाते ਕਿਸੇ हो, ਨੂੰ ਨੀਚਾ ਦਿਖਾਉਂਦੇ ਹੋ, घर में झगड़ा कराते ਕਿਸੇ ਦੇ ਘਰ ਝਗੜਾ हो, ਕਰਾਉਂਦੇ ਹੋ, हक दबाते ਕਿਸੇ हो, ਦਾ ਹੱਕ ਮਾਰਦੇ ਹੋ, गरीब की मजदूरी दबाते ਕਿਸੇ हो, ਗਰੀਬ ਦੀ ਮਜ਼ਦੂਰੀ ਦਿਵਾਉਂਦੇ ਹੋ। समझ लेना आपके अंदर खुदा का डर है नहीं। ਸਮਝ ਲੈਣਾ ਪਰਮੇਸ਼ਰ ਦਾ ਡਰ ਤੁਹਾਡੇ ਅੰਦਰ ਹੈ ਹੀ ਨਹੀਂ। खुदा का डर मानने वाले बंदे किसी गरीब की मजदूरी दबाए गए, ਕਿਉਂਕਿ ਪਰਮੇਸ਼ਰ ਦਾ ਡਰ ਮੰਨਣ ਵਾਲਾ ਕਿਸੇ ਦੀ ਮਜ਼ਦੂਰੀ ਨੂੰ ਦਬਾਏਗਾ। किसी का हक कभी नहीं दबाएगा, ਪਰਮੇਸ਼ਰ ਦਾ ਡਰ ਮੰਨਣ ਵਾਲਾ ਕਿਸੇ ਦੇ ਹੱਕ ਕਦੇ ਨਹੀਂ ਦਬਾਏਗਾ। कभी किसी के घर में झगड़ा नहीं ਉਹ करेगा, ਕਦੇ ਕਿਸੇ ਘਰ ਵਿੱਚ ਝਗੜਾ ਨਹੀਂ ਕਰੇਗਾ, कभी किसी पर दोष नहीं ਉਹ लगाएगा। ਕਦੇ ਕਿਸੇ ਤੇ ਦੋਸ਼ ਨਹੀਂ ਲਗਾਵੇਗਾ। ये सोचो, अगर आप बार-बार बपतिस्मा बदलते रहते ਜੇ हो, ਤੁਸੀਂ ਬਾਰ-ਬਾਰ ਬਪਤਿਸਮਾ ਬਦਲਦੇ ਰਹਿੰਦੇ ਹੋ, बपतिस्मा तो ठीक नहीं, ਤੁਸੀਂ ਕਹਿੰਦੇ ਹੋ ਪਿਤਾ ਔਰ ਪੁੱਤਰ ਔਰ ਪਵਿੱਤਰ ਆਤਮਾ ਦੇ ਨਾਮ ਦਾ ਬਪਤਿਸਮਾ ਠੀਕ ਨਹੀਂ। कुछ ऐसे पास्ट मिल गया जिससे पता नहीं बपतिस्मा गलत है, ਤੁਸੀਂ ਤੁਹਾਨੂੰ ਕੋਈ ਏਦਾਂ ਦਾ ਪਾਸਟਰ ਮਿਲ ਗਿਆ ਜਿਹੜਾ ਕਹਿਣ ਲੱਗੇ ਤੁਹਾਡੀ ਬਪਤਿਸਮਾ ਠੀਕ ਨਹੀਂ ਹੈ, दूसरा और भी बपतिस्मा ले लेते हो। ਤੁਸੀਂ ਕੋਈ ਹੋਰ ਬਪਤਿਸਮਾ ਦੂਸਰਾ ਲੈ। याद रखना आपके अंदर खुदा का डर नहीं, ਯਾਦ ਰੱਖੋ ਤੁਹਾਡੇ ਅੰਦਰ ਖੁਦਾਵੰਦ ਦਾ ਡਰ ਨਹੀਂ। जिसके अंदर खुदा का डर होगा वो संडे को कभी शादियों में नहीं जाएगा। ਜਿਹਦੇ ਅੰਦਰ ਪਰਮੇਸ਼ਰ ਦਾ ਡਰ ਹੋਵੇਗਾ ਉਹ ਕਦੇ ਵਿਆਹਾਂ ਤੇ ਸੰਡੇ ਨੂੰ ਨਹੀਂ ਜਾਵੇਗਾ। लोग संडे को शादी में जाने के बाद परमेश्वर का वचन सुनते रहे, ਕਿੰਨੇ ਲੋਕ ਸੰਡੇ ਨੂੰ ਵਿਆਹਾਂ ਤੇ ਜਾਂਦੇ परमेश्वर ਦਾ ਵਚਨ ਸੁਣਦੇ ਨੇ। ऑनलाइन वर्शिप को अटेंड करते रहे, ਕਿੰਨੇ ਲੋਕ ਆਨਲਾਈਨ ਸਰਵਿਸ ਨੂੰ ਅਟੈਂਡ ਕਰਦੇ ਨੇ। प्रार्थना करते जी वचन कभी पढ़ते नहीं, ਕਿੰਨੇ ਲੋਕ ਪ੍ਰਾਰਥਨਾ ਕਰਦੇ ਨਹੀਂ, ਵਚਨ ਕਦੇ ਪੜ੍ਹਦੇ ਨਹੀਂ। लोग कभी पोस्ट लेते नहीं। ਕਿੰਨੇ ਲੋਕ ਪ੍ਰਭੂ ਭੋਜ ਕਦੇ ਲੈਂਦੇ ਨਹੀਂ। याद रखना आपके अंदर खुदा का डर नहीं, ਯਾਦ ਰੱਖਣਾ ਤੁਹਾਡੇ ਅੰਦਰ ਪਰਮੇਸ਼ਰ ਦਾ ਭੈ ਨਹੀਂ। को कभी प्रार्थना करने से रोकेगा नहीं। ਕਿਉਂਕਿ ਪਰਮੇਸ਼ਰ ਦਾ ਡਰ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਕਦੇ ਰੋਕੇਗਾ ਨਹੀਂ। तो कोई का प्रार्थना ज्यादा किया कर, ਖੁਦਾ ਬੰਦਾ ਕਹੇਗਾ ਕਿ ਜ਼ਿਆਦਾ ਤੋਂ ਜ਼ਿਆਦਾ ਪ੍ਰਾਰਥਨਾ ਕਰ, पढ़ा कर, ਜ਼ਿਆਦਾ ਤੋਂ ਜ਼ਿਆਦਾ ਵਚਨ ਪੜਿਆ ਕਰ, रोजे रखा कर, ਜ਼ਿਆਦਾ ਤੋਂ ਜ਼ਿਆਦਾ ਰੋਜ਼ੇ ਰੱਖਿਆ ਕਰ। बोझ कभी मिस ना किया कर। ਪ੍ਰਭੂ ਬੋਝ ਕਦੇ ਮਿਸ ਨਾ ਕਰਿਆ ਕਰ। कहते थे सुने चलते मैं खुदा से बहुत डरता, ਕਿੰਨੇ ਲੋਕ ਕਹਿੰਦੇ ਸੁਣੇ ਜਾਂਦੇ ਕਿ ਮੈਂ ਖੁਦਾਵੰਦ ਤੋਂ ਬਹੁਤ ਡਰਦਾ ਹਾਂ। लोग के बारे में सुना बाप को पीटते हैं, ਪਰ ਕਿੰਨੇ ਲੋਕਾਂ ਬਾਰੇ ਸੁਣਿਆ ਜਾਂਦਾ ਕਿ ਆਪਣੇ ਬਜ਼ੁਰਗ ਮਾਂ-ਬਾਪ ਤੋਂ ਪਿੱਟਦੇ ਨੇ, किसी को आदर नहीं करते, ਆਪਣੇ ਸੇਵਕਾਂ ਦਾ ਆਦਰ ਨਹੀਂ ਕਰਦੇ। दूसरे विश्वासी को भला बुरा कहते सुने जाते ਤੇ हैं। ਕਿੰਨੇ ਵਿਸ਼ਵਾਸੀ ਦੂਸਰੇ ਵਿਸ਼ਵਾਸੀਆਂ ਨੂੰ ਬੁਰਾ ਭਲਾ ਕਹਿੰਦੇ ਹੋਏ ਸੁਣੇ ਜਾਂਦੇ। डुप्लीकेट विश्वासी हो, ਯਾਦ ਰੱਖੋ ਤੁਸੀਂ ਡੁਪਲੀਕੇਟ ਵਿਸ਼ਵਾਸੀ ਹੋ। अंदर खुदा का डर है नहीं। ਤੁਹਾਡੇ ਅੰਦਰ ਖੁਦਾਵੰਦ ਦਾ ਡਰ ਹੈ ਨਹੀਂ। जिस विश्वासी के अंदर खुदा का सच्चा डर होगा, ਜਿਸ ਵਿਸ਼ਵਾਸੀ ਦੇ ਅੰਦਰ ਖੁਦਾਵੰਦ ਦਾ ਸੱਚਾ डर ਹੋਵੇ। कैसे हो सकता है कि बुजुर्ग माँ बाप को पीटे, ਇਹ ਕਿੱਦਾਂ ਹੋ ਸਕਦਾ ਕਿ ਆਪਣੇ ਬਜ਼ੁਰਗਾਂ ਨੂੰ ਪਿੱਟੇ। कैसे हो सकता है किसी को आदर ना करे, ਇਹ ਕਿੱਦਾਂ ਹੋ ਸਕਦਾ ਆਪਣੇ ਸੇਵਕਾਂ ਦਾ ਆਦਰ ਨਾ ਕਰੇ। कैसे हो सकता है कि पड़ोसियों से झगड़ा करे। ਇਹ ਕਿੱਦਾਂ ਹੋ ਸਕਦਾ ਆਪਣੇ ਪੜੋਸੀ ਨਾਲ ਝਗੜਾ ਕਰੇ। आपके अंदर खुदा का डर होगा, ਜਦ ਤੁਹਾਡੇ ਅੰਦਰ ਖੁਦਾਵੰਦ ਦਾ ਡਰ ਹੋਵੇਗਾ, कभी याद रखना, वचन रखना कभी नहीं भूलोगे। ਤੁਸੀਂ ਪ੍ਰਾਰਥਨਾ ਕਰਨਾ, ਵਚਨ ਪੜਨਾ, ਰੋਜ਼ਾ ਰੱਖਣਾ ਕਦੇ ਨਹੀਂ ਭੁੱਲੋਗੇ। संगति में तो होते वर्शिप अटेंड करना कभी नहीं भूलोगे। ਤੁਸੀਂ ਸੰਡੇ ਚਰਚ ਵਿੱਚ ਆਣਾ, ਸੰਡੇ ਸੰਗਤੀ ਅਟੈਂਡ ਕਰਨਾ, ਆਨਲਾਈਨ ਸਰਵਿਸ ਅਟੈਂਡ ਕਰਨਾ ਕਦੇ ਨਹੀਂ ਭੁੱਲੋਗੇ। उनके वचन के मुताबिक विश्वास देना कभी नहीं छोड़ोगे। ਤੁਸੀਂ ਪ੍ਰਭੂ ਦੇ ਵਚਨ ਦੇ ਮੁਤਾबिक ਦਸਵਾਂਸ਼ ਦੇਣਾ ਕਦੇ ਨਹੀਂ ਭੁੱਲੋਗੇ। अगर उसको पूरा करना कभी नहीं भूलोगे। ਤੁਸੀਂ ਜੇ ਕੋਈ ਮੰਨਤ ਮੰਨੀ ਉਸ ਨੂੰ ਪੂਰਾ ਕਰਨਾ कदे नहीं भूलोगे। सब कामों में परमेश्वर को पहला स्थान देना कभी नहीं भूलोगे। ਤੁਸੀਂ ਸਾਰੇ ਕੰਮਾਂ ਨੂੰ ਪਹਿਲਾ ਦਰਜਾ ਪਰਮੇਸ਼ਰ ਨੂੰ ਦੇਣਾ ਕਦੇ ਨਹੀਂ ਭੁੱਲੋਗੇ। कभी नहीं भुलाएगा, प्रार्थना करना भूल जाओ। क्योंकि परमेश्वर ਦਾ ਡਰ ਤੁਹਾਨੂੰ ਕਦੇ ਨਹੀਂ ਭੁਲਾਏਗਾ ਕਿ ਤੁਸੀਂ ਪ੍ਰਾਰਥਨਾ ਨਾ ਕਰੋ। जिस देश की सरकार भी, जिस देश की हृदय में खुदा का डर आ जाएगा, ਜਿਸ ਦੇਸ਼ ਦੀ ਸਰਕਾਰ ਵਿੱਚ ਉਹਨਾਂ ਦੇ ਹਿਰਦੇ ਵਿੱਚ ਖੁਦਾਵੰਦ ਦਾ ਡਰ ਆ ਜਾਵੇਗਾ। उस देश में
नहीं होंगे। उस देश ਵਿੱਚ ਸ਼ਰਾਬ ਦੇ ਠੇਕੇ ਕਦੇ ਨਹੀਂ उस ਹੋਣਗੇ। देश में जुए के अड्डे कभी नहीं होंगे। ਉਸ ਦੇਸ਼ ਵਿੱਚ ਜੂਏ ਦੇ ਅੱਡੇ ਕਦੇ ਨਹੀਂ उस ਹੋਣਗੇ। देश में लॉटरी स्टार कभी नहीं होंगे। ਉਸ ਦੇਸ਼ ਵਿੱਚ ਲਾਟਰੀ ਸਟਾਲ ਕਦੇ ਨਹੀਂ उस ਹੋਣਗੇ। देश में व्यभिचार के अड्डे कभी नहीं ਉਸ होंगे। ਦੇਸ਼ ਵਿੱਚ ਵਿਚਾਰ ਦੇ ਅੱਡੇ उस ਨਹੀਂ देश ਹੋਣਗੇ। में भ्रष्टाचार रिश्वतखोरी कभी नहीं होगी। ਉਸ ਦੇਸ਼ ਵਿੱਚ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਨਹੀਂ ਹੋਵੇਗੀ, वो देश पवित्र देश बन ਕਿਉਂਕਿ जाएगा। ਉਹ ਦੇਸ਼ ਇੱਕ ਪਵਿੱਤਰ ਦੇਸ਼ ਹੋ वो ਜਾਵੇਗਾ। देश दिनों दिन बढ़ता जाएगा। ਫਿਰ ਉਹ ਦੇਸ਼ ਦਿਨੋਂ ਦਿਨ ਵੱਧਦਾ ਜਾਵੇਗਾ वो देश सारी दुनिया में सुपर पावर ਤੇ कहलाएगा। ਉਹ ਦੇਸ਼ ਸਾਰੀ ਦੁਨੀਆ 'ਚ ਸੁਪਰ ਪਾਵਰ ਕਹਿਲਾਵੇਗਾ, उस देश में जब खुदा का डर आ जाएगा, ਕਿਉਂਕਿ ਉਸ ਦੇਸ਼ ਵਿੱਚ ਜਦੋਂ ਖੁਦਾਵੰਦ ਦਾ ਡਰ आ ਜਾਵੇਗਾ, उनकी चलने वाली सरकार कभी रिश्वतखोरी को बढ़ावा नहीं देगी। ਪਰਮੇਸ਼ਰ ਦਾ ਡਰ ਵਿੱਚ ਰਹਿਣ ਵਾਲੀ ਸਰਕਾਰ ਕਦੇ ਰਿਸ਼ਵਤਖੋਰੀ ਨੂੰ ਵਧਾਵਾ ਨਹੀਂ ਦੇਵੇਗੀ। चलने वाली सरकार कभी शराब के ठेकों से पैसा नहीं कमाएगी। ਪਰਮੇਸ਼ਰ ਦੇ ਡਰ ਵਿੱਚ ਚੱਲਣ ਵਾਲੀ ਸਰਕਾਰ ਕਦੇ ਸ਼ਰਾਬ ਦੇ ਠੇਕਿਆਂ ਤੋਂ ਪੈਸਾ ਨਹੀਂ ਕਮਾਏਗੀ, उससे कभी भी जुए के अड्डों से इजाजत नहीं देगी, ਕਦੇ ਜੂਏ ਦੇ ਅੱਡੇ ਲਾਟਰੀ ਦੇ ਅੱਡੇ ਖੋਲ ਕੇ ਕਦੇ ਪੈਸਾ ਨਹੀਂ ਕਮਾਏਗੀ, क्योंकि उस सरकार के अंदर खुदा का डर आ जाएगा। ਕਿਉਂਕਿ ਉਸ ਸਰਕਾਰ ਦੇ ਵਿੱਚ ਖੁਦਾਵੰਦ ਦਾ ਡਰ ਆ ਜਾਵੇਗਾ। देश में कितने लोग सरकार के मंत्री खुदा से डरते हैं। ਸਾਡੇ ਦੇਸ਼ ਵਿੱਚ ਕਿੰਨੇ ਸਰਕਾਰ ਕਿੰਨੇ ਮੰਤਰੀ ਖੁਦਾਵੰਦ ਤੋਂ ਡਰਦੇ ਨੇ, कितने लोग खुदा से डरते हैं। ਕਿਤਨੇ ਲੋਕ ਖੁਦਾਵੰਦ ਤੋਂ ਡਰਦੇ ਨੇ। कुछ की वजह से देश अभी तक चल रहा है, वो बढ़ रहा है। ਹੋ ਸਕਦਾ ਉਹਨਾਂ ਦੀ ਵਜ੍ਹਾ ਦੇ ਨਾਲ ਇਹ ਸਰਕਾਰ ਚੱਲ ਰਹੀ, ਦੇਸ਼ ਚੱਲ ਰਿਹਾ ਹੈ। जिस तरीके से अपने वचन को स्टार्ट किया था, ਸੋ ਜਿਸ ਢੰਗ ਨਾਲ ਅਸੀਂ ਵਚਨ ਨੂੰ ਸ਼ੁਰੂਆਤ ਕੀਤਾ उसी ਸੀ, जगह पर आपकी खत्म करता हूँ। ਮੈਂ ਉਸੇ ਜਗ੍ਹਾ ਤੇ ਤੁਹਾਡੀ ਨਿਗਾਹ वो ਰੱਖੀ। व्यक्ति जो निरंतर प्रभु का डर मानता रहता है, ਜਿਹੜਾ ਮਨੁੱਖ ਹਰ ਸਮੇਂ ਖੁਦਾਵੰਦ ਦਾ ਡਰ ਮੰਨਦਾ ਰਹਿੰਦਾ, वीर हर पल हर घड़ी ਹਰ ਵੇਲੇ ਹਰ ਘੜੀ ਹਰ ਸਮੇਂ हर समय हर परिस्थिति में ਹਰ ਘੜੀ ਹਰ परिस्थिति ਦੇ ਵਿੱਚ जगह ਹਰ ਜਗ੍ਹਾ ਤੇ किसी भी हालत में क्यों ना हो, ਕਿਸੇ ਵੀ ਹਾਲਤ ਵਿੱਚ ਕਿਉਂ ਨਾ जो ਹੋ, व्यक्ति खुदा का डर मानता रहता ਜਿਹੜਾ है, ਇਨਸਾਨ ਖੁਦਾਵੰਦ ਦਾ ਡਰ ਮੰਨਦਾ ਰਹਿੰਦਾ, परमेश्वर उसको तरक्की देता है। ਪਰਮੇਸ਼ਰ ਨੂੰ ਤਰੱਕੀ ਦਿੰਦਾ ਹੈ, परमेश्वर उसको धन्य कहता है। ਪਰਮੇਸ਼ਰ ਉਸ ਨੂੰ ਧੰਨ ਕਹਿੰਦਾ ਹੈ। अपनी आंखों को बंद कर ਸੋ लो। ਆਓ ਆਪਣੀ ਅੱਖਾਂ ਨੂੰ ਬੰਦ ਕਰੀਏ। अगर हमसे परमेश्वर ने आज बात की है, ਜੇ ਪਰਮੇਸ਼ਰ ਨੇ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ ਹੈ, तौबा कर लो। ਇਸੇ ਸਮੇਂ ਤੋਬਾ ਕਰ ਲਓ, खुदा से कह दो, ਇਸੇ ਸਮੇਂ ਪਰਮੇਸ਼ਰ ਨੂੰ ਕਹਿ ਦਿਓ, परमेश्वर मेरे अंदर तेरा डर कम था, ਪਰਮੇਸ਼ਰ ਮੇਰੇ ਅੰਦਰ ਤੁਹਾਡਾ ਡਰ ਘੱਟ ਸੀ, जो मैं तेरे वचन को तोड़ा, ਮੈਂ ਕਿੰਨੀ वार ਤੁਹਾਡੇ ਵਚਨਾਂ ਨੂੰ ਤੋੜਿਆ। जिसने वचन को तोड़ा माफी मांग ले। ਜਿਹਨੇ ਜਿਹਨੇ ਵਚਨਾਂ ਨੂੰ ਤੋੜਿਆ ਉਹ ਮਾਫੀ ਮੰਗ ਲਵੇ। जी कह दो प्रभु मुझे क्षमा कर। ਪਰਮੇਸ਼ਰ ਨੂੰ ਕਹਿ ਦੇਵੇ ਕਿ ਪਰਮੇਸ਼ਰ ਮੈਨੂੰ क्षमा ਕਰ। जब मुझे कोई नहीं देखता था मैं कई गलती करता था, ਪਰਮੇਸ਼ਰ ਜਦੋਂ ਮੈਨੂੰ ਕੋਈ ਨਹੀਂ ਦੇਖਦਾ ਸੀ ਮੈਂ ਗਲਤੀਆਂ ਕਰ ਦਿੰਦਾ ਸੀ। ऐसा किया तो माफी मांग लो। ਜੇ ਤੁਸੀਂ ਏਦਾਂ ਕੀਤਾ ਤੇ ਮਾਫੀ ਮੰਗ ਲਿਓ। परमेश्वर तू तो मुझे देखता था, ਪਰਮੇਸ਼ਰ ਪਰ ਤੂੰ ਤਾਂ ਮੈਨੂੰ ਦੇਖਦਾ इसी ਸੀ। वक्त खुदा से कह दो, ਇਸ ਸਮੇਂ ਪਰਮੇਸ਼ਰ ਨੂੰ ਕਹਿ ਦਿਓ, कुछ क्षमा करने को तैयार है। ਪਰਮੇਸ਼ਰ ਤੁਹਾਨੂੰ क्षमा ਕਰਨ ਲਈ ਤਿਆਰ ਹੈ। प्रभु को कह दो प्रभु जी मैं तेरा डर आज से मानूंगा। ਇਸ ਸਮੇਂ ਪਰਮੇਸ਼ਰ ਨੂੰ ਕਹਿ ਦਿਓ, ਪਰਮੇਸ਼ਰ ਅੱਜ ਤੋਂ ਬਾਅਦ ਮੈਂ ਤੇਰਾ ਡਰ ਮੰਨਾਂਗਾ। चुगली करता था, बुराई करता था, दोष लगाता था, उसकी बात नहीं करूंगा। ਪ੍ਰਭੂ ਜੀ ਮੈਂ ਚੁਗਲੀ ਕਰਦਾ ਸੀ, ਬੁਰਾਈ ਕਰਦਾ ਸੀ, ਦੋਸ਼ ਲਗਾਉਂਦਾ ਸੀ, ਅੱਜ ਤੋਂ ਬਾਅਦ ਨਹੀਂ ਕਰੂੰਗਾ। ड्यूटी करते वक्त, बिजनेस करते वक्त भूल जाता था तेरे डर को। ਮੈਂ ਪ੍ਰਭੂ ਜੀ ਡਿਊਟੀ ਕਰਦੇ ਵਕਤ, ਕਾਰੋਬਾਰ ਕਰਦੇ ਸਮੇਂ ਭੁੱਲ ਜਾਂਦਾ ਸੀ ਤੇਰੇ ਡਰ ਨੂੰ। घर का काम करते वक्त तेरे डर को भूल जाती थी। ਮੈਂ ਆਪਣੇ ਘਰ ਦਾ ਕੰਮ ਕਰਦੇ ਸਮੇਂ ਤੇਰੇ ਡਰ ਨੂੰ ਭੁੱਲ ਜਾਂਦੀ मुझे ਸੀ देखता रहता ਕਿ है, ਪਰਮੇਸ਼ਰ ਤੂੰ ਮੈਨੂੰ ਦੇਖਦਾ तेरी ਰਹਿੰਦਾ, आंखें मुझे देखती रहती ਕਿ तੇਰੀਆਂ ਅੱਖਾਂ ਮੈਨੂੰ ਦੇਖਦੀਆਂ ਰਹਿੰਦੀਆਂ। दास के द्वारा दिए गए वचन से आज मुझे तुझसे बात की है ਪ੍ਰਭੂ प्रभु। ਜੀ ਤੂੰ ਆਪਣੇ ਦਾਸ ਦੇ ਦੁਆਰਾ ਦਿੱਤੇ ਗਏ ਵਚਨਾਂ ਨਾਲ ਮੇਰੇ ਨਾਲ ਗੱਲਬਾਤ ਕੀਤੀ ਹੈ। क्षमा मांगता हूं, मुझे माफ कर दे। ਮੈਂ क्षमा ਮੰਗਦਾ ਤੂੰ ਮੈਨੂੰ ਮਾਫ ਕਰ ਦੇ। परमेश्वर आज आपको क्षमा करके आपके जीवन को आशीष देगा। ਦੇਖਣਾ ਪਰਮੇਸ਼ਰ ਅੱਜ ਤੁਹਾਨੂੰ क्षमा ਕਰਕੇ ਤੁਹਾਡੇ ਜੀਵਨ 'ਚ ਬਰਕਤ ਦੇਵੇਗਾ। जैसे आपके बंद दरवाजे आज यीशु मसीह के नाम में खुल जाएंगे। ਇਸੇ ਵਜ੍ਹਾ ਨਾਲ ਤੁਹਾਡੇ ਜਿਹੜੇ ਬੰਦ ਦਰਵਾਜ਼ੇ ਉਹ ਅੱਜ ਹੀ ਖੁੱਲ ਜਾਣਗੇ। जैसे आपका कोई काम रुका पड़ा है यीशु मसीह के नाम में आज ही हो जाएगा। ਜੇ ਤੁਹਾਡਾ ਇਸ ਵਜ੍ਹਾ ਨਾਲ ਕੋਈ ਕੰਮ ਰੁਕਿਆ ਪੜੇ ਤੇ ਅੱਜ ਹੀ ਖੁਦਾ ਯੀਸ਼ੂ ਦੇ ਨਾਮ ਵਿੱਚ ਹੋ ਜਾਵੇਗਾ। दास दासी मिलकर आपके लिए प्रार्थना करेंगे। ਪ੍ਰਭੂ ਦੇ ਦਾਸ ਦਾਸੀ ਮਿਲ ਕੇ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ। आपके बच्चों को आज की सभा को अपने हाथों में लेकर चले आपका धन्यवाद करते हैं। ਖੁਦਾਵੰਦ ਅੱਜ ਦੀ ਵਰਸ਼ਿਪ ਨੂੰ, ਅੱਜ ਦੇ ਮੈਸੇਜ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ, ਤੁਹਾਡਾ ਧੰਨਵਾਦ ਕਰਦੇ ਹਾਂ। जी कबूल कर लो प्रभु। ਤੁਸੀਂ ਆਪਣੇ ਸਵਰਗ ਰਾਜ ਵਿੱਚ ਕਬੂਲ ਕਰੋ ਪ੍ਰਭੂ। अपने वचन के द्वारा अपने दास दासी के वसीले अपने लोगों से बातचीत की है। ਤੁਸੀਂ ਜਿਹੜਾ ਆਪਣੇ ਵਚਨ ਦੇ ਵਸੀਲੇ, ਆਪਣੇ ਦਾਸ ਦਾਸੀ ਦੇ ਵਸੀਲੇ ਆਪਣੇ ਲੋਕਾਂ ਨਾਲ ਗੱਲਬਾਤ ਕੀਤੀ ਹੈ। और भी मैसेज कुछ प्रेरणा प्रभु आपकी सुना है प्रभु। ਜਿਨ੍ਹਾਂ ਲੋਕਾਂ ਨੇ ਖੁਦਾਵੰਦ ਨੇ ਆਨਲਾਈਨ ਮੈਸੇਜ ਸੁਣਿਆ ਜਾਂ ਆਪਣੇ ਟਾਵਰ ਚ ਆ ਕੇ ਸੁਣਿਆ ਹੈ कहीं भी दूर बैठे सुन रहे हैं, बाद में सुनेंगे प्रभु। ਜਾਂ ਕਿਤੇ ਵੀ ਦੂਰ ਬੈਠੇ ਸੁਣਨੇ ਜਾਂ ਬਾਅਦ ਵਿੱਚ ਸੁਣਨਗੇ ਖੁਦਾਵੰਦ। वचन को सुनकर अपने जीवन को पूरी तरह से बदल कर तेरे डर में आगे बढ़ते हैं। ਜੇਕਰ ਤੇਰੇ ਵਚਨਾਂ ਨੂੰ ਸੁਣ ਕੇ ਪੂਰੀ ਤਰ੍ਹਾਂ ਨਾਲ ਖੁਦਾਵੰਦ ਤੇਰੇ ਡਰ ਵਿੱਚ ਅੱਗੇ ਵਧਦੇ उस वचन पर चलने का प्रॉमिस करते हैं। ਤੇਰੇ ਵਚਨਾਂ ਤੇ ਚੱਲਣ ਦਾ ਪ੍ਰੋਮਿਸ ਕਰਦੇ ਨੇ। आपके दास मिलकर दुआ करते हैं आपके विदेशों के नाम में। ਪ੍ਰਭੂ ਜੀ ਅਸੀਂ ਤੁਹਾਡੇ ਦਾਸ मिल के दुआ करते ਤੁਹਾਡੇ बेटे ਯਿਸੂ ਦੇ ਨਾਮ ਹੈ। यीशु मसीह के नाम में इनके बंद दरवाजे खोल देना। ਖੁਦਾਵੰਦ ਯਿਸੂ ਦੇ ਨਾਮ ਵਿੱਚ ਇਹਨਾਂ ਦੇ ਬੰਦ ਦਰਵਾਜ਼ੇ ਨੂੰ ਖੋਲ यीशु ਦੇਣਾ। मसीह के नाम में कोई बीमारी इस वजह से उनके ऊपर है, दूर कर देना पिता। ਜੇਕਰ ਕੋਈ ਬਿਮਾਰੀ ਇਹਨਾਂ ਉੱਤੇ ਖੁਦਾਵੰਦ ਯਿਸੂ ਦੇ ਨਾਮ ਵਿੱਚ ਇਸ ਵਜ੍ਹਾ ਨਾਲ ਹੈ ਤੇ ਦੂਰ ਕਰ ਦੇਣਾ। परेशानी को इस वजह से घिरे हुए यीशु मसीह के नाम में दूर कर ਜੇਕਰ देना। ਕੋਈ ਪਰੇਸ਼ਾਨੀ ਇਸ ਵਜ੍ਹਾ ਨੂੰ ਘੇਰਾ ਪਾਈ ਹੋਈ ਹੈ
ਖੁਦਾਵੰਦ ਯੀਸ਼ੂ ਦੇ ਨਾਮ ਵਿੱਚ ਦੂਰ ਕਰ ਦੇਣਾ। यीशु मसीह के नाम में रुकावट दूर कर देना। ਜੇਕਰ ਇਸ ਵਜ੍ਹਾ ਨਾਲ ਇਹਨਾਂ ਦੇ ਕੰਮ ਵਿੱਚ ਕੋਈ ਰੁਕਾਵਟ ਹੈ ਖੁਦਾਵੰਦ ਯੀਸ਼ੂ ਦੇ ਨਾਮ ਵਿੱਚ ਦੂਰ ਕਰ ਦੇਣਾ। ਜੇਕਰ ਇਸ ਵਜ੍ਹਾ ਨਾਲ ਇਹਨਾਂ ਦੇ ਘਰ ਚ ਲੜਾਈ ਝਗੜਾ ਹੈ ਖੁਦਾਵੰਦ ਯੀਸ਼ੂ ਦੇ ਨਾਮ ਵਿੱਚ ਅੱਜ ਤੋਂ ਬਾਅਦ ਲੜਾਈ ਝਗੜਾ ਦੂਰ ਕਰ ਦੇਣਾ। ਜੇਕਰ ਇਸ ਵਜ੍ਹਾ ਨਾਲ ਇਹਨਾਂ ਦਾ ਪੈਸਾ ਰੁਕਿਆ ਪਿਆ ਇਹਨਾਂ ਦੇ ਕੰਮ ਰੁਕਿਆ ਪਿਆ ਖੁਦਾਵੰਦ ਯੀਸ਼ੂ ਦੇ ਨਾਮ ਵਿੱਚ ਪੂਰਾ ਕਰ ਦੇਣਾ। आशीष भेजना। ओ प्रभु जी प्रेटा दी संगत सारी कलीसियाओं ते बड़ी आशीष भेजना। ओ खुदावंद तुहाडे घर विच आके जिन्ना भाई बहना बच्चे बुजुर्गां ने संगत अटेंड कीती उन्हां नूं भी घर विच बहुत सारी आशीष और बरकत देना। जिन्हां ने अपने घर विच ऑनलाइन सर्विस अटेंड कीती उन्हां नूं बड़ी बरकत देना। सारे लुधियाने दी कलीसिया सारे अपने दास दासी ते बड़ी बरकत आशीष देना। सारे पंजाब दे सारे हिंदुस्तान ते अपनी कलीसिया अपने दास दासियों बड़ी बरकत देना। सारे देश में सुख शांति दा माहौल मंगदे आ। साडी सीमावां ते तुहाडी शांति मंगदे आ। पाकिस्तान बॉर्डर ते चाइना बॉर्डर ते तुहाडी सुख शांति मंगदे आ। सारी दुनिया में तुहाडी बरकत सुख शांति मंगदे आ। सारी जगह पर मांगते हैं तेरी कृपा तुहाडी दया तुहाडी सारी जगह ते मंगदे आ। सारी दुनिया दे विच तुहाडा पै आ जावे पिता ताकि सारे तुहाडे तो डरन ते बुरे कामां नूं छड्ड देण प्रभु ते तुहाडे वचनां दिनों दिन वधदे जाण। सारी दुनिया सुख शांति दे नाल जीवन जी पावे। सारी दुनिया में जड़ा कोरोना फैलिया खुदा यीशु दे नाम में इस बीमारी को वापस बुला लो खुदा। आपने लोगों ने क्षमा करके माफ करके एक चांस दो। सारी सारी मीडिया टीम वर्शिप टीम को आशीष देना। और पिता परमेश्वर तुहाडी महिमा करने के लिए अपने वचन जो गहरे गहरे भेद दस्यो खुदा। आने वाले सारे मीटिंग सारे प्रोग्राम तो तुहाडे बेटे यीशु दी बरकत मांगते प्रभु जी धन्यवाद करते आने वाले दिनों जो तुहाडी मर्जी होए चर्च खोलिए ते तुहाडी आराधना करिए तुहाडे लोग तुहाडे घर जा सकन खुदावंद। प्रार्थना सुनने के लिए धन्यवाद करते हैं प्रभु जी तुहाडे तुसी प्रार्थना नु सुनिया खुदावंद। के नाम से मांगा है ओ खुदावंद सारी प्रार्थना तुहाडे प्यारे पुत्र साडे मुक्तिदाता खुदावंद यीशु नासरी दे नाम विच मंगिया है। आमीन आमीन। हमारे खुदावंद यीशु मसीह का वचन खुदा बाप के मोहब्बत बागों की शनाख्त और रिफाकत हमसे निकल सबके साथ खुदा के सब मुकद्दस लोगों के साथ सारी दुनिया में होती रहे। आमीन आमीन आमीन। खुदा सबको बड़ी आशीष दे। खुदावंद तुम सारे नु बड़ी बरकत दे। जीवनों में बना रहे। परमेश्वर दी दया परमेश्वर दा डर तुहाडे सबना दे जीवनां च बने। जीवनों में बना। परमेश्वर दी सच्ची शांति सच्चा आनंद तुहाडे जीवनां च बने। खुदा दी इच्छा होई ते वीरवार ऑनलाइन सर्विस च फिर मिलांगे। धन्यवाद करते हैं प्रभु दा सारी गल्लां लई धन्यवाद करते हैं। आमीन आमीन। सारे नु जय मसीह दी।